ਸਾਰੇ ਹੀ ਸਾਡੇ ਭਰਾਵਾਂ ਦਾ, ਮਿੱਤਰਾਂ ਦਾ, ਦੋਸਤਾਂ ਦਾ, ਸ਼ੁਭਚਿੰਤਕਾਂ ਦਾ ਜੀ ਆਇਆਂ ਨੂੰ। ਡਾਕਟਰ ਰਜ਼ਾਕ ਸਾਹਿਬ ਦੀ ਇਜਾਜ਼ਤ ਦੇ ਨਾਲ ਜਿਹੜਾ ਇਹ ਮੈਨੂੰ ਹਰ ਵਾਰੀ ਮਾਣ ਬਖਸ਼ਦੇ ਨੇ, ਤੇ ਜੀ ਜੀ ਜੀ। ਇਹਨਾਂ ਦੀ ਇਜਾਜ਼ਤ ਦੇ ਨਾਲ ਅੱਜ ਦਾ ਜਿਹੜਾ ਸੀ ਪ੍ਰੋਗਰਾਮ ਹੈ, ਔਰ ਲਾਂਬਾ ਸਾਹਿਬ ਨੂੰ ਉਚੇਚੇ ਤੌਰ ਦੇ ਉੱਤੇ ਇਹਦੇ ਬਾਰੇ ਬੇਨਤੀ ਕੀਤੀ, ਜਿਨ੍ਹਾਂ ਨੇ ਸਾਡੀ ਬੇਨਤੀ ਮਨਜ਼ੂਰ ਕੀਤੀ। ਅਸੀਂ ਜੀ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜਾ ਕਿ ਪੋਹ ਸੁਦੀ 7ਵੀਂ ਦਾ ਦਿਹਾੜੇ ਨੂੰ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹਾਂ। ਔਰ ਬਾਣੀ ਦੇ ਵਿੱਚ ਵੀ ਕਿਤੇ ਲਿਖਿਆ ਆਂਦਾ ਹੈ ਕਿ ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ। मैं हूं परम पुरख को दासा, देखन आयो जगत तमासा। जगत तहीं तमस। प्रकाश हमारा पयो, पटना शहर ਵਿਖੇ ਭਵ ਲਿਓ। ਆਪ ਸਾਰਿਆਂ ਨੂੰ ਉਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ। ਔਰ ਅੱਜ ਅਸੀਂ ਬਹੁਤਾ ਸਮਾਂ ਆਪਣਾ ਨਹੀਂ, ਅਸੀਂ ਲਾਂਬਾ ਸਾਹਿਬ ਨੂੰ ਸੁਣਨਾ ਹੈ। ਔਰ ਉਹਨਾਂ ਦੇ ਜੀ ਜੀ ਸੁਣਨ ਦੇ ਬਾਅਦ ਮੈਂ ਇੱਕ ਬੇਨਤੀ ਕਰਾਂਗਾ ਕਿ ਜਦੋਂ ਉਹ ਬੋਲ ਰਹੇ ਹੋਣ ਤੇ ਕਿਰਪਾ ਕਰਕੇ ਸਾਰੇ ਆਪਣਾ ਮਿਊਟ ਕਰ ਦੇਣਾ, ਤਾਂ ਜੋ ਬੇਸ਼ੱਕ। ਡਿਸਟਰਬੈਂਸ ਨਾ ਹੋਵੇ। ਔਰ ਜਦੋਂ ਮੁੱਕ ਜਾਏ ਗੱਲ, ਫਿਰ ਅਸੀਂ ਅਗਰ ਉਹਨਾਂ ਨੂੰ ਕੋਈ ਕੁਐਸਚਨ ਲੈਣਾ ਹੈ ਤੇ ਅਸੀਂ ਉਹਨਾਂ ਕੋਲੋਂ ਪੁੱਛ ਸਕਦੇ ਹਾਂ। ਜੀ 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 ਜੀ। ਐਨ ਡਾਕਟਰ ਸਾਹਿਬ, ਲਾਂਬਾ ਸਾਹਿਬ ਜੀ, ਹੁਣ ਆਪ ਜੀ ਦੇ ਹਵਾਲੇ ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਧੂ ਜੀ। ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਡਾਕਟਰ ਰਜ਼ਾਕ ਸਾਹਿਬ ਦਾ, ਜਿਨ੍ਹਾਂ ਨੇ ਮੌਕਾ ਦਿੱਤਾ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਦਿਵਸ ਦੇ ਮੌਕੇ ਤੇ, ਕਿਉਂਕਿ ਅੱਜ ਸਾਰਾ ਸੰਸਾਰ ਇਸ ਪਾਵਨ ਦਿਵਸ ਨੂੰ ਮਨਾ ਰਿਹਾ ਹੈ। ਔਰ ਇਸ ਮੌਕੇ ਦੇ ਉੱਤੇ ਗੱਲ ਕਰਨੀ ਜਿਹੜੀ ਹੈ ਉਹ ਬਹੁਤ ਹੀ ਅਹਿਮੀਅਤ ਰੱਖਦੀ ਹੈ। ਅੱਜ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਦਿਵਸ ਹੈ। ਉਹਦੇ ਵਿੱਚ ਗੁਰੂ ਸਾਹਿਬ ਦੀ, ਜੇ ਉਹਨਾਂ ਦੀ ਹਯਾਤੀ ਦੀ ਗੱਲ ਕਰੀਏ ਤਾਂ ਕੁੱਲ ਉਹਨਾਂ ਦੀ ਦੁਨੀਆ ਦੇ ਵਿੱਚ ਆਮਦ ਜਿਹੜੀ ਸੀ 42 ਸਾਲ ਤੱਕ ਉਹਨਾਂ ਦੀ ਹਯਾਤੀ ਰਹੀ। ਮਗਰ ਉਸ 42 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਕੀ ਕੀਤਾ, ਬਲਕਿ ਇਹ ਕਿਹਾ ਜਾਏ ਕੀ ਨਹੀਂ ਕੀਤਾ। ਔਰ ਸਭ ਤੋਂ ਵੱਡੀ ਗੱਲ ਜਿਹੜੀ ਕਿ ਵਿਚਿੱਤਰ ਹੈ, ਥੋੜੀ ਫਰਕ ਹੈ, ਕਿਉਂਕਿ ਆਮ ਤੌਰ ਦੇ ਉੱਤੇ ਬਾਅਦ ਦੇ ਵਿੱਚ ਉਹਨਾਂ ਦੀਆਂ ਜੀਵਨੀਆਂ ਲਿਖੀਆਂ ਜਾਂਦੀਆਂ, ਉਹਨਾਂ ਬਾਰੇ ਲਿਖਿਆ ਜਾਂਦਾ ਹੈ। ਪਰ ਇੱਥੇ ਇੱਕ ਬੜੀ ਵਿਚਿੱਤਰ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਆਟੋਬਾਇਓਗ੍ਰਾਫੀ ਖੁਦ ਲਿਖ ਦਿੱਤੀ। ਔਰ ਉਹ ਜਿਹੜੇ ਕੰਟੈਂਪਰੇਰੀ ਹਾਲਾਤ ਸਨ, ਉਹ ਜਿਹੜੇ ਮੌਜੂਦਾ ਉਸ ਵੇਲੇ ਦੇ ਹਾਲਾਤ ਸਨ, ਉਹਨਾਂ ਨੂੰ ਖੁਦ ਉਹਨਾਂ ਨੇ ਆਪਣੀ ਕਲਮ ਨਾਲ ਕਲਮਬੱਧ ਕਰ ਦਿੱਤਾ। ਬਲਕਿ ਜੇ ਕਹਿ ਲਿਆ ਜਾਏ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਮ ਤੇ ਕਿਰਪਾਨ, ਇਹ ਦੋ ਚੀਜ਼ਾਂ ਉਹਨਾਂ ਦੀ ਇਤਨੀਆਂ ਤਾਕਤਵਰ ਸਨ ਕਿ ਮਗਰ ਉਹ ਦੋਨੋਂ ਕਿਸ ਪਰਪਸ ਲਈ ਹੈ, ਇਹ ਮਹੱਤਵਪੂਰਨ ਹੈ। ਕਲਮ ਤਾਂ ਸਾਰਿਆਂ ਕੋਲ ਹੈ, ਕਲਮ ਕਈਆਂ ਕੋਲ ਹੈ, ਪਰ ਉਹ ਕਲਮ ਕਿਸ ਮਕਸਦ ਲਈ ਹੈ। ਉਹਨਾਂ ਦੀ ਕਿਰਪਾਨ, ਕਈਆਂ ਕੋਲ ਤਲਵਾਰਾਂ ਹਨ, ਪਰ ਇਹ ਜਿਹੜੀ ਕਿਰਪਾਨ ਉਹਨਾਂ ਨੇ ਵਰਤੀ ਔਰ ਕਿਸ ਮਕਸਦ ਲਈ ਵਰਤੀ, ਅਗਰ ਇਹ ਅਸੀਂ ਉਹਨਾਂ ਨੂੰ ਦੇਖੀਏ ਤਾਂ ਮੇਰਾ ਖਿਆਲ ਹੈ ਬਹੁਤ ਕੁਝ ਸਾਨੂੰ ਸਾਫ਼ ਹੋ ਜਾਏਗਾ, ਕਈ ਕੁਝ ਸਾਨੂੰ ਉਹਦੇ ਚੋਂ ਹਾਸਲ ਹੋ ਸਕੇਗਾ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਮਦ ਦੇ ਬਾਰੇ ਭਾਈ ਨੰਦ ਲਾਲ ਜੀ ਦੀ ਇੱਕ ਗਜ਼ਲ ਦਾ ਇੱਕ ਸ਼ੇਰ ਜਿਹੜਾ ਹੈ ਬੜਾ ਮਾਕੂਲ ਹੈ। ਉਹ ਕਹਿੰਦੇ, ਬਹਾਰ ਆਮਦੋ ਯਾਰ ਆਮਦੋ करार आमद, ਬਹੋਸ਼ ਬਾਸ਼ ਕੇ ਹੰਗਾਮੇ ਨੋ ਬਹਾਰ ਆਮਦ। ਇਹ ਖੁਸ਼ੀਆਂ ਦਾ ਮੌਕਾ ਹੈ, ਹਲੇ ਯਾਰਾਂ ਖੁਸ਼ਖਬਰੀ। ਉਹਨਾਂ ਦੇ ਕਿੰਨੇ ਹੀ ਲਕਬ ਹਨ, ਕਲਗੀਆਂ ਵਾਲਾ, ਸਰਬੰਸ ਦਾਨੀ, ਪੁੱਤਰਾਂ ਦਾ ਦਾਨੀ, ਨੀਲੇ ਦਾ ਸ਼ਾਹ ਸਵਾਰ, ਬਾਜਾ ਵਾਲਾ। ਅਸਲ ਵਿੱਚ ਉਹਨਾਂ ਦੀ ਉਸਤਤ ਦੇ ਵਿੱਚ ਮੇਰਾ ਖਿਆਲ ਹੈ ਕਿ ਜਿੰਨਾ ਮਰਜ਼ੀ ਲਿਖਿਆ ਜਾਏ, ਉਹਨੂੰ ਸਮਅਪ ਕੀਤਾ ਹੈ ਅਲਾ ਯਾਰ ਖਾਂ ਜੋਗੀ ਰਹਿਮਾਨੀ ਨੇ ਬਹੁਤ ਸੋਹਣਾ। ਉਹ ਕਹਿੰਦੇ ਹਨ, ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, जितनी भी हो तारीफ गोविंद की वो कम है, हर चंद मेरे हाथ में पुरजोर कलम है, सतगुर के लिखूं वसफ कहाँ ताबे रकम है। एक आंख से क्या बुलबुला कुल बहर को देखे, सागर को या मंझधार को या लहर को देखे। सात समूह प्रसन्न फिरे जग सतर, सबे अवलोक चपेंगे। गुरु साहब ਦਾ ਮਕਸਦ ਇਹੀ ਸੀ ਕਿ ਇਹ ਜਿਹੜੀ ਧਰਤੀ ਹੈ, ਇਹ ਜਿਹੜੀ ਰੱਬ ਨੇ ਦਿੱਤੀ ਹੈ ਇਨਸਾਨ ਲਈ, ਉਸ ਦੇ ਉੱਤੇ ਚੰਗੇ ਲੋਕ ਉਹ ਉਸ ਦੇ ਉੱਤੇ ਰਾਜ ਕਰਨ, ਚੰਗੇ ਲੋਕ ਆਣ, ਖਲਕਤ ਦੀ
ਜਿਹਨੂੰ ਕਿਹਾ ਫਰੀਦਾ ਖਾਲਕ ਖਲਕ ਮੈਂ ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ। ਇਸ ਮਕਸਦ ਲਈ। ਪਰ ਇੱਕ ਗੱਲ ਇਹ ਵੀ ਸਹੀ ਹੈ, ਗੁਰਬਾਣੀ ਨੇ ਵੀ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਕਬੀਰ ਸਾਹਿਬ ਦਾ ਇੱਕ ਸ਼ਲੋਕ ਜਿਹੜਾ ਅੰਕਿਤ ਕੀਤਾ, ਉਹ ਬਹੁਤ ਕਮਾਲ ਦਾ ਹੈ। ਕਬੀਰ ਧਰਤੀ ਸਾਧ ਕੀ, ਰੱਬ ਨੇ ਇਹ ਧਰਤੀ ਤਾਂ ਬਣਾਈ ਸੀ ਚੰਗੇ ਬੰਦਿਆਂ ਲਈ, ਫਰਿਸ਼ਤਿਆਂ ਲਈ। ਕਬੀਰ ਧਰਤੀ ਸਾਧ ਕੀ, ਤਸਕਰ ਬਹਿਸੇ ਗਾਏ, ਪਰ ਇਹਦੇ ਤੇ ਚੋਰ ਲੁਟੇਰੇ ਆ ਕੇ ਬਹਿ ਗਏ। ਇਹ ਸ਼ੁਰੂ ਤੋਂ ਹੁੰਦਾ ਰਿਹਾ, ਕੋ ਹੁਣ ਦੀ ਗੱਲ ਨਹੀਂ ਹੈਗੀ, ਔਰ ਸ਼ਾਇਦ ਅੱਗੋਂ ਵੀ ਇਦਾਂ ਹੀ ਹੁੰਦਾ ਰਹੇਗਾ। ਪਰ ਧਰਤੀ ਭਾਰ ਨਾ ਵਿਆਪੀ, ਉਨਕੋ ਲਾਹੂ ਲਾਏ। ਉਹ ਸਮਝਦੇ ਹਨ ਅਸੀਂ ਧਰਤੀ ਨੂੰ ਦੱਬ ਲਿਆ, ਪਰ ਅਸਲ ਵਿੱਚ ਧਰਤੀ ਉਹਨਾਂ ਨੂੰ ਫਿਰ ਆਪਣੇ ਅੰਦਰ ਦਬਾ ਲੈਂਦੀ ਹੈ। ਪਰ ਇਹ ਸੁਨੇਹਾ ਜੇ ਅਗਰ ਆ ਜਾਏ, ਸਮਝ ਵਿੱਚ ਆ ਜਾਏ, ਫਿਰ ਮੇਰਾ ਖਿਆਲ ਹੈ ਇਨਸਾਨ ਬਣ ਜਾਏਗਾ। ਲੋੜ ਪੈਂਦੀ ਹੈ ਇਨਸਾਨ ਨੂੰ ਕਿ ਤੂੰ ਬੰਦਾ ਬਣ, ਬਸ ਉਹ ਬੰਦਾ ਨਹੀਂ ਬਣਦਾ। ਇਹੀ ਦਿੱਕਤ ਹੈਗੀ ਹੈ। ਜਦੋਂ ਗੁਰੂ ਨਾਨਕ ਦੇਵ ਜੀ ਦਾ ਆਗਾਜ਼ ਹੋਇਆ, ਉਸ ਵੇਲੇ ਦੇ ਹਾਲਾਤ ਬਾਰੇ ਵੀ ਉਹਨਾਂ ਨੇ ਬੜੇ ਇੱਕ ਉਲਾਮਾ ਤਾਂ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਲਾਮਾ ਦੇਣਾ ਤਾਂ ਗਲਤ ਹੋਏਗਾ, ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਰੱਬ ਨੂੰ, ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ। ਏਤੀ ਮਾਰ ਪਈ ਕਰਲਾਣੇ, ਇੱਥੇ ਕੁਰਲਾਣੇ ਨਹੀਂ ਹੈ, ਕਰਲਾਣੇ ਹੈ, ਜਿਹੜਾ ਪਠਵਾਰ ਦਾ ਲਫ਼ਜ਼ ਹੈਗਾ। ਕਰਲਾਣੇ ਕਿਉਂ ਪਿਆ ਕਰਲਾਣਾ, ਉਹ ਉਹਨਾਂ ਨੇ ਕਿਹਾ ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ। ਔਰ ਫਿਰ ਜਦੋਂ ਕਿਧਰੇ ਹਮਲਾਵਰ ਆਉਂਦਾ, ਫਿਰ ਉਹ ਕੋਈ ਫਰਕ ਨਹੀਂ ਕਰਦਾ, ਉਹ ਤਮੀਜ਼ ਨਹੀਂ ਕਰਦਾ ਕਿ ਕਿਹੜਾ ਸਹੀ ਹੈ ਕਿਹੜਾ ਗਲਤ ਹੈਗਾ। ਉਸ ਵੇਲੇ ਦੇ ਹਾਲਾਤ ਬਾਰੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਕਲਮ ਨਾਲ ਲਿਖਿਆ, ਮੁਸਲਮਾਨੀਆਂ ਪੜ੍ਹੇ ਕਤੇਬਾਂ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ। ਹਰ ਕਿਸੇ ਦੇ ਉੱਤੇ ਜਿਹੜੀਆਂ ਜੰਗਾਂ ਹੈ, ਉਹਦੀ ਮਾਰ ਹਰ ਕਿਸੇ ਦੇ ਉੱਤੇ ਪੈਂਦੀ ਹੈ, ਉਹ ਭਾਵੇਂ ਕੋਈ ਵੀ ਹੋਵੇਗਾ। ਹੁਣ ਇਹ ਜਿਹੜੀ ਗੱਲ ਸੀਗੀ, ਜਿਹੜਾ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਣਾ ਇਸ ਧਰਤੀ ਦੇ ਉੱਤੇ, ਪਹਿਲੀ ਗੱਲ ਤਾਂ ਹੈਗਾ ਕਿ ਉਹ ਕੋਈ ਵੱਖਰੇ ਨਹੀਂ ਸਨ। ਗੁਰੂ ਨਾਨਕ ਦੇਵ ਜੀ ਜੋਤ ਉਹੀ ਸੀ, ਜੋਤ ਉਹੀ ਜੁਗਤ ਸਾਈ ਸਹਿ ਕਾਇਆ ਫੇਰ ਪਲਟੀਏ। ਉਹੀ ਜੋਤ, ਉਹੀ ਗੁਰਿਆਈ ਦੀ ਜੋਤ ਜਿਹੜੀ 9 ਗੁਰੂ ਸਾਹਿਬ ਤੋਂ ਹੁੰਦਿਆ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਆਈ। ਔਰ ਉਹਨਾਂ ਨੇ ਖੁਦ ਗਵਾਹੀ ਦਿੱਤੀ, ਭਿੰਨ ਭਿੰਨ ਸਭੂ ਕਰ ਜਾਨਾ, ਏਕ ਰੂਪ ਕਿਨਹੂ ਪਹਿਚਾਨਾ। ਜਿਨ ਜਾਨਾ ਤਿਨਹੀ ਸਿਧ ਪਾਈ, ਬਿਨ ਸਮਝੇ ਕਿਛ ਹਾਥ ਨਾ ਆਈ। ਅਗਰ ਇਹਦੇ ਵਿੱਚ ਫਰਕ ਸਮਝੇਗਾ ਤਾਂ ਉਹ ਫਿਰ ਧੋਖਾ ਖਾ ਜਾਏਗਾ। ਉਹ ਇੱਕ ਵੱਖਰਾ ਮੌਜੂ ਹੈ ਕਿ ਕਿਵੇਂ ਇੱਕ ਹੈ, ਬਲਕਿ ਕੋਈ ਫਰਕ ਨਹੀਂ ਹੈਗਾ ਦੋਨਾਂ ਦੇ ਵਿੱਚ। ਜੋ ਉਹਨਾਂ ਨੇ ਕਿਹਾ ਉਸ ਦੀ ਸੰਪੂਰਨਤਾ, ਉਹਦੀ ਮੁਕੰਮਲ ਉਹਨੂੰ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਔਰ 2 ਕੰਮ ਕੀਤੇ ਉਹਨਾਂ ਨੇ ਜਿਹੜੇ ਬਹੁਤ ਵੱਡੇ ਕੰਮ ਸੀ, ਔਰ ਜਿਸ ਇਹਨਾਂ ਦੋਨਾਂ ਦੇ ਦਾਇਰੇ ਮਦਾਰ ਦੇ ਅੰਦਰ ਉਹ ਸਾਰਾ ਮਕਸਦ, ਜਿਸ ਮਕਸਦ ਲਈ ਗੁਰੂ ਨਾਨਕ ਦੇਵ ਜੀ ਦਾ ਆਗਾਜ਼ ਪੰਜਾਬ ਦੀ ਇਸ ਪਾਵਨ ਧਰਤੀ ਦੇ ਉੱਤੇ ਹੋਇਆ। ਇਹ ਮੁਕੱਦਸ ਧਰਤੀ ਹੈ, ਸਰਜ਼ਮੀਨ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਦਾ ਆਗਾਜ਼ ਹੋਇਆ। ਔਰ ਉਹਨਾਂ ਨੇ ਆਮ ਬੋਲੀ ਦੇ ਵਿੱਚ, ਇੱਥੋਂ ਦੀ ਬੋਲੀ ਦੇ ਵਿੱਚ ਉਹ ਸੁਨੇਹਾ ਦਿੱਤਾ। ਔਰ ਉਹ ਸੁਨੇਹਾ ਕਿਹੜਾ ਸੀ? ਇੱਕ ਰੱਬ ਦਾ। ਔਰ ਉਸ ਸੁਨੇਹੇ ਨੂੰ ਗੁਰੂ ਗ੍ਰੰਥ ਸਾਹਿਬ ਨੇ ਜਿਹੜਾ ਅੰਕਿਤ ਕੀਤਾ ਉਹ ਇਹੀ ਸੀ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰ ਅਸੀਂ ਇਸ ਨੂੰ ਸਮਝ ਨਹੀਂ ਸਕਦੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਗੱਲ ਕਹੀ ਹੈ ਕਿ ਖਾਕ ਬਾਦ ਆਤਿਸ਼ ਉਹ ਆਪ ਕੋ ਰਲਾਓ ਹੈ। ਧਰਤੀ ਦੇ ਇਹ 4 ਮਟੀਰੀਅਲਸ ਹਨ, ਖਾਕ, ਬਾਦ, ਆਤਿਸ਼ ਤੇ ਆਬ, ਔਰ ਇਨਸਾਨ ਨੂੰ ਇਹਦੇ ਵਿੱਚੋਂ ਹੀ ਬਣਾਇਆ ਹੈ। ਪਰ ਦਿੱਕਤ ਇਹ ਹੋ ਗਈ, ਇਹ ਜਿਸ ਇੱਕ ਹੀ ਚੀਜ਼ ਤੋਂ ਬਣਿਆ, ਪਰ ਫਿਰ ਇਹਦੇ ਵਿੱਚ ਵਖਰੇਵਾ ਕਿਉਂ ਆ ਜਾਂਦਾ? ਇਹਦਾ ਮਤਲਬ ਹੈ ਕਿ ਉਹ ਧੁਰੇ ਤੋਂ, ਉਸ ਜੋਤ ਤੋਂ, ਉਸ ਨੂਰ ਤੋਂ ਜਿਹੜਾ ਹੈ ਉਹ ਦੂਰ ਹੋ ਜਾਏਗਾ, ਫਿਰ ਉਸ ਨੂੰ ਇਹ ਦਿੱਕਤ ਆਏਗੀ। ਬਸ ਇਸੇ ਮਕਸਦ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਕਿ ਇਸ ਤੋਂ ਪਹਿਲੇ ਹੋਇਆ ਕਿ ਜੇ ਹੋਤ ਭਇਓ ਜਗ ਸਿਆਨਾ, ਤਿੰਨ ਤਿੰਨ ਆਪਣੋ ਰਾਹ ਚਲਾਨਾ। ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਬਿਸ਼ਨ ਆਪ ਹੀ ਕੋ ਠਹਿਰਾਨਾ। ਕਹਿੰਦੇ ਜਿਹੜਾ ਵੀ ਆਇਆ ਉਹਨੇ ਕਿਹਾ ਮੇਰੀ ਪੂਜਾ ਕਰੋ। ਬੜਾ ਕਮਾਲ ਦਾ ਇੱਕ ਉਹਨਾਂ ਨੇ ਹਵਾਲਾ ਦਿੱਤਾ ਕਿ ਅਕਾਲ ਪੁਰਖ ਨਾਲ ਕਹਿੰਦੇ ਜਦੋਂ ਮੇਰੀ ਮੁਲਾਕਾਤ ਹੋਈ ਤਾਂ ਉਹਦੇ ਵਿੱਚ ਇਹ ਦੱਸਿਆ ਰੱਬ ਨੇ ਕਿ ਜਬ ਪਹਿਲੇ ਹਮ ਸ੍ਰਿਸ਼ਟ ਬਣਾਈ, ਦੈਂਤ ਰਚੇ ਦੁਸ਼ਟ ਦੁਖਦਾਈ। ਜਦੋਂ ਮੈਂ ਪਹਿਲੇ ਸ੍ਰਿਸ਼ਟੀ ਬਣਾਈ ਤੇ ਦੈਂਤ ਰਚੇ, ਤੇ ਭੁਜ ਬਲ ਬਵਰੇ ਹੋਏ ਗਏ, ਪੂਜਤ ਪਰਮ ਪੁਰਖ ਰਹਿ ਗਏ। ਇਹ ਦੈਂਤ ਜਦੋਂ ਆਏ
ਉਹਨਾਂ ਨੇ ਆ ਕੇ ਸ਼ੈਤਾਨ ਕਹਿ ਲੋ, ਦੈਂਤ ਕਹਿ ਲੋ, ਜੋ ਮਰਜ਼ੀ ਉਸ ਨੂੰ ਕਹਿ ਲੋ, ਤੇ ਉਹਨਾਂ ਨੇ ਆ ਕੇ ਧਰਤੀ ਨੂੰ ਦੁੱਖ ਦਿੱਤਾ। ਫਿਰ ਉਸ ਦੇ ਬਾਅਦ ਤੇ ਹਮ ਤਨ ਤਮਕ ਤਨਕ ਮੋ ਖਾਪੇ ਤਿਨਕੀ ਠੌਰ ਦੇਵਤਾ ਥਾਪੇ, ਕਹਿੰਦੇ ਦੇਵਤੇ ਆਏ, ਫਰਿਸ਼ਤੇ ਆਏ, ਤੇ ਵੀ ਬਲ ਪੂਜਾ ਔਰ ਜਾਏ, ਉਹ ਵੀ ਤਾਕਤ ਦੇ ਵਿੱਚ ਹੀ ਆ ਗਏ, ਔਰ ਤੇ ਵੀ ਬਲ ਪੂਜਾ ਔਰ ਜਾਏ ਆਪਨ ਹੀ ਪਰਮੇਸ਼ਰ ਕਹਾਏ। ਜਿਹੜਾ ਆਂਦਾ ਗਿਆ ਉਹ ਆਪਣੇ ਆਪ ਨੂੰ ਰੱਬ ਹੀ ਕਹਾਉਂਦਾ ਗਿਆ, ਇਨਸਾਨੀ ਰੂਪ ਵਿੱਚ ਆ ਕੇ ਉਹ ਆਪਣੇ ਆਪ ਨੂੰ ਰੱਬ ਭਗਵਾਨ ਕਹਿਣ ਲੱਗ ਪਏ। ਇਹ ਬਹੁਤ ਵੱਡੀ ਇੱਕ ਸ਼ਿਰਕ ਸੀ, ਇੱਕ ਬਹੁਤ ਵੱਡੀ ਹੁਕਮ ਅਦੂਲੀ ਸੀ। ਉਹ ਭਾਵੇਂ ਫਿਰੌਨ ਹੋਏ ਜਾਂ ਕੋਈ ਨਮਰੂਦ ਹੋਏ ਜਾਂ ਕੋਈ ਹੋਰ ਹੋਏ, ਔਰ ਉਹਨਾਂ ਦਾ ਹਸ਼ਰ ਜਿਹੜਾ ਹੈ ਉਹ ਫਿਰ ਜਿਹੜਾ ਗੁਰੂ ਸਾਹਿਬ ਨੇ ਦੱਸਿਆ ਹੈ ਉਹ ਕੀ ਹੁੰਦਾ ਹੈ, ਉਹ ਧਰਤੀ ਫਿਰ ਉਹਨਾਂ ਦਾ ਭਾਰ ਨਹੀਂ ਚੱਲਦੀ, ਫਿਰ ਉਹਨਾਂ ਨੂੰ ਆਪਣੇ ਅੰਦਰ ਹੀ ਸਮਾ ਲੈਂਦੀ ਹੈ। ਹੁਣ ਉਹ ਗੁਰੂ ਸਾਹਿਬ ਕਹਿ ਰਹੇ ਹੈ ਕਿ ਮੈਂ ਇਸ ਮਕਸਦ ਲਈ ਇਸ ਧਰਤੀ ਦੇ ਉੱਤੇ ਆਇਆ, ਫਿਰ ਮੈਂ ਆ ਕੇ ਕਰਾਂਗਾ ਕੀ? ਕਹਿੰਦੇ ਜਪੋ ਸੋ ਏਕ ਨਾਮ ਅੰਗ, ਮੈਂ ਇੱਕ ਅਕਾਲ ਪੁਰਖ, ਇੱਕ ਪਰਮਾਤਮਾ, ਇੱਕ ਅੱਲਾਹ ਦਾ ਨਾਮ ਜਪਾਂਗਾ, ਉਸ ਦਾ ਨਾਮ ਜਪਾਵਾਂਗਾ। ਮੈਂ ਕੋਈ ਕਰਮ ਕਾਂਡ ਨਹੀਂ ਕਰਾਂਗਾ, ਮੈਂ ਕੋਈ ਭੇਖ ਨਹੀਂ ਕਰਾਂਗਾ। ਭੇਖ ਹੁੰਦਾ ਬਾਹਰੋਂ ਕੁਝ ਹੈ ਅੰਦਰੋਂ ਕੁਝ ਹੈ, ਉਹ ਮੈਂ ਨਹੀਂ ਕਰਾਂਗਾ। ਜਟਾ ਨਾ ਮੂੰਡ ਧਾਰ ਹੋ ਨਾ ਮੁੰਦਰ ਕਾ ਸੁਧਾਰ ਹੋ, ਮੈਂ ਕੋਈ ਮਲ ਛਲ ਨਹੀਂ ਕਰਾਂਗਾ, ਸਿੱਧੇ ਤਰੀਕੇ ਦੇ ਨਾਲ ਜਿਹੜੀ ਇੱਕ ਰੱਬ ਦੀ ਗੱਲ ਕਰਾਂਗਾ। ਹੁਣ ਇਸ ਦੇ ਵਿੱਚ ਅੱਗੇ ਜਾ ਕੇ ਜਿਹੜੀ ਇੱਕ ਬੜੀ ਕਮਾਲ ਦੀ ਗੱਲ ਆਂਦੀ ਹੈ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਪਟਨਾ ਸਾਹਿਬ ਪੂਰਬ ਵੱਲ ਹੋਇਆ। ਜਦੋਂ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ, ਕਿਉਂਕਿ ਉਹ ਰੱਬੀ ਨੂਰ ਦੇ ਨਾਲ ਸਰਾਬੋਰ ਸਨ, ਉਹ ਰੱਬ ਦੀ ਤਰਫੋਂ ਭੇਜੇ ਹੋਏ ਆਏ ਹਨ। ਉਹ ਤਾਂ ਜਿਸ ਵੇਲੇ ਧਰਤੀ ਦੇ ਉੱਤੇ ਆਏ ਹਨ, ਕੁਦਰਤੀ ਤੌਰ ਦੇ ਉੱਤੇ ਉਹਨਾਂ ਦਾ ਜ਼ਹੂਰ, ਉਹਨਾਂ ਦਾ ਪ੍ਰਕਾਸ਼ ਉਹ ਸਾਰੀ ਜਗ੍ਹਾ ਫੈਲਣਾ ਸੀ। ਔਰ ਜਿਹੜੀਆਂ ਰੂਹਾਂ ਜੁੜੀਆਂ ਰੂਹਾਂ ਹੁੰਦੀਆਂ ਹਨ, ਉਹਨਾਂ ਲਈ ਫਿਰ ਕੋਈ ਮਜ਼ਹਬ ਦੀਆਂ ਦੀਵਾਰਾਂ, ਬੋਲੀ ਦੀਆਂ ਦੀਵਾਰਾਂ, ਕਲਚਰ ਦੀਆਂ ਦੀਵਾਰਾਂ, ਉਹ ਸਭ ਟੁੱਟ ਜਾਂਦੀਆਂ ਹਨ। ਪੀਰ ਭੀਖਣ ਸ਼ਾਹ ਸਡੌਰੇ ਵਾਲੇ ਉਹ ਪੂਰਬ ਵੱਲ ਚੱਲ ਪਏ, ਔਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਟਨਾ ਸਾਹਿਬ ਵਿੱਚ ਜਾ ਕੇ ਉਹਨਾਂ ਨੇ ਦੀਦਾਰ ਕੀਤੇ, ਤੇ ਉਹਨਾਂ ਦੇ ਮਨ ਵਿੱਚ ਇੱਕ ਜ਼ਰੂਰ ਸ਼ੁਭਾ ਸੀ, ਕਿਉਂਕਿ ਜਿੱਥੇ ਇਸ ਧਰਤੀ ਦੇ ਉੱਤੇ, ਇੰਨੀ ਸ਼ਾਨਦਾਰ ਧਰਤੀ ਦੇ ਉੱਤੇ, ਜਿੱਥੇ ਵਿੱਚ ਆਵਾਜ਼ ਆ ਰਹੀ ਹੈ ਜੀ, ਇਹ ਸੌਰੀ ਵਿੱਚ ਆਵਾਜ਼ ਆ ਰਹੀ ਸੀ, ਮੈਂ ਕਿਹਾ ਹਾਂਜੀ। ਤੇ ਇਹ ਧਰਤੀ ਜਿਹੜੀ ਸੀ, ਇਸ ਧਰਤੀ ਸਾਧਕੀ, ਇਹ ਪਵਿੱਤਰ ਧਰਤੀ ਦੇ ਉੱਤੇ ਜਦੋਂ ਇਤਨੇ ਸੋਹਣੇ ਪੈਗਾਮ ਆਏ ਕਿ ਵਸੁਦੇਵ ਕੁਟੁੰਬਕਮ, ਪੂਰੀ ਵਸਦਾ, ਪੂਰੀ ਧਰਤੀ ਇੱਕ ਪਰਿਵਾਰ ਹੈ। ਇਸ ਤੋਂ ਵਧੀਆ ਸੁਨੇਹਾ ਕੋਈ ਹੋ ਨਹੀਂ ਸਕਦਾ ਜੇਕਰ ਇਸ ਨੂੰ ਅਮਲ ਵਿੱਚ ਲੈ ਆਂਦਾ ਜਾਏ। ਵਸਦਾ, ਪੂਰੀ ਧਰਤੀ ਇੱਕ ਪਰਿਵਾਰ ਹੈ। ਔਰ ਦੂਸਰੇ ਪਾਸੇ ਆਇਆ ਰੱਬੁਲ ਆਲਮੀਨ, ਪੂਰੇ ਆਲਮ ਦਾ ਰੱਬ ਇੱਕ ਹੈ, ਕਿਸੇ ਇਲਾਕੇ, ਕਿਸੇ ਫਿਰਕੇ, ਕਿਸੇ ਖਿੱਤੇ ਦਾ ਨਹੀਂ ਹੈ, ਬਲਕਿ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ। ਜਿੰਨੇ ਵੀ ਅਸੀਂ ਸਮਝ ਸਕਦੇ ਹਾਂ, ਪੂਰੇ ਬ੍ਰਹਿਮੰਡਾਂ ਦਾ ਮਾਲਕ ਇੱਕ ਹੈ, ਦੂਜਾ ਨਹੀਂ ਹੈ। ਜੇ ਦੂਜਾ ਹੋਏ ਤਾਂ ਸ਼ੱਕ ਕਰੀਏ ਨਾ, ਜੇ ਦੂਜਾ ਹੈ ਹੀ ਨਹੀਂ, ਤਾਂ ਹੀ ਕਰਕੇ ਕਿਹਾ ਏਕੋ ਸਿਮਰੋ ਨਾਨਕਾ ਜਲ ਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ। ਉਸ ਨੂੰ ਕਿਉਂ ਸਿਮਰਨਾ, ਇੱਕ ਉਹਦੀ ਇਬਾਦਤ ਕਰਨੀ। ਹੁਣ ਉਹਨਾਂ ਦੇ, ਕਿਉਂਕਿ ਇੱਥੇ ਦੇ ਹਾਲਾਤ ਜਿਹੜੇ ਬਣ ਚੁੱਕੇ ਸੀ ਕਿ ਖਹਿ ਮਰਦੇ ਬਾਹਮਣ ਮੌਲਾਣੇ, ਇਹ ਆਪਸ ਵਿੱਚ ਮਿਲਣ ਦੀ ਬਜਾਏ ਇਹਨਾਂ ਨੇ ਵੰਡੀਆਂ ਪਾ ਦਿੱਤੀਆਂ। ਔਰ ਉਸ ਵੇਲੇ ਪੀਰ ਭੀਖਣ ਸ਼ਾਹ ਜੀ ਨੇ 2 ਕੁੱਜੀਆਂ ਲਈਆਂ। ਬਾਲਕ ਗੁਰੂ ਗੋਬਿੰਦ ਸਿੰਘ ਜੀ ਮਤਲਬ ਬਿਲਕੁਲ ਅਜੇ ਨਵਜਾਤ ਕਹਿ ਲੋ, ਤੇ ਉਹਨਾਂ ਨੇ ਕੁੱਜੀਆਂ ਲੈ ਕੇ ਇਹ ਮਨ ਦੇ ਵਿੱਚ ਸੋਚਿਆ ਕਿ ਜੇ ਇਹ ਫਲਾਣੀ ਕੁੱਜੀ ਦੇ ਉੱਤੇ ਹੱਥ ਰੱਖਣਗੇ, ਇਹਦਾ ਮਤਲਬ ਹੈ ਮੁਸਲਮਾਨਾਂ ਦਾ ਪੱਖ ਪੂਰਨਗੇ, ਤੇ ਜੇ ਦੂਜੇ ਤੇ ਹੱਥ ਰੱਖਣਗੇ ਤਾਂ ਫਿਰ ਹਿੰਦੂਆਂ ਦਾ ਪੱਖ ਪੂਰਨ। ਜਿਹੜੇ ਆਮ ਲੋਕਾਂ ਦਾ ਅੱਜ ਵੀ ਸਵਾਲ ਹੁੰਦਾ, ਤੁਸੀਂ ਕਿਹੜੇ ਪਾਸੇ ਹੈਗੇ ਹੋ? ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੋਨੋਂ ਕੁੱਜੀਆਂ ਦੇ ਉੱਤੇ ਇੱਕਸਾਰ ਇੱਕ ਨਾਲ ਹੱਥ ਰੱਖ ਦਿੱਤੇ, ਯਾਨੀ ਨਾ ਕੋ ਬੈਰੀ ਨਾ ਹੈ ਬੇਗਾਨਾ, ਮੈਂ ਕਿਸੇ ਦੇ ਨਾਲ ਮੇਰੀ ਕੋਈ ਅਦਾਵਤ ਨਹੀਂ ਹੈ। ਉਹਨਾਂ ਨੇ ਤੇ ਕਿਹਾ ਇਨਸਾਨੀਅਤ ਦੇ ਨਾਤੇ ਉੱਤੇ ਜਿਹੜਾ ਉਸ ਨਾਲ ਜੁੜੇਗਾ ਉਹ ਮੈਂ ਉਸ ਦੇ ਨਾਲ ਹੈਗਾ। ਹੁਣ ਇਸ ਨੂੰ ਗੁਰੂ ਸਾਹਿਬ ਨੇ ਜਿਹੜੀ ਫਿਰ ਗੱਲ ਕਹੀ, ਅੱਗੇ ਜਾ ਕੇ ਧਰਮ ਚਲਾਵਨ ਸੰਤ ਉਬਾਰਨ। ਜਦੋਂ 9 ਸਾਲ ਦੀ ਅਵਸਥਾ ਹੈ, ਕੇਵਲ 9 ਸਾਲ ਦੀ, ਮਗਰ ਉੱਥੇ ਪਟਨਾ ਸਾਹਿਬ ਦੇ ਵਿੱਚ ਵੀ ਉਹਨਾਂ ਦੇ ਸ਼ਰਧਾਲੂ ਜਿਹੜੇ ਹਨ ਉਹ ਪੰਡਿਤ ਸ਼ਿਵਦੱਤ ਬਣਿਆ। ਹੁਣ ਪੰਡਿਤ ਸ਼ਿਵਦੱਤ ਜਿਹੜਾ ਹੈ ਉਹ ਦੇਖ ਰਿਹਾ ਹੈ, ਕਹਿਣ ਲੱਗਾ ਕਿ ਮੈਂ ਰਾਮ ਦਾ ਉਪਾਸ਼ਕ ਹਾਂ, ਮੈਨੂੰ ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਰਾਮ ਦੇ ਰੂਪ ਵਿੱਚ ਦਰਸ਼ਨ ਦੇਣ
ਤਾਂ ਮੇਰੀ ਨਿਸ਼ਾ ਹੋਏਗੀ, ਤਾਂ ਮੇਰੀ ਤਸੱਲੀ ਹੋਏਗੀ। ਉਹ ਬੱਚਿਆਂ ਨਾਲ ਖੇਡਦੇ ਹੋਏ ਉਸ ਗੰਗਾ ਦੇ ਉਸ ਥਾਂ ਤੇ ਗਏ ਜਿੱਥੇ ਪੰਡਿਤ ਸ਼ਿਵਦੱਤ ਦਾ ਉਹ ਜਗ੍ਹਾ ਸੀ। ਅੱਜ ਵੀ ਉਹ ਥਾਂ ਹੈਗੀ ਹੈ। ਗੁਰੂ ਸਾਹਿਬ ਨੇ ਉਹ ਸਮਾਧੀ ਵਿੱਚ ਲੀਨ ਸੀ, ਤਾਂ ਉਹਨਾਂ ਨੇ ਜਾ ਕੇ ਕਿਹਾ, ਪੰਡਿਤ ਜੀ ਝਾਤ। ਉਹ ਥੋੜਾ ਗੁੱਸੇ ਵਿੱਚ ਆਇਆ ਕਿ ਮੇਰੀ ਸਮਾਧੀ ਕਿਨੇ ਤੋੜੀ ਹੈ। ਪਰ ਜਦੋਂ ਉਸਨੇ ਸਾਹਮਣੇ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਬਾਲ ਰੂਪ ਵਿੱਚ 6-7 ਸਾਲ ਦੇ, ਉਹਨਾਂ ਨੇ ਤੀਰ ਕਮਾਨ ਪਾਏ ਹੋਏ, ਉਹਨਾਂ ਦੇ ਕਲਗੀ ਲੱਗੀ ਹੋਈ ਔਰ ਸ਼ਸਤਰ ਨਾਲ ਹੈ, ਅਸਤਰ ਸ਼ਸਤਰ ਨਾਲ ਹੈ, ਉਹ ਦੇਖ ਕੇ ਪੁਕਾਰ ਉੱਠਿਆ ਕਿ ਮੇਰਾ ਰਾਮ ਮੈਨੂੰ ਮਿਲ ਗਿਆ ਹੈ, ਮੇਰਾ ਰਾਮ ਆ ਗਿਆ ਹੈ। ਦੂਸਰੇ ਪਾਸੇ ਕਰੀਮ ਬਖਸ਼ ਰਹੀਮ ਬਖਸ਼ਨ, ਜਿਨ੍ਹਾਂ ਦਾ ਉੱਥੇ ਬਾਗ ਹੈ, ਉੱਥੋਂ ਦੇ ਬਹੁਤ ਵੱਡਾ ਉਹਨਾਂ ਦਾ ਬਾਗ ਹੈ, ਉਹਨਾਂ ਨੇ ਕਹਿ ਦਿੱਤਾ ਇਹ ਗੁਰੂ ਦਾ ਬਾਗ ਹੈ, ਇਹ ਗੁਰੂ ਦਾ ਬਾਗ ਹੈ। ਸੋ ਉਹ ਕੋਈ ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ ਜਿਹਦੇ ਚ ਬੇਕੀਨਾ ਨਹੀਂ ਹੈ। ਜਾਂ ਤੇ ਛੂਟ ਗਿਓ ਭ੍ਰਮ ਉਰਕਾ, ਤਿਸ ਆਗੇ ਹਿੰਦੂ ਕਿਆ ਤੁਰਕਾ। ਜਿਹਦੇ ਅੰਦਰ ਅਗਰ ਇਹ ਭਾਵਨਾ ਆ ਗਈ ਤਾਂ ਉਹਦੇ ਅੱਗੇ ਫਿਰ ਕੋਈ ਰਹਿ ਨਹੀਂ ਗਈ। ਮਗਰ ਇਤਨਾ ਹੀ ਨਹੀਂ, ਉਹਨਾਂ ਨੇ ਇੱਕ ਇਲਾਕੇ ਦੀ ਗੱਲ ਨਹੀਂ ਕੀਤੀ, ਉਹਨਾਂ ਦਾ ਸਪੈਕਟਰਮ, ਉਹਨਾਂ ਦੀ ਕੈਨਵਸ, ਉਹਨਾਂ ਦੀ ਕਿਤਨੀ ਵੱਡੀ ਹੈ, ਉਹ ਆਪਣੀ ਬਾਣੀ ਦੇ ਵਿੱਚ ਖੁਦ ਦਰਜ ਕਰਦੇ ਹਨ। ਬੰਗ ਕੇ ਬੰਗਾਲੀ, ਫਿਰ ਹੰਗ ਕੇ ਫਿਰੰਗਾ ਵਾਲੀ। ਮਤਲਬ ਕਿੱਥੇ ਫਿਰੰਗੀਆਂ ਦੀ ਗੱਲ ਵੀ ਕਰ ਰਹੇ ਹਨ, ਫਰਾਂਸ ਦੀ ਗੱਲ ਵੀ ਕਰ ਰਹੇ ਹਨ। ਫਰਾਂਸ ਕੇ ਫਰਾਂਸੀਸੀ ਤੇਰੀ ਆਗਿਆ में चलत है। ਉਹ ਕਹਿੰਦੇ ਬੰਗ ਕੇ ਬੰਗਾਲੀ, ਫਿਰੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ, तेरी आज्ञा में चलत है। रो के रोहेले, माघ देश के मघेले वीर, बंगसी बुंदेले, पाप पुंज को मलत है। गोखा गुन गावे, चीन मचीन के शीस न्यावे, तिब्बती त्याए दोख दे के दलत है। जिन्हें तोहे त्यायो, ये शर्त है, जिन्हें तोहे त्यायो, जिन्हें तेरी इबादत की, जिसने एक रब दी इबादत की, जिन्हें तोहे त्यायो, तिन्हें पूर्ण प्रताप पायो। ਉਹਦੇ ਅੰਦਰ ਉਹ ਨੂਰ ਪ੍ਰਗਟ ਹੋਏਗਾ, ਉਹਦੇ ਅੰਦਰ ਸਭ ਕੁਝ ਆਏਗਾ। ਔਰ ਫਿਰ ਹੋਏਗਾ ਕਿ ਸਰਬ ਤਨ ਤਾਮ ਫਲ ਫੂਲ ਸੋ ਫਲਤ ਹੈ। ਸ਼ਰਤ ਇੱਕ ਹੈ ਕਿ ਉਹ ਉਸਦੇ ਅੰਦਰ ਉਹ ਚੀਜ਼ ਪੈਦਾ ਹੋ ਜਾਏ। ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ, ਜਿਹੜਾ ਗੁਰੂ ਸਾਹਿਬ ਦਾ ਮਕਸਦ ਕੀ ਸੀਗਾ, ਮਕਸਦ ਕੀ ਹੈ, ਉਹ ਕਿਉਂ ਆਏ ਹੈ ਔਰ ਕਿਵੇਂ ਕਰ ਰਹੇ। ਫਿਜ਼ਿਕਸ ਦਾ ਇੱਕ ਬੜਾ ਛੋਟਾ ਜਿਹਾ ਫਾਰਮੂਲਾ ਹੈ, ਬਹੁਤ ਛੋਟਾ ਜਿਹਾ ਫਾਰਮੂਲਾ ਹੈ, ਜਿਹੜਾ ਹਰ ਕੋਈ ਸਕੂਲ ਵਿੱਚ ਜਾਣ ਵਾਲੇ ਬੱਚੇ ਵੀ ਉਸ ਨੂੰ ਪੜ੍ਹਦੇ ਆ। ਉਹ ਹੈਗਾ ਵਰਕ ਇਜ਼ ਇਕੁਅਲ ਟੂ ਫੋਰਸ ਇਨਟੂ ਡਿਸਪਲੇਸਮੈਂਟ। ਜਿਹੜਾ ਵਰਕ ਹੈ ਉਸ ਨੂੰ ਮਿਣਿਆ ਜਾਂਦਾ ਹੈ ਫੋਰਸ ਨੂੰ ਜ਼ਰਬ ਦਈਏ ਡਿਸਪਲੇਸਮੈਂਟ ਦੇ ਨਾਲ। ਹੁਣ ਜੇਕਰ ਫੋਰਸ 1000 ਟਨ ਦੀ ਲਾ ਦਿੱਤੀ ਜਾਏ, 1000 ਟਨ ਦੀ ਫੋਰਸ ਲੱਗ ਜਾਏ, ਤੇ ਅਗਰ ਡਿਸਪਲੇਸਮੈਂਟ ਜ਼ੀਰੋ ਹੈ, ਉਹ ਸਿਫਰ ਹੈ, ਫਿਰ ਉਹਦੇ ਨਾਲ ਜ਼ਰਬ ਦੇ ਕੇ ਵਰਕ ਜਿਹੜਾ ਹੈ, ਜਿਹੜਾ ਕੰਮ ਹੈ, ਉਹ ਸਿਫਰ ਹੋ ਜਾਏਗਾ, ਕੋਈ ਰਿਜ਼ਲਟ ਨਹੀਂ ਹੋਇਆ। ਬਸ ਇਹੀ ਗੱਲ ਸੀਗੀ। ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੇ ਸਮਝਾਇਆ। ਉਹਨਾਂ ਨੇ ਕਿਹਾ ਕਿ ਕੇਵਲ ਕਰਮ ਕਾਂਡ ਕਰੀ ਜਾਣਾ, ਕੇਵਲ ਕੋਈ ਰਿਚੁਅਲਸ ਕਰੀ ਜਾਣ ਦੇ ਨਾਲ ਕੁਝ ਨਹੀਂ ਹੋਏਗਾ। ਜਿਤਨੀ ਦੇਰ ਤੱਕ ਉਸ ਇਬਾਦਤ ਦਾ, ਉਸ ਭਗਤੀ ਦਾ, ਉਸ ਤੁਹਾਡੇ ਸਿਮਰਨ ਦਾ, ਅਗਰ ਉਹਦੇ ਨਾਲ ਤੁਹਾਡੀ ਰੂਹ ਦੀ ਡਿਸਪਲੇਸਮੈਂਟ, ਉਹਦਾ ਸਫ਼ਰ ਉਸ ਰੱਬ ਵੱਲ ਨਹੀਂ ਹੋਇਆ, ਅਗਰ ਉਹ ਨਹੀਂ ਹੋਏਗਾ, ਤੁਹਾਡੀ ਸਾਰੀ ਜਿਹੜੀ ਹੈ ਉਹ ਬੇਕਾਰ ਹੋ ਜਾਏਗੀ। ਉਹਨਾਂ ਨੇ ਕਿਹਾ ਕੂਰ क्रिया ਉਰਛਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਮੁੱਦਾ ਇਹ ਹੈ ਕਿ ਤੁਹਾਡੀ ਡਿਸਪਲੇਸਮੈਂਟ, ਤੁਹਾਡਾ ਸਫ਼ਰ, ਉਹ ਤੁਹਾਡਾ ਉਸ ਰੂਹਾਨੀਅਤ ਵੱਲ, ਉਸ ਖੁਦਾਵੰਦ ਕਰੀਮ ਵੱਲ, ਉਸ ਪਰਮਾਤਮਾ ਵੱਲ ਹੈ ਕਿ ਨਹੀਂ ਹੈ। ਔਰ ਗੁਰਮਤ ਦਾ ਮਕਸਦ ਖੁਦਾ ਨੂੰ ਪਾ ਜਾਣਾ, ਰੱਬ ਨੂੰ ਪਾਣਾ ਨਹੀਂ ਹੈ, ਰੱਬ ਵਿੱਚ ਸਮਾ ਜਾਣਾ ਹੈ, ਆਪਣੀ ਹੋਂਦ ਖਤਮ ਕਰ ਦੇਣੀ, ਫਨਾ ਫੀ ਅੱਲਾ। ਔਰ ਉਹ ਜਿਹੜੇ ਕਰਮ ਕਾਂਡ ਹਨ, ਉਹਨਾਂ ਵੱਲ ਅਗਰ ਦੇਖੀਏ, ਇੱਕ ਗੱਲ ਹੋਰ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਉਹ ਇੱਕ ਸਮੇਂ ਦੇ ਗੁਰੂ ਨਹੀਂ ਹਨ, ਉਸ ਵਕਤ ਦੇ ਨਹੀਂ ਹਨ। ਆਉਣ ਵਾਲੀਆਂ ਨਸਲਾਂ, ਆਉਣ ਵਾਲਾ ਸਮਾਂ ਉਹ ਵੀ ਦੇਖੇਗਾ। ਜਿਵੇਂ ਗੁਰੂ ਗੋਬਿੰਦ ਸਿੰਘ ਅੱਜ ਸਾਰੀ ਦੁਨੀਆ ਕਹਿੰਦੀ ਸੀ ਕਿ ਲਿਟਰੇਚਰ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਮਰਦ ਹੈ, ਔਰਤ ਹੈ, ਮੇਲ ਹੈ, ਫੀਮੇਲ ਹੈ। ਇਸ ਨੂੰ ਸੈਕਸ ਕਹਿ ਦਿੱਤਾ, ਇਹ ਸੈਕਸ ਨਹੀਂ ਹੈ, ਜੈਂਡਰ ਹੈ। ਇਹ ਜੈਂਡਰ ਸੀ ਜਿਹਨੂੰ ਸੈਕਸ ਕਹਿ ਦਿੱਤਾ, ਪਰ ਹੈ ਮੇਲ ਔਰ ਫੀਮੇਲ, ਇਹ ਜੈਂਡਰ ਸਨ। ਦੋਨਾਂ ਦਾ ਜ਼ਿਕਰ ਕੀਤਾ, ਮਰਦ ਔਰ ਔਰਤ ਦਾ ਜ਼ਿਕਰ ਕੀਤਾ। ਮਗਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਜਿਹੜਾ ਹੈਗਾ
ਉਹਨਾਂ ਨੇ ਇੱਕ ਤੀਸਰੇ ਜੈਂਡਰ ਦਾ ਵੀ ਜ਼ਿਕਰ ਕੀਤਾ। ਨਰ ਨਾਰ ਨਪੁੰਸਕ ਜਾਹੇ ਕੀਏ, ਜਿਸ ਪਰਮਾਤਮਾ ਨੇ ਨਰ ਨਾਰ ਤੇ ਇਹ ਨਪੁੰਸਕ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦਾ ਵੀ ਜ਼ਿਕਰ ਉਹਨਾਂ ਨੇ ਕੀਤਾ। ਇਹ ਸਭ ਵੀ ਉਸ ਰੱਬ ਦੇ ਬਣਾਏ ਹੋਏ ਹਨ। ਔਰ ਬਲਕਿ ਉਹਨਾਂ ਨੇ ਇਹ ਚੀਜ਼ ਕਹੀ ਕਿ ਜਿਹੜਾ ਅਗਰ ਉਹ ਅਸਲੀ ਮਰਦ ਉਹ ਨਹੀਂ ਹੈ ਜਿਹੜਾ ਆਪਣੇ ਆਪ ਨੂੰ ਮਰਦ ਸਮਝ ਰਿਹਾ, ਬਲਕਿ ਜੇ ਉਹਦਾ ਖੁਦਾ ਵੱਲ ਰੱਬ ਵੱਲ ਉਹਦਾ ਸਫ਼ਰ ਨਹੀਂ ਹੈ, ਅਸਲ ਵਿੱਚ ਉਹ ਨਪੁੰਸਕ ਉਹ ਹੈ। ਉਹਨਾਂ ਨੇ ਕਿਹਾ, ਗੁਰਬਾਣੀ ਨੂੰ ਉਹਨਾਂ ਨੇ ਕੋਟ ਕੀਤਾ। ਤੋ ਇਹ ਜਿਹੜੇ ਕਰਮ ਕਾਂਡ ਸੀ, ਗੁਰੂ ਸਾਹਿਬ ਦਾ ਇੱਕ ਸ਼ਬਦ ਹੈ ਉਹ ਬੜਾ ਪਿਆਰਾ ਹੈਗਾ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪਤ ਗਵਾਈ। ਗੰਦਮੰਦ ਖਾਣ ਦੇ ਨਾਲ ਰੱਬ ਨਹੀਂ ਮਿਲ ਸਕਦਾ। ਕਈ ਹੈ ਐਸੇ ਫਿਰਕੇ ਵੀ ਹੈ ਜਿਹੜੇ ਅਗੌਰੀ ਦੂਜੇ ਤੀਜੇ ਗੰਦ ਖਾਂਦੇ ਹਨ, ਕੋਈ ਗੁਫਾ ਦੇ ਵਿੱਚ ਹੀ ਰਹਿੰਦੇ ਹਨ, ਕੋਈ ਨੰਗੇ ਪੈਰੀ ਟੁਰਦੇ ਹਨ, ਕੋਈ ਬਿਲਕੁਲ ਬੋਲਦੇ ਨਹੀਂ ਹਨ। ਉਹਨਾਂ ਨੇ ਕਿਹਾ, ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਾਰੇ ਨੂੰ ਜ਼ਿਕਰ ਕੀਤਾ, ਜਿਹਦੀ ਗੱਲ ਕੀਤੀ ਕਿ ਉਹ ਰੱਬ ਨੂੰ ਪਾਉਣ ਲਈ ਇਹ ਕਰਮ ਕਾਂਡ, ਇਹ ਤੁਹਾਡਾ ਸਫਰ ਜ਼ੀਰੋ ਹੈ, ਇਸ ਕਰਕੇ ਵਰਕ ਵਿਲ ਬੀ ਜ਼ੀਰੋ। ਉਹਨਾਂ ਨੇ ਕਿਹੜੀ ਗੱਲ ਕਹੀ? ਕਹਿੰਦੇ ਖੂਕ ਮਲ ਹਾਰੀ। ਜੇਕਰ ਅਗਰ ਗੰਦ ਖਾਣ ਦੇ ਨਾਲ ਹੋਏਗਾ ਤਾਂ ਫਿਰ ਖੰਜੀਰ ਜਿਹੜਾ ਹੈ ਉਹ ਪਹਿਲੇ ਹੀ ਰੱਬ ਨੂੰ ਪਾ ਲਏਗਾ। ਖੂਕ ਮਲ ਹਾਰੀ ਗਜ ਗਧਾ ਵਿਭੂਤ ਧਾਰੀ। ਜੇ ਵਿਭੂਤੀ ਲਗਾਉਣ ਦੇ ਨਾਲ ਅਗਰ ਰੱਬ ਮਿਲ ਜਾਂਦਾ ਫਿਰ ਹਾਥੀ ਤੇ ਗਧਾ ਉਹ ਪਹਿਲਾਂ ਪਹੁੰਚੇਗਾ। ਗਿੱਧੂਆ ਮਸਾਨ ਬਾਸ ਕਰਿਓ ਹੀ ਕਰਤ ਹੈ। ਕਈ ਮਸਾਣਾ ਦੇ ਵਿੱਚ ਰਹਿਣ ਕਰਕੇ ਹੋਏਗਾ, ਫਿਰ ਗਿੱਧ ਤਾਂ ਰਹਿੰਦੇ ਹੀ ਉੱਥੇ ਹਨ। ਘੁੱਗੂ ਮੱਟ ਬਾਸੀ, ਜਿਹੜੇ ਘੁੱਗੂ ਮਟਾਂ ਦੇ ਵਿੱਚ ਰਹਿਣ ਵਾਲੇ ਅੰਦਰ ਵੜ ਕੇ ਉਹਨਾਂ ਨੇ ਕਿਹਾ ਸੰਸਾਰ ਦੇ ਵਿੱਚ ਬਾਹਰ ਆਓ, ਲੋੜ ਤੁਹਾਨੂੰ ਬਾਹਰ ਹੈ, ਖਲਕਤ ਦੇ ਵਿੱਚ ਤੁਹਾਡੀ ਲੋੜ ਹੈ, ਤੁਸੀਂ ਅੰਦਰ ਵੜ ਕੇ ਬਹਿ ਗਏ। ਤੇ ਜੇਕਰ ਕਹਿੰਦੇ ਲਗੇ ਡੋਲਤ ਉਦਾਸੀ ਮ੍ਰਿਗ, ਅਤੇ ਜੀ ਇਹ ਬਿਲਕੁਲ ਸਿਰ ਸੁੱਟ ਕੇ ਬੈਠਾ ਹੈ, ਉਹ ਕਹਿੰਦੇ ਫਿਰ ਹਿਰਨ ਵੀ ਜਿਹੜਾ ਉਹ ਸਿਰ ਸੁੱਟ ਕੇ ਬਹਿ ਜਾਂਦਾ। ਤੇ ਜੇ ਚੁੱਪ ਰਹਿਣ ਦੇ ਨਾਲ ਹੋ ਜਾਏ, ਤਰਵਰ ਸਦੀਵ ਮੌਨ ਸਾਧਾ ਹੀ ਮਰਤ ਹੈ। ਦਰਖਤ ਜਿਹੜੇ ਹਨ ਉਹ ਸੈਂਕੜੇ ਸਾਲ ਚੁੱਪ ਰਹਿ ਕੇ ਆਪਣਾ ਸਮਾਂ ਕੱਢ ਜਾਂਦੇ ਹਨ। ਜੇਕਰ ਹਿਜੜੇ ਨੂੰ ਅਗਰ ਉਹ ਆਪਣਾ ਬਿੰਦ ਸਾਧਣ ਦੇ ਨਾਲ ਕਿ ਮੈਂ ਸਾਰੀ ਉਮਰ ਬ੍ਰਹਮਚਾਰੀ ਰਹਿ ਜਾਣਾ, ਅਗਰ ਉਹਦੇ ਨਾਲ ਹੀ ਅਗਰ ਰੱਬ ਮਿਲ ਜਾਏ, ਉਹ ਕਹਿੰਦੇ ਵਿੰਦ ਕੇ ਸਧਈਆ ਤਾਂ ਹੀਜ ਕੀ ਬਡਈਆ ਦੇਤ, ਤਾਂ ਤੇ ਫਿਰ ਹਿਜੜੇ ਜਿਹੜੇ ਹਨ ਉਹ ਨਪੁੰਸਕ ਉਹ ਪਹਿਲਾਂ ਰੱਬ ਨੂੰ ਪ੍ਰਾਪਤ ਕਰਨਗੇ। ਬੰਦਰਾ ਸਦੀਪ ਪਾਏ ਨਾਂਗੇ ਹੀ ਫਿਰਤ ਹੈ, ਨੰਗੇ ਪੈਰੀ ਹੋਏ ਤੇ ਉਹਦੇ ਨਾਲ ਤੇ ਫਿਰ ਬਾਂਦਰ ਪਹਿਲਾਂ ਪਹੁੰਚਣਗੇ। ਉਹਨਾਂ ਨੇ ਕਿਹਾ ਅਖੀਰ ਦੇ ਵਿੱਚ ਜਿਹੜਾ ਇੱਕ ਗੱਲ ਕੀਤੀ ਔਰ ਇਹਨੂੰ ਅਜਮਾ ਕੇ ਦੇਖਿਆ ਜਾਏ ਇਹ ਬਿਲਕੁਲ ਸਹੀ ਹੈ। ਉਹਨਾਂ ਨੇ ਕਿਹਾ ਜਿੰਨੇ ਕਰਮ ਕਾਂਡ ਵਾਲੇ ਹਨ, ਜਿੰਨੇ ਕਰਮ ਕਾਂਡ ਇਸ ਤਰ੍ਹਾਂ ਦੇ ਕਰਦੇ ਹਨ, ਅਸਲ ਵਿੱਚ ਅੰਗਨਾ ਅਧੀਨ, ਇਹ ਸਾਰੇ ਆਪਣੇ ਅੰਗਾਂ ਦੇ ਅਧੀਨ ਹਨ, ਆਪਣੇ ਸਰੀਰ ਦੇ ਅਧੀਨ ਹਨ। ਇਹਨਾਂ ਦਾ ਮਨ, ਇਹਨਾਂ ਦਾ ਸਰੀਰ ਇਹਨਾਂ ਦੇ ਮਨ ਦੇ ਅਧੀਨ ਨਹੀਂ ਹੈ, ਬਲਕਿ ਇਹਨਾਂ ਦਾ ਮਨ ਇਹਨਾਂ ਦੇ ਸਰੀਰ ਦੇ ਅਧੀਨ ਹੈ। ਉਹ ਕਹਿੰਦੇ ਨੇ ਅੰਗਨਾ ਅਧੀਨ। ਮਗਰ ਇਹ ਦੋ ਚੀਜ਼ਾਂ ਵਿੱਚ ਬਹੁਤ ਐਕਸਪਰਟ ਹੋਣਗੇ। ਜੇ ਤੁਸੀਂ ਇਹਨਾਂ ਨੂੰ ਛੇੜ ਕੇ ਦੇਖ ਲਓ, ਕਾਮ ਕ੍ਰੋਧ ਮੈਂ ਪ੍ਰਵੀਨ, ਇਹ ਦੋ ਚੀਜ਼ਾਂ ਦੇ ਵਿੱਚ, ਕਾਮ ਵਿੱਚ ਔਰ ਕ੍ਰੋਧ ਵਿੱਚ ਇਹ ਪ੍ਰਵੀਨਤਾ ਹਾਸਲ ਕਰਨਗੇ, ਐਕਸਪਰਟ ਹੋਣਗੇ। ਮਗਰ ਗੁਰੂ ਸਾਹਿਬ ਨੇ ਅਖੀਰ ਦੇ ਵਿੱਚ ਕਹੀ ਜਿਹੜੀ ਗੱਲ ਉਹ ਹਰ ਕਿਸੇ ਲਈ ਹੈ। ਉਹ ਕਹਿੰਦੇ ਏਕ ਗਿਆਨ ਕੇ ਵਿਹੀਨ ਛੀਨ ਕੈਸੇ ਕਹਿ ਤਰਤ ਹੈ। ਉਸ ਰੱਬ ਦੇ, ਉਸ ਕਰਤਾ ਪੁਰਖ ਦੇ, ਉਹਦੇ ਸਹੀ ਗਿਆਨ ਦੇ ਬਗੈਰ ਇਸ ਸੰਸਾਰ ਨੂੰ ਕਿੱਦਾਂ ਪਾਰ ਉਤਰੋਗੇ। ਜਿਹਨੂੰ ਕਿਹਾ ਗਿਆ ਕਿ ਬੇਅਮਲ ਆਲਮ ਤੇ ਬੇਇਲਮ ਆਬਿਦ, ਇਹ ਦੋਨੋਂ ਬੜੇ ਖਤਰਨਾਕ ਹਨ। ਇਹ ਲੋੜ ਹੈ ਇਹਨਾਂ ਦੋਨਾਂ ਨੂੰ ਆਪਸ ਦੇ ਵਿੱਚ ਸਾਧ ਕੇ ਉਸ ਨੂੰ ਕਰਨ ਦੀ। ਤੋ ਇਹ ਗੁਰੂ ਸਾਹਿਬ ਜਦੋਂ ਫਿਰ ਆਏ ਹਨ ਤੇ ਉਹਨਾਂ ਦੇ ਬਾਰੇ ਜਦੋਂ ਉੱਥੇ ਦੇਖਿਆ ਹੈ ਤਾਂ ਭਾਈ ਨੰਦ ਲਾਲ ਜੀ ਉਹਨਾਂ ਦੇ ਬਹੁਤ ਕਰੀਬੀ ਹਨ, ਜਿਹਨੇ ਉਹਨਾਂ ਦੇ ਸ਼ਾਇਰ ਵੀ, ਕਿਉਂਕਿ ਗੁਰੂ ਸਾਹਿਬ ਨੇ ਜਿਵੇਂ ਕਲਮ ਦੀ ਗੱਲ ਕੀਤੀ ਹੈ, ਉਹਨਾਂ ਦੇ ਕੋਲ 52 ਕਵੀ ਵੀ ਸਨ, 52 ਸ਼ਾਇਰ ਸਨ, ਜਿਨ੍ਹਾਂ 'ਚ ਹਿੰਦੂ ਵੀ ਸਨ, ਮੁਸਲਮਾਨ ਵੀ ਸਨ। ਉਹਨਾਂ ਕੋਲ ਕਈ ਸ਼ਾਇਰ ਹੈ ਜਿਨ੍ਹਾਂ ਕੋਲ ਭਾਈ ਨੰਦ ਲਾਲ ਜੀ ਵੀ ਹਨ, ਜਿਹੜੇ ਫਾਰਸੀ ਦੇ ਬਹੁਤ ਆਲਮ ਫਾਜ਼ਲ ਹਨ। ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੈਂ ਸ਼ਬਦ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਉਹਨਾਂ ਦੇ ਦਰਬਾਰ ਦੇ, ਉਹਨਾਂ ਦੇ ਕੋਲੋਂ ਲੈ ਕੇ, ਉਹਨਾਂ ਦੀ ਸਿੱਖਿਆ ਲੈ ਕੇ ਉਹ ਜਿਹੜਾ ਸੁਨੇਹਾ ਦੇ ਰਹੇ ਹਨ, ਉਹ ਕਹਿੰਦੇ ਨੇ ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੈਂ ਸ਼ਬਦ, ਰੰਗ ਹਾਏ ਮੁਖਤਲਿਫ ਦਾਰਦ ਪੁਤੇ ਯਾਰੇ ਮਾਂ।
ਮੇਰਾ ਯਾਰ ਕਿੰਨਾ ਸੋਹਣਾ ਹੈ, ਕਿੰਨਾ ਸਿਆਣਾ ਹੈ, ਉਹਨੇ ਕਿੰਨੇ ਵੱਖ-ਵੱਖ ਮੂਰਤਾਂ ਬਣਾ ਦਿੱਤੀਆਂ ਹਨ, ਕਿੰਨਾ ਕੁਝ ਉਹਨੇ ਕ੍ਰੀਏਟ ਕਰ ਦਿੱਤਾ ਹੈ, ਮਗਰ ਉਹ ਸਾਰੇ ਦਾ ਸਾਰਾ ਉਸ ਇੱਕ ਰੱਬ ਦੇ ਨਾਲ ਉਹ ਜੋੜ ਰਹੇ ਹਨ। ਗੁਰੂ ਸਾਹਿਬ ਨੇ ਇਸ ਧਰਤੀ ਦੇ ਉੱਤੇ ਆ ਕੇ ਫਿਰ ਉਸ ਦੇ ਬਾਅਦ ਉਹਨਾਂ ਦਾ ਵਾਸਤਾ ਆਮ ਲੋਕਾਂ ਨਾਲ ਵੀ ਪਿਆ ਔਰ ਬਾਦਸ਼ਾਹਾਂ ਨਾਲ ਵੀ ਪਿਆ, ਹਕੂਮਤਾਂ ਨਾਲ ਵੀ ਪਿਆ। ਸਭ ਤੋਂ ਪਹਿਲੇ ਜਿਹੜਾ ਉਹਨਾਂ ਦਾ ਵਾਸਤਾ ਪਿਆ, ਜਿਸ ਮਕਸਦ ਲਈ ਆਏ, ਉਹ ਕਿਤਨਾ ਕਮਾਲ ਦਾ ਹੈ। 9 ਸਾਲ ਦੀ ਉਮਰ ਹੈ, 9 ਸਾਲ ਦੀ ਅਵਸਥਾ ਹੈ, ਔਰ ਉਸ ਵੇਲੇ ਕਸ਼ਮੀਰ ਦੇ ਪੰਡਤ, ਕਸ਼ਮੀਰੀ ਬ੍ਰਾਹਮਣ ਆਏ ਹਨ ਕਿ ਸਾਡੇ ਧਰਮ ਨੂੰ ਖਤਰਾ ਹੈ, ਸਾਡੇ ਜਨੇਊ ਨੂੰ ਖਤਰਾ ਹੈ। ਗੁਰੂ ਤੇਗ ਬਹਾਦਰ ਜੀ ਨੇ, ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਹਨ, ਆਪਣੇ ਪਿਤਾ ਗੁਰੂ ਨੂੰ ਪੁੱਛਿਆ ਕਿ ਇਹ ਕਿਉਂ ਚਿੰਤਤ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਦਾ ਦੁੱਖ ਦੂਰ ਹੋ ਸਕਦਾ ਹੈ ਜੇ ਕੋਈ ਮਹਾਪੁਰਸ਼ ਆਪਣੀ ਕੁਰਬਾਨੀ ਦੇਵੇ, ਉਸ ਦੀ ਲੋੜ ਹੈ। ਤਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਤੁਹਾਡੇ ਤੋਂ ਵੱਡਾ ਮਹਾਪੁਰਸ਼ ਕਿਹੜਾ ਹੋਏਗਾ। 9 ਸਾਲ ਦੀ ਅਵਸਥਾ ਦੇ ਵਿੱਚ ਪਿਤਾ ਗੁਰੂ ਨੂੰ ਸ਼ਹੀਦ ਕਰਵਾਇਆ, ਉਹ ਸ਼ਹੀਦ ਹੋਏ, ਉਹਨਾਂ ਨੇ ਜਾ ਕੇ ਕੁਰਬਾਨੀ ਦਿੱਤੀ। ਦੂਸਰਾ ਗੱਲ ਇਹਦੇ ਨਾਲ ਜੁੜਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ 9 ਸਾਲ ਦੀ ਉਮਰ ਦੇ ਵਿੱਚ ਗੁਰਿਆਈ ਮਿਲੀ ਹੈ, ਗੁਰਗੱਦੀ 9 ਸਾਲ ਦੀ ਅਵਸਥਾ 'ਚ ਹੋਈ ਹੈ। ਔਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਖਾਲਸਾ ਸਾਜਿਆ, ਉਹਦੀ ਉਮਰ ਵੀ ਜਦੋਂ 9 ਸਾਲ ਦੀ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਸੰਸਾਰ ਤੋਂ ਕੂਚ ਕਰ ਗਏ, ਜੋਤੀ ਜੋਤ ਸਮਾ ਗਏ ਹਨ। ਕਿਤਨੀ ਵੱਡੀ ਜ਼ਿੰਮੇਵਾਰੀ ਦੇ ਗਏ। ਔਰ ਇਹਦਾ ਮਕਸਦ ਇਹ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਸਨ ਤਾਂ ਉਸ ਵੇਲੇ ਵੀ ਖਲਕਤ ਔਰ ਸਿੱਖ ਸੋਚ ਪੁੱਛਦੇ ਸਨ, ਸਵਾਲ ਕਰਦੇ ਸਨ, ਹੁਣ ਕੀ ਬਣੇਗਾ, ਹੁਣ ਕੀ ਹੋਏਗਾ। ਜਦੋਂ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਹਨ, ਗੁਰੂ ਤੇਗ ਬਹਾਦਰ ਜੀ ਚਲੇ ਗਏ, ਫਿਰ ਵੀ ਪੁੱਛਿਆ ਸੀ ਹੁਣ ਕੀ ਬਣੇਗਾ, ਹੁਣ ਕੀ ਹੋਏਗਾ। ਔਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਲੇ ਗਏ, ਫਿਰ ਪੁੱਛਦੇ ਸਨ ਹੁਣ ਕੀ ਬਣੇਗਾ। ਮੈਨੂੰ ਲੱਗਦਾ ਹੈ ਇਹ ਸਵਾਲ ਅੱਜ ਵੀ ਅਸੀਂ ਕਰਦੇ ਹਾਂ, ਹੁਣ ਕੀ ਬਣੇਗਾ, ਹੁਣ ਕੀ ਹੋਏਗਾ। ਪਰ ਉਹ 9 ਸਾਲ ਦੀ ਅਵਸਥਾ ਵਿੱਚ ਕਰਕੇ ਉਹਨਾਂ ਨੇ ਇਸ ਚੀਜ਼ ਨੂੰ ਦੱਸ ਦਿੱਤਾ ਕਿ ਤੁਹਾਨੂੰ ਅਗਰ ਸਿਦਕ ਔਰ ਭਰੋਸਾ ਜਿਹੜਾ ਹੈ, ਉਮਰ ਨਾਲ ਫਰਕ ਨਹੀਂ ਪੈਂਦਾ। ਇਸੇ ਕਰਕੇ ਛੋਟੇ ਸਾਹਿਬਜ਼ਾਦੇ 5 ਔਰ 7 ਸਾਲ ਦੇ ਹਨ ਔਰ ਛੋਟੀ ਉਮਰ ਹੈ, ਵੱਡੇ ਸਾਹਿਬਜ਼ਾਦੇ 15 ਸਾਲ 16 ਸਾਲ ਦੀ ਉਮਰ ਹੈਗੀ ਹੈ ਔਰ ਉਹ ਸ਼ਹਾਦਤ ਦਿੰਦੇ ਹਨ। ਉਹਨਾਂ ਨੂੰ ਫਿਰ ਅਸੀਂ ਬਾਲ ਦਿਵਸ ਕਰਕੇ ਨਹੀਂ, ਬਾਲ ਕਰਕੇ ਨਹੀਂ, ਉਹਨਾਂ ਨੂੰ ਬਾਬਾ ਕਰਕੇ ਯਾਦ ਕਰਦੇ ਹਾਂ। ਉਮਰ ਕਹਿੰਦਾ ਬਜ਼ੁਰਗੀ ਬਾ ਉਮਰ, ਬਜ਼ੁਰਗੀ ਬਾ ਅਕਲ ਨਾ ਬਾ ਉਮਰ, ਉਮਰ ਨਾਲ ਨਹੀਂ ਹੁੰਦੀ। ਇਹ ਅਵਸਥਾ ਜਿਹੜੀ ਹੈ ਤੁਹਾਡੇ ਆਤਮਾ ਦੀ ਅਵਸਥਾ ਕਿੰਨੀ ਵੱਡੀ ਹੈ। ਇੱਕ ਗੱਲ ਹੋਰ, ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ, ਉਸ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਲਮ ਨਾਲ ਕਰ ਦਿੱਤਾ। ਉਹਨਾਂ ਨੇ ਲਿਖਿਆ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ। ਤਾਂਕਾ ਹੁੰਦਾ ਹੈ ਉਹਨਾਂ ਦਾ, ਇਹਦਾ ਮਤਲਬ ਮੇਰਾ ਨਹੀਂ ਹੈ, ਮੈਂ ਇਸ ਚੀਜ਼ ਚੋਂ ਨਹੀਂ ਮੰਨਦਾ। ਪਰ ਇਹ ਕਿਤਨੀ ਵੱਡੀ ਗੱਲ ਹੈ ਕਿ ਇਨਸਾਨੀਅਤ ਲਈ ਕਿੰਨਾ ਵੱਡਾ ਪੈਗਾਮ ਹੈ। ਆਪਣੇ ਲਈ, ਆਪਣੇ ਮਜ਼ਹਬ ਲਈ, ਆਪਣੇ ਘਰ ਲਈ, ਆਪਣੀ ਉਮਤ ਲਈ, ਆਪਣੇ ਪੈਰੋਕਾਰ ਲਈ, ਆਪਣੇ ਇਲਾਕੇ ਲਈ ਤਾਂ ਕੋਈ ਕੁਰਬਾਨੀ ਕਰ ਸਕਦਾ ਹੈ, ਪਰ ਜੇ ਦੂਸਰੇ ਦੇ ਧਰਮ ਲਈ ਹੋਏ, ਇਹ ਸ਼ਾਇਦ ਲਾ ਮਿਸਾਲ ਹੈ। ਇਸ ਦੀ ਮਿਸਾਲ ਬਹੁਤ ਘੱਟ ਮਿਲੇਗੀ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਫਿਰ ਹੋਈ ਹੈ। ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਹਨ, ਉਹਨਾਂ ਨੇ ਵੀ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਵਿੱਚ ਪੀਰ ਬੁੱਧੂ ਸ਼ਾਹ ਹਨ, ਜਿਨ੍ਹਾਂ ਦੇ 3 ਬੱਚੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਰਫੋਂ ਲੜਦੇ ਹੋਏ ਸ਼ਹੀਦ ਹੋਏ ਹਨ। ਔਰ ਗੁਰੂ ਸਾਹਿਬ ਨੇ ਉਹਨਾਂ ਨੂੰ ਦਿੱਤਾ ਕੀ ਹੈ, ਉਹਨਾਂ ਨੂੰ ਤੋਹਫਾ ਕੀ ਦਿੱਤਾ ਹੈ, ਉਹਨਾਂ ਨੂੰ ਇਵਜ਼ਾਨਾ ਕੀ ਦਿੱਤਾ ਹੈ, ਉਹ ਕੀ ਇਵਜ਼ਾਨਾ ਲਿਆ। ਇਹ ਕਮਾਲ ਦੀ ਗੱਲ ਹੈ। ਪੀਰ ਬੁੱਧੂ ਸ਼ਾਹ ਜੀ ਜਦੋਂ ਉਹਨਾਂ ਨੇ ਕੁਰਬਾਨੀ ਕਰ ਦਿੱਤੀ, ਉਹਨਾਂ ਦੇ ਸਾਥੀਆਂ ਸਮੇਤ ਕੁਰਬਾਨੀ ਹੋਈ ਹੈ, ਤਾਂ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿਣ ਲੱਗੇ ਕਿ ਇਹ ਜਿਹੜੇ ਤੁਸੀਂ ਆਪਣੇ ਕੇਸ ਮੋਏ ਜਿਹੜੇ ਹੁਣੇ ਕੀਤੇ ਹਨ, ਇਹ ਜਿਹੜੇ ਤੁਹਾਡੇ ਕੰਘੇ ਦੇ ਨਾਲ ਲੱਗੇ ਹਨ, ਇਹ ਮੈਨੂੰ ਦੇ ਦਿਓ। ਇਹ ਕੀਮਤ ਮੰਗੀ ਔਰ ਉਹਨਾਂ ਦੇ ਖਾਨਦਾਨ ਦੇ ਕੋਲ ਅੱਜ ਵੀ ਉਹ ਮੋਏ ਮੁਬਾਰਕ ਉਹਨਾਂ ਦੇ ਕੋਲ ਪਏ ਹਨ, ਉਹ ਸਾਂਭੇ ਪਏ ਹਨ। ਇਸ ਤੋਂ ਜ਼ਿਆਦਾ ਹਮਾਨਗੀ ਦੀ ਗੱਲ, ਇਸ ਤੋਂ ਜ਼ਿਆਦਾ ਯਕਜ਼ਹਿਤੀ ਦੀ ਗੱਲ ਹੋਰ ਕਿਹੜੀ ਹੋ ਸਕਦੀ ਹੈ। ਜਿਹੜੇ ਪੀਰ ਬੁੱਧੂ ਸ਼ਾਹ ਉਹਨਾਂ ਨੇ ਜਿਹੜਾ ਉਹ ਲਿਆ ਹੈਗਾ। ਔਰ ਇਸੇ ਗੱਲ ਨੂੰ ਸ਼ਾਇਦ ਭਾਈ ਨੰਦ ਲਾਲ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਹਾਲਾਂ ਉਸ ਵੇਲੇ ਉਹ ਹਕੂਮਤ ਦੀ ਨੌਕਰੀ ਕਰਦੇ ਸਨ, ਬਹਾਦਰ ਸ਼ਾਹ, ਉਹ ਔਰੰਗਜ਼ੇਬ ਦੇ ਸ਼ਹਿਜ਼ਾਦੇ ਬਹਾਦਰ ਸ਼ਾਹ ਦੇ ਪੀਏ ਕਮ ਟੀਚਰ ਰਹੇ। ਔਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ
ਦੇ ਬਾਰੇ ਭਾਈ ਨੰਦ ਲਾਲ ਜ਼ਿਕਰ ਕਰਦੇ ਹਨ ਤਾਂ ਉਹ ਕਹਿੰਦੇ ਹਨ, ਸ਼ਾਹੇ ਸ਼ਹਿਨशाह ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਇਤਨੀ ਉਸਤਤ ਕਰੀ ਜਾਂਦੇ ਹਨ। ਅਖੀਰ ਦੇ ਵਿੱਚ ਜਦੋਂ ਉਹਨਾਂ ਕੋਲੋਂ ਪੁੱਛਿਆ ਜਾਂਦਾ ਹੈ ਕਿ ਨੰਦ ਲਾਲ, ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸ਼ਾਹੇ ਸ਼ਹਿਨशाह ਕਿਵੇਂ ਕਹਿ ਰਿਹਾ? ਉੱਥੇ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚ ਤੇਰੀ ਕੀ ਡਿਊਟੀ ਸੀ? ਉੱਥੇ ਹੋਰ ਮਤਲਬ ਸਨ, ਆਮ ਸਿੱਖ ਸਨ, ਕੋਈ ਘੋੜਿਆਂ ਦੀ ਲਿੱਦ ਸਾਫ਼ ਕਰਦਾ, ਕੋਈ ਬਰਤਨ ਮਾਂਜਦਾ, ਕੋਈ ਲੰਗਰ ਵਿੱਚ ਹੈ, ਕੋਈ ਸਫਾਈ ਕਰਦਾ। ਤੂੰ ਇੰਨਾ ਵੱਡਾ ਆਲਮ ਫਾਜ਼ਲ ਹੈ, ਤੇਰੀ ਕੀ ਡਿਊਟੀ ਸੀ? ਉਹ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਜਿੱਥੇ ਕੁੱਤੇ ਬੰਨੇ ਹੁੰਦੇ ਸੀ, ਮੈਂ ਵੀ ਉਹਨਾਂ ਦੇ ਵਿੱਚ ਬੰਨਿਆ ਹੋਇਆ ਸੀ ਕਿ ਲੋਕਾਂ ਨੂੰ ਆਗਾਹ ਕਰਾਂ, ਖਲਕਤ ਨੂੰ ਖਬਰਦਾਰ ਕਰਾਂ ਕਿ ਇਹ ਕਰੋ ਤੇ ਇਹ ਨਾ ਕਰੋ। ਉਹ ਕਹਿਣ ਲੱਗੇ, ਤੂੰ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦਾ ਕੁੱਤਾ ਕਹਿ ਕੇ ਬਹੁਤ ਵੱਡੀ ਤੋਹੀਨ ਕੀਤੀ ਹੈ, ਕਿਉਂਕਿ ਉਹਨਾਂ ਨੇ ਕਿਹਾ, ਲਾਲ ਸੱਗ ਗੁਲਾਮ ਗੁਰੂ ਗੋਬਿੰਦ ਸਿੰਘ, ਮੈਂ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਕੁੱਤਾ ਕੂਕਰ ਹਾਂ। तो कहने लगे, हाँ मेरे को गलती हो गई। कुत्ते 6 किस्म के होंगे है, कुत्ता बेहतर, बेहतरीन, कमीना, कमतरीन। दरअसल मैं कमतरीने च सगान गुरु गोबिंद सिंह सी, मैनू कुत्ता नहीं सी कहना चाहिए, मैं तो कमतरीने च सगान गुरु गोबिंद सिंह सी। उन्होंने कहन लगे रेजा चीने खान गुरु गोबिंद सिंह, मैं तो गुरु गोबिंद सिंह दे दर दा जूठा खाण वाला, कुत्तियां दा जूठा खाण वाला कुत्ता। इन्नी हलीमी, इन्नी निमरता ਜਿਹੜੀ ਉਹਨਾਂ ਦੇ ਅੰਦਰ ਆ ਚੁੱਕੀ ਸੀ, ਜਿਹੜੀ ਪਹਿਲੇ ਉਸ ਅਹੁਦੇ ਤੇ ਰਹਿੰਦਿਆਂ ਉਹਨਾਂ ਦਾ ਕੀ ਹਾਲ ਸੀ। ਅਖੀਰ ਉਹਨਾਂ ਨੂੰ ਕਿਹਾ ਗਿਆ, ਭਾਈ ਨੰਦ ਲਾਲ ਜੀ ਨੂੰ, ਕਿ ਹੁਣ ਦੱਸ ਦੇ ਫਿਰ ਤੇਰੀ ਵਸੀਅਤ ਹੈ, ਤੇਰੀ ਕੋਈ ਵਸੀਅਤ ਹੈ ਉਹ ਵੀ ਦੱਸ ਦੇ, ਕਿਉਂਕਿ ਜੇ ਤੇਰਾ ਹਸ਼ਰ ਹੋਣ ਵਾਲਾ ਹੈ ਉਹ ਵੀ ਸਭ ਨੂੰ ਪਤਾ ਹੈ। ਉਹਨਾਂ ਨੇ ਫਿਰ ਆਪਣੀ ਵਸੀਅਤ ਲਿਖਤੀ ਦਿੱਤੀ ਹੈ, ਲਿਖ ਕੇ ਬੋਲ ਕੇ ਦਿੱਤੀ ਹੈ। ਉਹਨਾਂ ਨੇ ਕਿਹਾ, ਮੁਬਾਰਕਬਾਦ ਖਾਕਮ ਅਜ਼ਦਰੇ ਦੋਸਤ, ਐ ਹਵਾ ਜਦੋਂ ਮੈਂ ਮਰ ਜਾਵਾਂ, ਜਦੋਂ ਮੇਰਾ संस्कार कर दिता जाए, मुबारकबाद खाकम अज़दरे दोस्त, दुश्मनम सरजनत के हर जाइस। ऐ हवा मेरी उस मिट्टी नू उड़ा के मेरे यार दे दर तो किधरे होर ना लै जाई, नहीं ते लोकी मेहने मारनगे कि एदी मिट्टी भी थां थां उड़दी फिरदी। ये हन गुरु गोबिंद सिंह साहब दे मुरीद, उन्हां दे साथी, उन्हां दे सिख, और ਜਿਹੜੇ ਉਹਨਾਂ ਦੇ ਹੋਰ ਸਨ। ਜਦੋਂ ਸਾਹਿਬਜ਼ਾਦਿਆਂ ਨੂੰ ਜਦੋਂ ਸ਼ਹੀਦ ਕਰਨ ਲੱਗੇ ਹਨ ਤਾਂ ਉਸ ਵੇਲੇ ਉਸ ਦਰਬਾਰ ਦੇ ਵਿੱਚ ਵਜ਼ੀਦੇ ਦੀ ਕਚਹਿਰੀ ਦੇ ਵਿੱਚ ਮਲੇਰਕੋਟਲੇ ਦੇ ਨਵਾਬ ਨੇ ਹਾਂ ਦਾ ਨਾਰਾ ਮਾਰਿਆ ਕਿ ਇਹ ਬਹੁਤ ਗਲਤ ਹੈ, ਕੋਈ ਦੀਨ, ਕੋਈ ਸ਼ਰੀਅਤ ਇਸ ਦੀ ਇਜਾਜ਼ਤ ਨਹੀਂ ਦਿੰਦੀ ਕਿ ਕੈਦ ਵਿੱਚ ਹੋਣ ਔਰ ਉਹ ਬੱਚੇ ਮਾਸੂਮ ਸ਼ੀਰਖੋਰ ਬੱਚੇ ਹਨ, ਉਹਨਾਂ ਦੇ ਕੋਲੋਂ ਇਹ ਕੀਤਾ ਜਾਏ, ਉਹਨਾਂ ਦੇ ਨਾਲ ਇਸ ਤਰ੍ਹਾਂ ਜ਼ੁਲਮ ਕੀਤਾ ਜਾਏ। ਉਹਨਾਂ ਨੇ ਹਾਂ ਦਾ ਨਾਰਾ ਮਾਰਿਆ। ਪਰ ਦੂਸਰੇ ਪਾਸੇ ਦੀਵਾਨ ਸੁੱਚਾਨੰਦ ਨੇ ਕਿਹਾ ਕਿ ਨਹੀਂ, ਸੱਪ ਦੇ ਬੱਚੇ ਵੀ ਸੱਪ ਹੀ ਹੁੰਦੇ ਹਨ, ਇਹਨਾਂ ਨੂੰ ਛੱਡਣਾ ਠੀਕ ਨਹੀਂ, ਔਰ ਉਹਨਾਂ ਨੂੰ ਜ਼ਿੰਦਾ ਦੀਵਾਰ ਦੇ ਵਿੱਚ ਚਿਣਵਾ ਦਿੱਤਾ ਗਿਆ। ਦੁਨੀਆ 'ਚ ਐਸੀ ਮਿਸਾਲ ਸ਼ਾਇਦ ਕਿਧਰੇ ਨਹੀਂ ਮਿਲੇਗੀ ਕਿ 5 ਔਰ 7 ਸਾਲ ਦੇ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਸ਼ਹੀਦ ਕੀਤਾ ਗਿਆ। ਕਿਹਾ ਜਾਂਦਾ ਸੀ, नेकी वो शह है जो कभी छुट नहीं सकती, सरहंद तो लुट सकता है मगर ये कभी लुट नहीं सकती। मगर अज तुसी जाके देखो ਉਹਦੇ ਬਾਅਦ ਕੀ ਹੋਇਆ, ਉਹ ਸਰਹੰਦ ਜਿਹੜੀ ਸੀ ਬਿਲਕੁਲ ਥੇ ਬਣ ਗਈ, ਬਿਲਕੁਲ ਖਤਮ ਹੋ ਗਿਆ। ਸੋ ਇਹ ਜਿਹੜਾ ਰੱਬ ਦਾ ਇਨਸਾਫ ਹੈ, ਇਨਸਾਨ ਸਮਝਦਾ ਨਹੀਂ ਹੈ। ਉਹ ਸਮਝਦਾ ਕਿ ਮੈਂ ਪਤਾ ਨਹੀਂ, ਸ਼ਾਇਦ ਹੁਣ ਮੈਂ ਜ਼ਮੀਨ ਨੂੰ ਧਰਤੀ ਥੱਲੇ ਦੱਬ ਲਿਆ, ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ, ਪਰ ਇਹ ਉਹਨੂੰ ਧਰਤੀ ਵਿੱਚ ਦੱਬ ਲੈਂਦੀ ਹੈਗੀ ਹੈ। ਪੀਰ ਬੁੱਧੂ ਸ਼ਾਹ, ਨਵਾਬ ਮਲੇਰਕੋਟਲਾ, ਔਰ ਉਹਦੇ ਬਾਅਦ ਚਲਦੇ ਹਨ ਨਬੀ ਖਾਂ ਤੇ ਗਨੀ ਖਾਂ, ਉਹ ਗੁਰੂ ਸਾਹਿਬ ਨੂੰ ਆਪਣੇ ਕੋਲ ਰੱਖਦੇ ਹਨ। ਨਬੀ ਖਾਂ ਔਰ ਗਨੀ ਖਾਂ ਦੀ ਉਹਨਾਂ ਦੀ ਬੇਟੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਨੂੰ ਇੱਕ ਹੁਕਮਨਾਮਾ ਦਿੱਤਾ ਜਿਹਦੇ ਵਿੱਚ ਲਫ਼ਜ਼ ਸਨ ਕਿ ਤੁਸੀਂ ਮੇਰੇ ਖਾਸ ਪੁੱਤਰ ਹੋ। ਇਹ ਰਿਸ਼ਤਾ ਕਾਹਦਾ ਹੈ? ਰੂਹਾਨੀਅਤ ਦਾ ਰਿਸ਼ਤਾ ਹੈ, ਮਜ਼ਹਬ ਦਾ ਰਿਸ਼ਤਾ ਨਹੀਂ ਹੈ, ਰੂਹ ਦਾ ਰਿਸ਼ਤਾ ਹੈ। ਗੁਰੂ ਸਾਹਿਬ ਨੂੰ ਜਦੋਂ ਬਹਾਦਰ ਸ਼ਾਹ ਦੇ ਪੀਰ ਨੇ ਪੁੱਛਿਆ ਸੀ ਕਿ ਪੀਰ, ਮਜ਼ਹਬ ਤੁਮਾਰਾ ਖੂਬ ਕਿ ਹਮਾਰਾ ਖੂਬ, ਅੱਜ ਕੋਈ ਕਿਸੇ ਬਾਦਸ਼ਾਹ ਦੀ ਅਦਾਲਤ ਵਿੱਚ ਹੋਏ ਔਰ ਬਾਦਸ਼ਾਹ ਦੇ ਸਾਹਮਣੇ ਸਵਾਲ ਪੁੱਛਿਆ ਜਾਏ, ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਉਹਦਾ ਜਵਾਬ ਕੀ ਹੋਏਗਾ। ਉਹ ਯਹੀ ਕਰੇਗਾ ਤੇ ਅੱਗੇ ਪਿੱਛੇ ਦੇਖੇਗਾ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਦੋਂ ਪੁੱਛਿਆ, ਉਹਨੇ ਪੀਰ ਨੇ
कि पीर मजहब तुम्हारा खूब कि हमारा खूब। गुरु साहब ने मुस्कुरा के कहा, तुमको तुम्हारा खूब, हमको हमारा खूब। अगर ये समझ आ जाए, अगर इस चीज को वसा लीए जिसनों गुरु ग्रंथ साहब ने कहा, हो मुसलमान, मुसलमान कहावन मुश्किल, मुसलमान बनना बड़ा औखा है, तू मुसलमान हो। तू अपने अंदर जे पंडित नूं कहे दया कपा संतोख सूद जत गंढी सत वट। और तीजी गल जिहड़ी इबादत दी गल है, भगती दी गल है, पूजा दी गल है, गुरु ग्रंथ साहब ने जिहड़ा सुनेहा दिता कि उन्होंने कहा पत विण पूजा। जे वो इबादत करना तुहाडी इज्जत नहीं रहिंदी, पत नहीं रहिंदी, पत विण पूजा सत विण संजम जत विण काहे जनेऊ। नावो धोवो तिलक लगावो सच सच विण सोचना वही। सो जे इस दा मकसद ये है कि इंसान सही मायने दे विच ਉਹ ਜਿਹੜੇ ਪੈਗਾਮਾਤ ਹਨ ਉਹਨਾਂ ਨੂੰ ਆਪਣੇ ਅੰਦਰ ਅਮਲ ਵਿੱਚ ਲੈ ਕੇ ਆਏ। ਤਾਈਓ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਕੇਵਲ ਸਿੱਖ ਹੋ ਜਾਣ ਦੇ ਨਾਲ ਨਹੀਂ, ਉਹਦੇ ਅੰਦਰ ਰਹਿਤ ਹੈ ਕਿ ਨਹੀਂ, ਉਸ ਦੀ ਗੱਲ ਕੀਤੀ। ਇੱਕ ਗੁਰੂ ਸਾਹਿਬ ਦਾ ਇੱਕ ਬਹੁਤ ਹਾਲਾਂ ਉਹਨਾਂ ਦੇ ਲਈ ਕੇਸਾਂ ਨੂੰ ਗੁਰੂ ਸਾਹਿਬ ਨੇ ਆਪਣੀ ਮੋਹਰ ਕਿਹਾ। ਮੈਂ ਜ਼ਿਕਰ ਕਰ ਰਿਹਾ ਸੀ ਭਾਈ ਨੰਦ ਲਾਲ ਜੀ ਦਾ। ਫਿਰ ਭਾਈ ਨੰਦ ਲਾਲ ਜੀ ਨੂੰ ਪੁੱਛਿਆ ਗਿਆ ਸੀ कि हर इंसान की कीमत है, तो गुरु गोबिंद सिंह की की कीमत है, उन्होंने कीमत भी दसते। देखो हुण आलम फाजल हैं, उन्हों का अपना अंदाज है, उन्हों का अपना अंदाज है। वो कहते हैं कीमत वो नहीं हुंदी जिहड़ा कोई दे सकता है, कीमत हुंदी है, कीमत वो नहीं हुंदी जो कोई मंगे, कीमत हुंदी है उहदे कोल देण दी ताकत किन्नी है, उस तो कीमत मुकर्रर हुंदी है। भाई साहब कहन लगे कि कोई इंसान वध तो वध की दे सकता है, वो इस जहान दी, इस हयाती दी गुलामी कबूल कर सकता है, मगर एक होर चीज है वो दूसरा जहान जिहड़ा नहीं वेख्या उसकी गुलामी। वो कहन लगे कि अगर गुरु गोबिंद सिंह साहब दे केसां दी अगर एक तार मैनू मिल जाए, मैं अपने दोनों जहाना दी गुलामी कबूल करन नूं तैयार हां। हर दो आलम कीमते यक तार मूए यारे मां। मैं अपने उस यार दे एक मूए मुबारक दी एक तंद दे बदले, एक तार दे बदले मैं अपने दोनों जहान कुर्बान करन नूं तैयार हां। जदों साहबजादे शहीद हो गए, माता जी शहीद हो गए, और उस वेले कुछ सिखां ने जाके अफसोस कीता सी गुरु साहब नूं कि बहुत अफसोस है। वो कहन लगे, कहंदे अफसोस नहीं, अफसोस इस गल दा नहीं, जे तुसी अफसोस ही करना है। उन्होंने कहा संत मुए क्या रोईए जो अपने ग्रह जाए। चंगी आत्मा अपने घर जाती है, उहदे लई अफसोस की गल नहीं, उहदा ते मिलाप है, उहदा ते वसल है। संत मुए क्या रोईए जो अपने ग्रह जाए। उन्होंने कहा रोवो साकत बापरे जे हाटे हाट बिकाए। उन्होंने लिए रोवो जिहड़े थां थां विकदे फिरदे हन, जिन्हां दा कोई दीन ईमान नहीं है, उन्हां लई तुसीं रोना है। सोच सोचण के जोग समाना, उन्हां लई जाके अफसोस करो, उन्हां दे घरां विच जाके अफसोस करो। सोच सोचण के जोग समाना, धर्म त्याग जिन किए पाप नाना। सोच सोचण के जोग विसाले, उन्हां लई जाके अफसोस करो जिहड़े अपने दीन तो, अपने अखलाक तो, उस तो जिहड़े गिर चुके हैं। हुण गुरु साहब ने इतना कुछ करके उन्हां दियां फिर कुछ जंगां भी होईयां। आम तौर दे उत्ते जंगां जिहड़ियां हुंदियां हन, मेरा ख्याल है मैं बहुत पर ये अखीर च मैं इसनूं करके समअप करा कि गुरु साहब ने कई जंगां भी लड़ियां। हुण फिर जंगां दी की लोड़ पै गई? जे अमन की गल कर रहे हैं फिर जंग की की लोड़ पै गई? पर उन्हां दियां जिहड़ियां जंगां 14 जंगां होईयां, मगर उन्हां विच मुख जिहड़ी असीं गल कर लईए वो एक भंगाणी दा, एक चमकौर दी जंग है और एक जाजों दी जंग। ये बहुत अहम हैं। जिहड़ा भंगाणी दा युद्ध है, भंगाणी दी जंग हुई है, ये गुरु तेग बहादुर जी की शहादत हुंदी है। गुरु गोबिंद सिंह जी की उम्र 9 साल की है और तकरीबन उस तो 12-13 साल, 11-12 साल बाद ये भंगाणी का युद्ध हुंदा है, जदों गुरु साहब की अवस्था 21-22 साल की है। मगर इस दौरान उन्होंने एक बड़ा वड्डा एपिक कृष्णा अवतार लिख लिया। उन्होंने 10वें ग्रंथ दे विच कृष्णा अवतार, रामा अवतार, चंडी दी वार
ਔਰ ਸਾਰੇ ਉਹਨਾਂ ਨੇ ਐਪਿਕਸ ਜਿਹੜੇ ਸੀਗੇ ਉਹ ਸਾਰੇ ਸ਼ਾਮਿਲ ਕੀਤੇ। ਪਰ ਉਹਦੇ ਵਿੱਚ ਜਿਵੇਂ 올ਡ ਟੈਸਟਾਮੈਂਟ, ਨਿਊ ਟੈਸਟਾਮੈਂਟ, ਪੁਰਾਣੀਆਂ ਜ਼ਬੂਰ, ਤੌਰੇਤ, ਉਹ ਸਾਰੀਆਂ ਕਿਤਾਬਾਂ ਦਾ ਜ਼ਿਕਰ ਹੈ, ਉਹ ਐਜ਼ ਇਟ ਇਜ਼ ਹੈ। ਪਰ ਇੱਥੇ ਇੱਕ ਥੋੜਾ ਜਿਹਾ ਫਰਕ ਹੈ, ਗੁਰੂ ਸਾਹਿਬ ਨੇ ਉਹ ਨਾਮ ਤਾਂ ਲਏ, ਉਹ ਕਰੈਕਟਰ ਲਏ, ਪਰ ਉਹਨਾਂ ਦੀ ਟਰਾਂਸਫਾਰਮੇਸ਼ਨ ਕਰਕੇ ਉਹਨਾਂ ਕਰੈਕਟਰਸ ਦੇ ਵਿੱਚ ਇੱਕ ਬਿਲਕੁਲ ਨਵੇਂ ਕਰੈਕਟਰ ਸ਼ਾਮਿਲ ਕੀਤੇ, ਜਿਹੜੇ ਕਈਆਂ ਨੂੰ ਹੁਣ ਜਿਨ੍ਹਾਂ ਨੂੰ ਲਿਟਰੇਚਰ ਦੀ, ਸਾਹਿਤ ਦੀ ਨਹੀਂ ਸਮਝ ਹੋਏਗੀ, ਉਹ ਫਿਰ ਭੁਲੇਖਾ ਖਾ ਜਾਂਦੇ ਆ ਕਿ ਕ੍ਰਿਸ਼ਨਾ ਅਵਤਾਰ ਦੇ ਵਿੱਚ ਸ਼੍ਰੀ ਕ੍ਰਿਸ਼ਨ ਦੀ ਲੜਾਈ ਜਰਾਸੰਧ ਨਾਲ ਹੁੰਦੀ ਹੈ। ਮਗਰ ਗੁਰੂ ਸਾਹਿਬ ਜਦੋਂ ਕ੍ਰਿਸ਼ਨਾ ਅਵਤਾਰ ਲਿਖਣ ਲੱਗਦੇ ਹਨ, ਉਹਦੇ ਕ੍ਰਿਸ਼ਨ ਦੀ ਲੜਾਈ ਖੜਗ ਸਿੰਘ ਨਾਲ ਹੁੰਦੀ ਹੈ। ਉਹਦੇ ਵਿੱਚ ਕੁਝ ਮੁਸਲਮਾਨਾਂ ਵਾਲੇ ਨਾਂ ਹਨ, ਮੁਸਲਮਾਨ ਨਾਵਾਂ ਵਾਲੇ ਹਨ, ਕੁਝ ਸਿੰਘ ਨਾਮ ਵਾਲੇ ਹਨ। ਉਹ ਜੀ ਇਹ ਕਿਸ ਤਰ੍ਹਾਂ ਹੋ ਗਿਆ? ਫਿਰ ਨਾਲ ਹੀ ਗੁਰੂ ਸਾਹਿਬ ਇਹ ਕਹਿ ਦਿੰਦੇ ਹਨ, ਦਸਮ ਕਥਾ ਭਗਵਤ ਕੀ ਭਾਖਾ ਕਰੀ ਬਣਾਏ। ਦਰਅਸਲ ਲਿਟਰੇਚਰ ਦੇ ਵਿੱਚ ਦੇਵ ਭਾਸ਼ਾ ਮਲੇਚ ਭਾਸ਼ਾ ਕਹਿ ਦਿੱਤਾ, ਸੰਸਕ੍ਰਿਤ ਦੇਵ ਭਾਸ਼ਾ ਹੈ, ਅਰਬੀ ਫਾਰਸੀ ਔਰ ਇਹ ਜਿਹੜੀਆਂ ਮਲੇਚ ਭਾਸ਼ਾ ਜਾਂ ਆਮ ਭਾਸ਼ਾ ਹੈਗੀ ਹੈ, ਅਨਪੜ੍ਹਾਂ ਦੀ ਭਾਸ਼ਾ ਹੈ। ਮਗਰ ਗੁਰੂ ਸਾਹਿਬ ਨੇ ਉਹ ਜਿਹੜੇ ਸੰਸਕ੍ਰਿਤ ਵਿੱਚ ਐਪਿਕ ਲਿਖੇ ਜਾਂਦੇ ਸੀ ਉਹਨੂੰ ਟਰਾਂਸਫਾਰਮ ਕੀਤਾ, ਟਰਾਂਸਲੇਟ ਨਹੀਂ ਕੀਤਾ। ਇਹ ਵੀ ਕਈ ਭੁਲੇਖਾ ਖਾ ਜਾਂਦੇ ਹਨ। ਉਹਦੇ ਵਿੱਚ ਓਰੀਜਨਲ ਕਰੈਕਟਰਸ ਦੇ ਵਿੱਚ ਆਪਣੇ ਨਵੇਂ ਕਰੈਕਟਰ ਪਾ ਕੇ ਨਵੇਂ ਮਕਸਦ ਲਈ ਉਹਨਾਂ ਨੇ ਫਿਰ ਜਦੋਂ ਕ੍ਰਿਸ਼ਨਾ ਅਵਤਾਰ ਲਿਖਿਆ, ਉਹਦੇ ਵਿੱਚ ਕ੍ਰਿਸ਼ਨ ਦੀ ਲੜਾਈ ਖੜਗ ਸਿੰਘ ਨਾਲ ਹੁੰਦੀ ਹੈ। ਖੈਰ ਉਹ ਇੱਕ ਵੱਖਰਾ ਵਿਸ਼ਾ ਹੈ, ਉਹ ਕਿਸੇ ਅਗਰ ਕੋਈ ਬੰਦਾ ਸਮਝ ਗਿਆ ਨਾ ਕੰਮ ਨੂੰ, ਇਹ ਲੇਬਰ ਦੇ ਕੰਮ ਦੇ ਵਿੱਚ, ਉਹ ਐਂਜੀ ਜਿਵੇਂ ਬੰਦਾ ਲੱਗਾ ਉਹਨੂੰ ਬਸ ਮੇਰੇ ਖਿਆਲ ਮਿਊਟ ਕਰ ਲਓ, ਵਿੱਚੋਂ ਕੋਈ ਮਿਊਟ ਨਹੀਂ ਹੈ, ਬਸ ਐਂਜ ਕਰਕੇ ਚੱਲਦੇ ਫਿਰ ਜਦੋਂ ਨਜ਼ਰ ਆਓ ਬਹੁਤ ਮਿਊਟ ਕਰ ਲਓ। 3 ਸਾਲ ਦਾ ਪ੍ਰੋਜੈਕਟ, 1 ਲੱਖ ਸੈਲਰੀ ਤੁਸੀਂ ਡਾਕਟਰ ਸਾਹਿਬ ਅਗਰ ਆਵਾਜ਼ ਵਿੱਚੋਂ ਮਿਊਟ ਕਰਵਾ ਦਿਓ। ਹੋ ਗਿਆ ਜੀ, ਹੋ ਗਿਆ म्यूट। ਚਲੋ ਮੈਂ ਕਿਹਾ ਉਹ ਲੜੀ ਟੁੱਟ ਜਾਂਦੀ ਹੈ ਨਾ, ਸਿਲਸਿਲਾ ਫਿਰ ਉਹ ਇੱਕਦਮ ਉਹ ਭੁੱਲ ਜਾਂਦਾ ਹੈ ਜੀ। ਕੋਈ ਗੱਲ ਨਹੀਂ, ਠੀਕ ਹੈ ਜੀ। ਸੋ ਉਹਦੇ ਵਿੱਚ ਜਿਹੜਾ ਉਹਨਾਂ ਨੇ ਕੀਤਾ ਸਾਰਾ ਕੁਝ ਕਰਕੇ ਤੇ ਉਹਦੇ ਡਾਇਮੈਂਸ਼ਨ ਚੇਂਜ ਕਰਤੀਆਂ। ਜਿੰਨੇ ਉਹਨਾਂ ਨੇ ਪੁਰਾਣਕ ਹੈਗੇ ਆ ਉਹਨਾਂ ਨੂੰ ਲਿਆ, ਹਵਾਲੇ ਲਏ ਹੈ। ਪਰ ਕ੍ਰਿਸ਼ਨਾ ਅਵਤਾਰ ਲਿਖਣ ਦਾ ਮਕਸਦ ਵੀ ਇਹੀ ਸੀ ਕਿ ਕ੍ਰਿਸ਼ਨਾ ਅਵਤਾਰ ਦੇ ਵਿੱਚ ਸ਼੍ਰੀ ਕ੍ਰਿਸ਼ਨ ਦੀ ਲੜਾਈ ਉਹ ਖੜਗ ਸਿੰਘ ਨਾਲ ਹੁੰਦੀ ਹੈ, ਔਰ ਉਹਦੇ ਵਿੱਚ ਕੁਝ ਚੰਗੇ ਨਾਵਾਂ ਵਾਲੇ ਮੁਸਲਮਾਨ ਵੀ ਹਨ, ਕੋਈ ਦੂਜੇ ਨਾਵਾਂ ਵੱਲ ਵੀ ਹਨ, ਜਿਹੜੇ ਕਰੂਰ ਨਾਵਾਂ ਵਾਲੇ ਵੀ ਹਨ, ਇਹ ਵੀ ਹਨ। ਹੁਣ ਜਿਹੜੇ ਖੜਗ ਸਿੰਘ ਦੇ ਨਾਲ ਹਨ ਉਹ ਕੋਈ ਚੰਗੇ ਨਾਵਾਂ ਵਾਲੇ ਮੁਸਲਮਾਨ। ਪਰ ਜਦੋਂ 21 ਸਾਲ ਦੀ ਉਮਰ ਹੁੰਦੀ ਹੈ ਗੁਰੂ ਸਾਹਿਬ ਦੀ, ਔਰ ਪਹਿਲਾ ਜੰਗ ਹੁੰਦਾ ਹੈ, ਉਹ ਭੰਗਾਣੀ ਦਾ ਯੁੱਧ ਹੈ। ਇੱਥੇ ਬੜੀ ਅਹਿਮ ਹੈ, ਉਸ ਭੰਗਾਣੀ ਦਾ ਯੁੱਧ ਹਾਲਾਂ ਤਿਲਕ ਜੰਜੂਰ ਆਖਾ ਪ੍ਰਭ ਤਾਕਾ, ਤਿਲਕ ਔਰ ਜਨੇਊ ਦੀ ਖਾਤਰ ਸ਼ਹਾਦਤ ਦਿੱਤੀ ਗੁਰੂ ਤੇਗ ਬਹਾਦਰ ਜੀ ਨੇ। ਪਰ ਉਸ ਤਿਲਕ ਔਰ ਜਨੇਊ ਨੂੰ ਮੰਨਣ ਵਾਲੇ ਉਹ ਪਹਾੜੀ ਰਾਜਿਆਂ ਨੇ, ਹਿੰਦੂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉੱਤੇ ਹਮਲਾ ਕੀਤਾ ਔਰੰਗਜ਼ੇਬ ਦੀ ਮਦਦ ਦੇ ਨਾਲ, ਔਰ ਜਿਹਦੇ ਵਿੱਚ ਸਾਥ ਦਿੱਤਾ ਪੀਰ ਬੁੱਧੂ ਸ਼ਾਹ ਵਰਗਿਆਂ ਨੇ। ਇਹ ਇੱਕ ਸੁਨੇਹਾ ਸੀ ਕਿ ਆਉਣ ਵਾਲੇ ਸਮੇਂ ਲਈ ਉਹਨਾਂ ਨੇ ਇੱਕ ਪਲਾਟ ਤਿਆਰ ਕਰਾਇਆ, ਉਹਨਾਂ ਨੂੰ ਉਸ ਯੁੱਧ ਦਾ, ਉਸ ਦਾ ਸਾਰਾ ਵਰਣਨ ਕੀਤਾ। ओरिजिनल ਦੇ ਵਿੱਚ ਖੈਰ ਉਹ ਬੜਾ ਇੱਕ ਵੱਖਰਾ ਵਿਸ਼ਾ ਹੈ, ਉਹਦੇ ਤੇ ਗੱਲ ਕਰਨੀ। ਪਰ ਇਹ ਪਹਿਲੀ ਜੰਗ ਹੋਈ ਹੈ ਜਿਹਦੇ ਵਿੱਚ ਭੰਗਾਣੀ ਦੇ ਵਿੱਚ ਹੋਈ ਹੈ, ਔਰ ਉਹਨਾਂ ਨੇ ਲਿਖਿਆ ਕਿ ਫਤਿਹ ਸ਼ਾਹ ਕੋਪਾ ਤਬ ਰਾਜਾ, लो परा मुझसे बिन काजा, बिना मतलब दे मेरे गले आ पिया, मगर भई जीत मेरी कृपा अकाल केरी। मगर जित होई वो अकाल पुरख दी जित सी, उस रब दी जित होई है, मेरी नहीं होई हैगी। दूसरी जंग जिहड़ी है वो चमकौर दी जंग है, जिहड़ा गुरु साहब ने उसका जिक्र भी खुद कीता है, ਉਹਦਾ ਜ਼ਿਕਰ ਕੀਤਾ। ਔਰ ਉਸ ਦੇ ਵਿੱਚ ਕਈ ਗੱਲਾਂ ਜਦੋਂ ਫਿਰ ਜ਼ਫਰਨਾਮਾ ਲਿਖਦੇ ਹਨ ਉਹਦੇ ਵਿੱਚ ਉਸ ਦਾ ਜ਼ਿਕਰ ਕਰਦੇ ਹਨ ਕਿ ਦਹਿ ਲੱਖ ਬਰਾਇਤ ਬਰੂ ਬੇਖਬਰ, ਕਹਿੰਦੇ ਗੁਰਸਨਾ ਚਕਾਰੇ ਕੁਨਦ ਚਹਿਲ ਨਾਰ ਕੇ ਦਹਿ ਲੱਖ ਬਰਾਇਤ ਬਰੂ ਬੇਖਬਰ। ਭੁੱਖੇ ਭਾਣੇ 40 ਬੰਦੇ ਕੀ ਕਰ ਸਕਦੇ ਹਨ ਜੇ 10 ਲੱਖ ਦੀ ਫੌਜ ਕੀੜੀਆਂ ਦੀ ਤਰ੍ਹਾਂ ਆ ਕੇ ਪੈ ਜਾਏ, ਮੱਖੀਆਂ ਦੀ ਤਰ੍ਹਾਂ ਆ ਕੇ ਪੈ ਜਾਏ। मगर कहते मेरा मकसद इत्थे सिर्फ इक्को सी, कमाले करामात कायम करीम, रजा बख्श राज़ुक रिहाकुन रहीम। और उहदे विच नसीहत भी दिंदे हन कि औरंगजेब तू बहुत सोहना है, तू ताकतवर है, रब ने तैनू ताकत भी दिती है, शऊर भी दिता है, पर तू दीन तो बहुत दूर है। तू जो अपने परिवार नाल कीता है उसदा जवाब तैनू देना पएगा।
ਰੱਬ ਦਾ ਜਿਹੜਾ ਹੈ ਉਹ ਹੁਕਮ ਜਿਹੜਾ ਹੈ। ਔਰ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰਾ ਦਿਲ ਨਹੀਂ ਸੀ ਕਰਦਾ ਕਿ ਮੈਂ ਜੰਗ ਦੇ ਵਿੱਚ ਸ਼ਾਮਲ ਹੋਵਾਂ, ਪਰ ਮਜਬੂਰਨ ਕਹਿੰਦੇ ਝੁਕਾਰ ਅਜ਼ਮਾ ਹੀਲ ਤੇ ਦਰਗੁਜ਼ਸ਼ਤ ਹਲਾਲ ਅਸਤ ਬੁਰਦਨ ਬਸ਼ਮਸ਼ੀਰੇ ਦਾਸਤ, ਮੈਨੂੰ ਮਜਬੂਰੀ ਜਾਣਾ ਪਿਆ। ਜਦੋਂ ਦੀਵਾਨ ਸੁੱਚਾਨੰਦ ਨੇ ਕਿਹਾ ਸੀ ਕਿ ਇਹ ਸੱਪ ਦੇ ਬੱਚੇ ਹਨ, ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਕਹਿ ਰਹੇ ਹਨ, ਹਾਂ ਬਿਲਕੁਲ ਸਹੀ ਕਹਿ ਰਿਹਾ ਹੈ, ਮੈਂ ਸੱਪ ਹਾਂ, ਮਾਰ ਸੱਪ ਨੂੰ ਕਹਿੰਦੇ ਹਨ। ਉਹਨਾਂ ਨੇ ਕਿਹਾ ਕਿ ਚਿਹਾਸ਼ੁਦ ਕੇ ਚੂੰ ਬਚਗਾ ਗੁਸ਼ਤਾਚਾਰ ਕਿ ਬਾਕੀ ਬਮਾਦਸਤ ਪੇਚੀਦਾ ਮਾਰ, ਅਜੇ ਤਾਂ ਕੁੰਡਲੀਦਾਰ ਸਭ ਬਾਕੀ ਹੈ। ਅੱਜ ਤੋਂ ਬਾਅਦ ਹਰ ਸਿੱਖ ਬੱਚੇ ਨੂੰ ਪਚੰਗੀ ਕਿਹਾ ਜਾਏਗਾ। ਪਚੰਗ ਸੱਪ ਨੂੰ ਕਿਹਾ ਜਾਂਦਾ, ਪਚੰਗੀ ਸੱਪ ਦੇ ਬੱਚੇ ਨੂੰ ਕਿਹਾ ਜਾਂਦਾ। ਉਹ ਲਕਬ ਸਿੱਖਾਂ ਨੇ ਮਨਜ਼ੂਰ ਕਰ ਲਿਆ, ਮਗਰ ਉਸ ਲੜਾਈ ਦੇ ਵਿੱਚ ਵੀ, ਉਸ ਜੰਗ ਦੇ ਵਿੱਚ ਵੀ ਉਹਦੇ ਬਾਅਦ ਫਿਰ ਨਬੀ ਖਾਂ ਗਨੀ ਖਾਂ, ਮਲੇਰਕੋਟਲੇ ਦੇ ਬਾਅਦ ਨਬੀ ਖਾਂ ਗਨੀ ਖਾਂ, ਰਾਏ ਕੱਲਾ ਜੀ ਜਿਹੜੇ ਉਹਨਾਂ ਨੂੰ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਗੰਗਾ ਸਾਗਰ ਦਿੱਤਾ, ਜਿਹੜਾ ਅੱਜ ਵੀ ਪ੍ਰਤੱਖ ਇੱਕ ਮੁਅੱਜ਼ਜ਼ਾ ਹੈ ਜਿਹੜਾ ਉਹਨਾਂ ਦੇ ਖਾਨਦਾਨ ਦੇ ਕੋਲ ਹੈ ਔਰ ਜਿਹਦੇ ਉਹ ਦੀਦਾਰ ਕਰਵਾਉਂਦੇ ਹਨ। ਸੋ ਕਹਿਣ ਦਾ ਮਤਲਬ ਹੈ, ਉਹਨਾਂ ਨੇ ਕਿਹਾ ਜਾਂ ਤੇ ਛੂਟ ਗਿਓ ਭ੍ਰਮ ਉਰਕਾ, ਤਿਸ ਆਗੇ ਹਿੰਦੂ ਕਿਆ ਤੁਰਕਾ। ਔਰ ਜਦੋਂ ਨਬੀ ਖਾਂ ਗਨੀ ਖਾਂ ਨੂੰ ਹੁਕਮਨਾਮਾ ਦਿੱਤਾ ਔਰ ਉਹਦੇ ਵਿੱਚ ਕਿਹਾ ਕਿ ਇਹ ਤੁਸੀਂ ਮੇਰੇ ਪੁੱਤਰ ਹੋ। ਡਾਕਟਰ ਬਲਬੀਰ ਸਿੰਘ ਨੇ ਬਹੁਤ ਸੋਹਣਾ ਲਿਖਿਆ ਕਿ ਉਹਨਾਂ ਦੀ ਬੇਟੀ ਸੀ ਛੋਟੀ, 10 11 12 ਸਾਲ ਦੀ। ਉਹ ਕਹਿਣ ਲੱਗੀ ਇਹ ਕੀ ਹੈ ਖੱਤ ਦੇ ਵਿੱਚ? ਉਹਨਾਂ ਨੇ ਕਿਹਾ ਗੁਰੂ ਸਾਹਿਬ ਨੇ ਲਿਖਿਆ ਕਿ ਤੁਸੀਂ ਮੇਰੇ ਖਾਸ ਪੁੱਤਰ ਹੋ, ਇਹ ਰਿਸ਼ਤਾ ਰੂਹਾਨੀਅਤ ਦਾ। ਉਹ ਜਦੋਂ ਉਹਨੇ ਪੜ੍ਹਿਆ, ਲਿਆ, ਸਿਰ ਤੇ ਰੱਖ ਕੇ ਕਹਿਣ ਲੱਗੀ ਕਿ ਤੁਸੀਂ ਅਗਰ ਉਹਨਾਂ ਦੇ ਪੁੱਤਰ ਹੋ ਫਿਰ ਮੈਂ ਉਹਨਾਂ ਦੀ ਪੋਤੀ ਹਾਂ। ਉਹ ਲੈ ਕੇ ਨੱਚਣ ਲੱਗ ਪਈ, ਵਜਦ ਵਿੱਚ ਆ ਗਈ, ਮੈਂ ਪੋਤੀ, ਮੈਂ ਆਬਦਾਰ ਮੋਤੀ, ਮੈਂ ਪ੍ਰੀਤ ਸੰਗ ਪਰੋਤੀ, ਮੈਂ ਆਬਦਾਰ ਮੋਤੀ, ਮੈਂ ਪੋਤੀ। ਸੋ ਇਹ ਜਿਹੜਾ ਰਿਸ਼ਤਾ ਹੈ, ਇਹਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਕੀਤੀ ਜਦੋਂ ਆਪਣੇ ਉਸ ਯਾਰ ਨੂੰ ਲੈ ਕੇ ਗਏ। ਜਦੋਂ ਉਹਨੇ ਕਿਹਾ ਸੀ, ਬਾਬਾ ਭਾਈ ਮਰਦਾਨਾ ਜੀ ਨੇ ਕਿਹਾ, ਨਾਨਕ ਬਾਬਾ ਤੇਰਾ ਮੇਰਾ ਬਹੁਤਾ ਫਰਕ ਨਹੀਂ, ਤੂੰ ਖੁਦਾ ਦਾ ਡੂਮ, ਮੈਂ ਤੇਰਾ ਡੂਮ, ਕੰਮ ਇੱਕੋ ਹੀ ਹੈ। ਇਹੀ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਬਾਅਦ ਵਿੱਚ ਕਹੀ, ਜਾਂ ਮੈਂ ਭੇਦ ਨਾ ਰੰਜ ਪਛਾਨੋ, ਮੇਰੇ ਤੁਹਾਡੇ ਵਿੱਚ ਕੋਈ ਫਰਕ ਨਹੀਂ ਹੈਗਾ, ਮੇਰੇ ਤੁਹਾਡੇ ਵਿੱਚ ਕੋਈ ਫਰਕ ਨਹੀਂ ਹੈ। ਦੋ ਗੱਲਾਂ ਉਹਨਾਂ ਨੇ ਕੀਤੀਆਂ, ਮੈਂ ਇਹ ਅਖੀਰ ਦੇ ਵਿੱਚ ਕਹਿਣਾ ਚਾਹਾਂਗਾ। ਇੱਕ ਜਿਹੜੀ ਗੱਲ ਉਹਨਾਂ ਨੇ ਕਹੀ ਕਿ ਇਸ ਤੋਂ ਪਹਿਲੇ ਕੋ ਬੁਤਾਨ ਕੋ ਪੂਜਤ ਹੈ, ਪਸ ਕੋ ਮਰਤਾਨ ਕੋ ਪੂਜਨ ਧਾਇਓ। ਕੋਈ ਪੱਥਰਾਂ ਦੀ ਪੂਜਾ ਕਰੀ ਜਾਂਦਾ ਹੈ, ਕੋਈ ਮੁਰਦਿਆਂ ਦੀ ਕਰੀ ਜਾਂਦਾ ਹੈ। ਕਹਿੰਦੇ ਆ ਕਿ ਇੱਕ ਅਕਾਲ ਪੁਰਖ, ਇੱਕ ਰੱਬ ਦੀ ਪ੍ਰਸਤਿਸ਼ ਜਿਹੜੀ ਹੈ, ਉਹਦੀ ਪੂਜਾ, ਉਹਦੀ ਇਬਾਦਤ ਕਰੋ। ਪਹਿਲੀ ਗੱਲ ਤਾਂ ਇਹ ਹੈਗੀ ਹੈ। ਸੋ ਉਹ ਇਸ ਤੋਂ ਪਹਿਲੇ ਜਿਹੜੇ ਵੀ ਆਏ ਹਨ, ਉਹਨਾਂ ਨੇ ਜਾਂ ਆਪਣੀ ਪੂਜਾ ਕਰਾਈ ਜਾਂ ਫਿਰ ਕਰਮ ਕਾਂਡ ਦੇ ਵਿੱਚ ਲਗਾ ਦਿੱਤਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੀ ਗੱਲ ਕਹੀ, ਜਿਹੜੀ ਉਹਦੇ ਚ ਉਹਨਾਂ ਨੇ ਗੱਲ ਕੀਤੀ ਸੀ, ਉਹਨਾਂ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ 5 ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੋਡਿਆਂ ਭਾਰ ਹੋ ਕੇ ਥੱਲੇ ਬੈਠ ਕੇ ਦੋਨੋਂ ਹੱਥ ਜੋੜ ਕੇ ਉਹਨਾਂ ਨੇ ਦੋਨੋਂ ਤਲੀਆਂ ਅੱਡ ਕੇ ਕਿਹਾ, ਮੈਨੂੰ ਵੀ ਤੁਸੀਂ ਸਿੱਖ ਬਣਾਓ। ਇਹ ਬਹੁਤ ਕਰਿਸ਼ਮਾ ਹੈ ਜਿਹੜਾ ਕਦੀ ਵੀ ਨਹੀਂ ਹੋਇਆ। ਕਹਿ ਦੋ ਗੁਰੂ ਗੋਬਿੰਦ ਦਾ ਸਾਨੀ ਹੀ ਨਹੀਂ ਹੈ। ਇਸ ਦਾ ਹੋਰ ਕੋਈ ਮਿਲਦਾ ਨਹੀਂ ਹੈਗਾ, ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਹੋਏ। ਔਰ ਉਹ ਕੀ ਸੀਗਾ, ਇਹਨੂੰ ਜ਼ਰਾ ਇੱਕ ਲਫ਼ਜ਼ ਦੇ ਵਿੱਚ ਇਹਦਾ ਸੁਨੇਹਾ ਕੀ ਹੈ। 2 ਲਫ਼ਜ਼ ਕਹੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲੇ ਕੀ ਹੈ ਕਿ ਜਿਤਨੇ ਫਿਰਕੇ ਹਨ, ਜਿੰਨੇ ਧਰਮ ਹਨ, ਜਿੰਨੇ ਮਜ਼ਹਬ ਹਨ, ਮੁਬਾਰਕ ਹਨ, ਉਹ ਸਾਰੇ ਮੁਬਾਰਕ ਹਨ। ਮੁਹੰਮਦ ਸਾਹਿਬ ਨੂੰ ਮੰਨਣ ਵਾਲੇ ਮੁਹੰਮਦਨ ਹਨ, ਈਸਾ ਨੂੰ ਮੰਨਣ ਵਾਲੇ, ਹਜ਼ਰਤ ਈਸਾ ਨੂੰ ਮੰਨਣ ਵਾਲੇ ਈਸਾਈ ਹਨ, ਬੁੱਧ ਨੂੰ ਮੰਨਣ ਵਾਲੇ ਬੋਧੀ ਹਨ, ਵਿਸ਼ਨੂੰ ਨੂੰ ਮੰਨਣ ਵਾਲੇ ਵੈਸ਼ਨਵ ਹਨ। ਪਰ ਗੁਰੂ ਨਾਨਕ ਦੇਵ ਜੀ ਨੂੰ, ਗੁਰੂ ਗੋਬਿੰਦ ਸਿੰਘ ਜੀ ਨੂੰ, ਉਹਨਾਂ ਤੇ ਇਤਕਾਦ ਕਰਨ ਵਾਲੇ ਨਾਨਕੀਏ ਜਾਂ ਗੋਬਿੰਦੀਏ ਨਹੀਂ ਹਨ। ਉਹਨਾਂ ਲਈ ਵਾਹਿਗੁਰੂ ਜੀ ਕਾ ਖਾਲਸਾ ਕਿਹਾ। ਇਹ ਵਾਹਿਗੁਰੂ ਜੀ ਕਾ ਖਾਲਸਾ ਹੈ, ਉਹਦੇ ਵਿੱਚੋਂ ਗੁਰੂ ਵਿੱਚੋਂ ਆਪਣੀ ਹਸਤੀ ਮਿਟਾ ਦਿੰਦਾ ਹੈ, ਗੁਰੂ ਵਿੱਚ ਨਹੀਂ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਹਸਤੀ ਖਾਲਸੇ ਦੇ ਵਿੱਚ ਜਜ਼ਬ ਕਰ ਦਿੱਤੀ ਔਰ ਇਹ ਕਿਹਾ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਔਰ ਇਹ ਪਤਾ ਸੀ ਜੋ ਇੱਥੇ ਦੀ ਫਿਤਰਤ ਹੈ, ਜਿਹੜੀ ਇੱਥੇ ਦਾ ਕਲਚਰ ਹੈ, ਕਿ ਜਿਸਨੇ ਜੋ ਕੁਝ ਦੇ ਦਿੱਤਾ ਉਸਨੂੰ ਦੇਵਤਾ, ਉਸਨੂੰ ਰੱਬ ਕਹਿ ਦਿੱਤਾ। ਗੁਰੂ ਸਾਹਿਬ ਨੇ ਕਿਹਾ, ਜੋ ਮੁਝਕੋ ਪਰਮੇਸ਼ਰ ਉਚਰੇ हैं
ਤੇ ਸਭ ਨਰਕ ਕੁੰਡਮੈ ਪਰ ਹੈ। ਉਹ ਉਹਨਾਂ ਲਈ ਪੱਕਾ ਦੋਜ਼ਖ ਉਹਨਾਂ ਲਈ ਮੁਕਰਰ ਹੈ, ਜਿਹੜਾ ਮੈਨੂੰ ਕੋ ਰੱਬ ਕਹੇਗਾ ਮੇਰੇ ਤੁਹਾਡੇ ਵਿੱਚ ਕੋਈ ਫਰਕ ਨਹੀਂ। ਆਵੋ ਭੈਣੇ ਗਲ ਮਿਲੋ, ਅੰਕ ਸਹੇਲੜੀਆਂ, ਮਿਲ ਕੇ ਕਰੋ ਕਹਾਣੀਆਂ, ਸਮਰੱਥ ਕੰਤ ਕੀਆਂ। ਅਸੀਂ ਸਾਰੇ ਮਿਲ ਕੇ उस एक अकाल पुरख न्यारे न्यारे देसन के भेस को प्रभाव है। असी उस एक नू मान लईए, उहदे बाद फिर कोई चीज नहीं रह जाती। गुरु साहब ने कहा देहोरा मसीत सोई, पूजा ओ निवाज होई, मानस सब एक पै अनेक को प्रभाव है। देवता अदेव जच गंधर्व तुर्क हिंदू, न्यारे न्यारे देसन के भेस को प्रभाव है। एके नैन एके कान, एके देह एके बान, खाक बाद आतिश ओ आप को रलाओ है। सो बहुत बहुत धन्यवाद दयाल सिंह रिसर्च कल्चरल फाउंडेशन दा, डॉक्टर साहब दा ते और सारी तुहाडी टीम दा कि मौका तुसी दिता हैगा और गुरु गोबिंद सिंह साहब दे उन्हां दे चरनां दे विच अज ये गल थोड़ी बहुत कर सके आ। ते बहुत बहुत शुक्रिया, बड़ी मेहरबानी डॉक्टर साहब, बहुत बहुत शुक्रिया। बधाई भी और सब कुछ ਤੁਹਾਡੇ ਕੋ ਵਧਾਈ ਲੈ ਵੀ ਲਈਏ। ਹਾਂਜੀ नहीं जी, तुसी जी बहुत बहुत खूबसूरत गल्लां कीतियां ने जी, माशाअल्लाह बहुत। और साडे जे अनपढ़ां ਲਈ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਜੀ ਇਹ ਇਨਫੋਰਮੇਟਿਵ ਨੇ। ਅਸੀਂ ਇੰਨਾ ਡੈਪਥ 'ਚ ਨਹੀਂ ਸਾਂ ਜਾਣਦੇ ਜਿੰਨਾ ਤੁਸੀਂ ਗਹਿਰਾਈ 'ਚ ਜਾ ਕੇ, ਖਾਸ ਤੌਰ ਤੇ ਤੁਸੀਂ ਜਿਹੜਾ ਨਾਲ ਸ਼ੇਰੀ ਰੈਫਰੈਂਸ ਦੇ ਕੇ ਗੱਲ ਕਰਦੇ ਜੇ ਨਾ ਜੀ, ਉਹਦੇ ਨਾਲ ਮਜ਼ਾ ਵੀ ਦੂਣਾ ਹੋ ਜਾਂਦਾ। ਤੇ ਬਹੁਤ ਤੁਹਾਡਾ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਸ਼ਾਰਟ ਨੋਟਿਸ ਦੇ ਉੱਤੇ ਇੰਨੀ ਤਿਆਰੀ ਕਰਕੇ ਆਏ ਜੇ ਜੀ। ਭੁਪਿੰਦਰ ਜੀ ਕੱਲ ਅੱਗੇ ਚਲਾਓ। ਇਹਨਾਂ ਨੇ ਦੇਖੋ ਗੁਰੂ ਸਾਹਿਬ ਦੇ 42-43 ਸਾਲ ਦੇ ਇਤਿਹਾਸ ਨੂੰ ਕਿਵੇਂ ਕੁਝ ਹੀ ਸਮੇਂ ਦੇ ਵਿੱਚ ਹੀ ਸਾਨੂੰ ਸੁਣਾਇਆ, ਬੜਾ ਬਰੀਫਲੀ। ਬਿਲਕੁਲ ਔਰ ਅਗਰ ਕੋਈ ਸਮਝਣ ਵਾਲਾ ਹੋਵੇ ਤੇ ਬੜਾ ਕੁਝ ਇਹਦੇ ਵਿੱਚੋਂ ਸਮਝਿਆ ਜਾਂਦਾ, ਪੂਰੀ ਨੌਲੇਜ ਆ ਜਾਂਦੀ ਹੈ। ਕਿਉਂਕਿ ਖਾਲਸਾ ਪੰਥ ਦੇ ਸਿਰਜਣਹਾਰ ਦਸਮ ਪਾਤਸ਼ਾਹ, ਇਹਨਾਂ ਦੀਆਂ ਲਿਖਤਾਂ, ਇਹਨਾਂ ਦੀਆਂ ਬਾਣੀਆਂ ਜਿਹੜੀਆਂ ਕਿ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸਾਨੂੰ ਸੰਤ ਦੇ ਮਾਰਗ ਤੇ ਤੋਰਦੀ ਹੈ, ਤੇ ਇਹਨਾਂ ਦੀ ਲਿਖੀ ਰਚਨਾ ਜਿਹੜੀਆਂ ਬਾਣੀਆਂ ਨੇ ਉਹ ਸਿਪਾਹੀ ਦੇ ਰਸਤੇ ਤੇ ਤੋਰਦੀਆਂ ਨੇ, ਯੋਧਾ ਬਣਾਉਂਦੀਆਂ ਨੇ। ਮੈਂ ਡਾਕਟਰ ਸਾਹਿਬ ਲਾਂਬਾ ਸਾਹਿਬ ਨੂੰ ਪੁੱਛਣਾ ਚਾਹਾਂਗਾ। ਲਾਂਬਾ ਸਾਹਿਬ, ਮੈਂ ਥੋੜੀ ਜੀ ਆਪ ਜੀ ਤੋਂ ਇਨਫੋਰਮੇਸ਼ਨ ਹੋਰ ਮੈਨੂੰ ਪਤਾ ਹੈ, ਲੇਕਿਨ ਮੈਂ ਆਪ ਜੀ ਦੇ ਮੁਖਾਰਬਿੰਦ ਤੋਂ ਥੋੜਾ ਜਿਹਾ ਜਾਣਨਾ ਚਾਹਾਂਗਾ। ਇਹਨਾਂ ਦੀਆਂ ਜਿਹੜੀਆਂ ਲਿਖਤਾਂ ਨੇ, ਜਿਨ੍ਹਾਂ ਨੂੰ ਅਸੀਂ ਬਾਣੀ ਦਾ, ਗੁਰਬਾਣੀ ਦਾ ਦਰਜਾ ਦਿੰਦੇ ਆ, ਉਹ ਅੰਮ੍ਰਿਤ ਛਕਾਉਣ ਵਾਲੇ ਬਾਣੀਆਂ ਦੇ ਵਿੱਚ ਵੀ ਦਰਜ ਹੈਗੀਆਂ ਨੇ। ਉਹ ਕਿਹੜੀਆਂ ਨੇ, ਥੋੜੀ ਜਿਹਾ ਉਹਦੇ ਤੇ ਚਾਨਣ। मतलब ਤੁਸੀਂ ਇਹ ਗੱਲ ਚੰਗੀ ਕਹਿਤੀ ਕਿ ਮੈਨੂੰ ਪਤਾ ਹੈ, ਪਰ ਮੈਂ ਪੁੱਛਣਾ ਚਾਹੁੰਦਾ ਨਹੀਂ ਤੇ ਮੈਂ ਇਸ ਕਰਕੇ ਪੁੱਛਣਾ ਚਾਹੁੰਦਾ ਕਿਉਂਕਿ ਬਾਕੀਆਂ ਨੂੰ ਵੀ ਪਤਾ ਲੱਗ ਜਾਵੇ। ਨਹੀਂ ਮੈਂ ਕਹਿਣਾ ਸੀ ਜੇ ਤੁਹਾਨੂੰ ਇੰਨਾ ਨਹੀਂ ਪਤਾ ਫਿਰ ਲੋੜ ਕੀ ਹੈ ਪੁੱਛਣ ਦੀ। ਨਹੀਂ ਸਹੀ ਹੈ। ਗੱਲ ਇਹ ਕਿ ਦੇਖੋ ਜਿਹੜੀਆਂ ਨਾ ਅੰਮ੍ਰਿਤ ਸੰਚਾਰ ਦੇ ਵਿੱਚ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਦੇ ਵਿੱਚੋਂ 4 ਬਾਣੀਆਂ ਲਈਆਂ ਜਾਂਦੀਆਂ। ਸਭ ਤੋਂ ਪਹਿਲੀ ਤੇ ਜਿਹੜੀ ਅਰਦਾਸ ਹੈ ਉਹ ਵਾਰ ਸ਼੍ਰੀ ਭਗਉਤੀ ਜੀ ਕੀ ਹੈ, ਉਹ ਲਈ ਜਾਂਦੀ ਹੈ, ਉਹ ਜ਼ਰੂਰੀ ਹੈ। ਔਰ ਦੂਜੀ ਜਿਹੜੀ ਹੈਗੀ ਹੈ ਉਹਦੇ ਜਾਪ ਸਾਹਿਬ ਹੈ, ਚੌਪਈ ਸਾਹਿਬ ਹੈ ਔਰ ਸਵਈਏ ਹੈਗਾ। ਇਹ 3 ਬਾਣੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਹੈਗੀਆਂ। ਸਵਈਏ ਸਰਾਵਕ ਸੁਤ ਸਮੂਹ ਸਿਧਾਨ ਵਾਲੇ ਜਿਹੜੇ ਹੈਗੇ ਇਹ ਲਏ ਜਾਂਦੇ ਹੈਗੇ ਜੀ। ਔਰ ਇੱਕ ਚੀਜ਼ ਹੋਰ ਅੱਜ ਕਲੀਅਰ ਕਰੋ, ਬੜੀ ਦੁਨੀਆ ਦੇ ਵਿੱਚ ਕੋਈ ਕਿਹੜਾ ਦਿਹਾੜਾ ਮਨਾਉਂਦਾ, ਕੋਈ ਕਿੱਥੇ ਕਿਹੜੀ ਗੱਲ ਕਰਦਾ ਤਰੀਕ ਦੀ, ਬੜੀ ਅਜੀਬ ਜੀ ਮਹਿਸੂਸ ਹੁੰਦੀ ਹੈ ਵੀ ਥੋੜਾ ਜਿਹਾ ਸਾਡਾ ਇਤਿਹਾਸ ਹੈ 550 ਸਾਲਾਂ ਚੱਲੇ ਔਰ ਉਹਦੇ ਵਿੱਚ ਵੀ ਇਸ ਤਰ੍ਹਾਂ ਦੇ ਵਖਰੇਵੇਂ ਪੈ ਜਾਂਦੇ ਨੇ। ਇਹ ਅਸਲ ਤਾਰੀਖ ਜੋ ਦੇਖੋ, ਜਦੋਂ ਮੈਂ ਸੇਵਾ ਨਿਭਾਈ ਹੈ ਤਖਤ ਪਟਨਾ ਸਾਹਿਬ ਤੇ ਅਸੀਂ ਵੀ ਪੋਹ ਸੁਦੀ 7ਵੀਂ ਨੂੰ ਹੀ ਮੰਨਦੇ ਰਹੇ ਹਾਂ। ਕੀ ਸਾਨੂੰ ਇਹ ਡੇਟ ਕੱਢਣ ਵਾਸਤੇ ਪੰਡਤਾਂ ਦੀ ਲੋੜ ਪੈਂਦੀ? ਗੱਲ ਇਹ ਹੈ ਕਿ ਇਹ ਤਾਂ ਉਹੀ ਗੱਲ ਹੋ ਗਈ, ਕੋਈ ਕਿਧਰੇ ਨਾ ਸ਼ਾਮ ਨੂੰ ਕਿਧਰੇ ਕੋਈ ਬੰਦਾ ਗਿਆ ਨਵਾਂ, ਕਿਧਰੇ ਸਫ਼ਰ ਕਰਦਿਆਂ ਗਿਆ ਤੇ 2 ਬੰਦੇ ਬਹਿਸ ਕਰ ਰਹੇ ਸੀਗੇ। ਉਹ ਕਹਿੰਦਾ ਜੀ ਇਹ ਤਾਂ ਸੂਰਜ ਹੈ, ਦੂਜਾ ਕਹਿੰਦਾ ਨਹੀਂ ਚੰਦ ਹੈ, ਚੰਦਰਮਾ ਹੈ। ਤੇ ਇਹਨੂੰ ਪੁੱਛਣ ਲੱਗੇ ਕਿ ਭਾਈ ਸਾਹਿਬ ਸਾਡਾ ਝਗੜਾ ਹੋ ਰਿਹਾ, ਤੁਸੀਂ ਦੱਸੋ ਕਿ ਇਹ ਸੂਰਜ ਹੈ ਕਿ ਚੰਦਰਮਾ ਹੈ। ਉਹ ਕਹਿੰਦਾ ਜੀ ਮੈਂ ਇਸ ਸ਼ਹਿਰ ਦਾ ਰਹਿਣ ਵਾਲਾ ਨਹੀਂ, ਮੈਨੂੰ ਨਹੀਂ ਪਤਾ ਹੈਗਾ। ਤਾਂ ਜਿਹੜੀ ਚੀਜ਼ ਸਵਾਲ ਹੁੰਦਾ ਹੈ
ਕਿ ਕਿਸੇ ਮਸਲੇ ਦਾ ਹੱਲ ਤਾਂ ਹੁੰਦਾ ਹੈ, ਪਰ ਜੇ ਹੱਲ ਨਹੀਂ ਹੋ ਰਿਹਾ ਇਹਦਾ ਮਸਲਾ ਨਹੀਂ ਹੈਗਾ। ਦੇਖੋ, ਜਿੰਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਦੋਂ ਪ੍ਰਕਾਸ਼ ਹੋਇਆ ਉਹ ਪੋਹ ਸੁਦੀ 7ਵੀਂ ਨੂੰ ਹੋਇਆ। ਪੋਹ ਸੁਦੀ 7ਵੀਂ ਨੂੰ ਉਹਨਾਂ ਦਾ ਪ੍ਰਕਾਸ਼ ਹੋਇਆ। ਔਰ ਉਹ ਜਿਹੜਾ ਪ੍ਰਕਾਸ਼ ਜਿਸ ਦਿਨ ਹੁੰਦਾ ਹੈ ਪੋਹ ਸੁਦੀ 7ਵੀਂ, ਕਿਉਂਕਿ ਪੰਜਾਬ ਦੇ ਵਿੱਚ 12 ਮਾਹ ਜਿਹੜੇ ਕੈਲੰਡਰ ਹੈਗੇ ਹੈ, ਜਿਹੜੇ ਕੈਲੰਡਰ ਬਣੇ ਹੋਏ ਹੈ ਪੰਜਾਬੀ ਦੇ ਵਿੱਚ ਤਕਰੀਬਨ 312 ਮਾਹ ਹੈਗੇ, 312 ਮਾਹ ਹੈ। ਹੁਣ ਕੁਦਰਤ ਨੇ ਜਿਹੜਾ ਦਿਨ ਦਿੱਤਾ ਹੈਗਾ ਕਿ ਜਦੋਂ ਸੂਰਜ ਦੇ ਨਾਲ ਤਾਂ ਉਹ ਸੰਮਤ ਜਿਹੜਾ ਚੱਲਦਾ ਹੈ, ਪਰ ਜਿਹੜੇ ਦਿਨ ਦਿਹਾੜ ਹੈ ਸੁਦੀ ਵਦੀ ਜਿਹਨੂੰ ਕਿਹਾ ਜਾਂਦਾ ਹੈ, ਉਹ ਚੰਦਰਮਾ ਦੇ, ਜਿਹਨੂੰ ਚਾਨਣਾ ਪੱਖ ਤੇ ਹਨੇਰਾ ਪੱਖ ਜਿਹਨੂੰ ਕਹਿੰਦੇ, ਜਿੰਨੇ ਧਰਮ ਹੈ, ਜਿੰਨੇ ਵੀ ਮਜ਼ਹਬ ਹੈ, ਬਲਕਿ ਹੋਰ ਵੀ ਏਸ਼ੀਆ ਦੇ ਵਿੱਚ, ਚੀਨ ਦੇ ਵਿੱਚ ਵੀ ਤੇ ਦੂਜਿਆਂ ਦੇ ਵਿੱਚ ਵੀ ਸਾਰੀ ਜਗ੍ਹਾ ਉਹ ਚੰਦਰਮਾ ਤੋਂ ਤੈਅ ਹੁੰਦੇ ਹੈ, ਵੱਧਦੇ ਘਟਦੇ ਉਸ ਦੀ ਦਿਨ ਤੋਂ ਤਿਉਹਾਰ ਉਹ ਤੈਅ ਹੁੰਦੇ ਹੈ। ਭਾਵੇਂ ਉਹ ਈਦ ਹੈ, ਭਾਵੇਂ ਉਹ ਕੋਈ ਜਿਹੜਾ ਮੈਨੂੰ ਥੋੜਾ ਜਿਹਾ ਕਈ ਜ਼ਿਕਰ ਭੁੱਲ ਜਾਂਦਾ ਹੈ, ਤੇ ਇਵਨ ਮੈਂ ਦੇਖਿਆ ਕਿ ਕ੍ਰਿਸਮਸ ਵੀ ਜਿਹੜਾ ਉਹ 7 ਨਹੀਂ, ਜਨਵਰੀ ਨੂੰ ਨਹੀਂ, ਮਨਾਉਂਦੇ ਨੇ। ਉਹ ਵੱਖਰਾ ਗੱਲ ਹੈ, ਉਹ ਬਿਲਕੁਲ ਉਹਦੇ ਨਾਲ ਸਾਡਾ ਨਹੀਂ ਹੈਗਾ, ਉਹ ਇੱਕ ਬਿਲਕੁਲ ਵੱਖਰਾ ਇੱਕ ਹੈਗਾ। ਉਹ ਮੈਂ ਤੁਹਾਨੂੰ ਥੋੜਾ ਜਿਹਾ ਦੱਸਾਂਗਾ। ਬਲਕਿ ਤੁਸੀਂ ਜਿਹੜਾ ਕ੍ਰਿਸਮਸ ਦੀ ਗੱਲ ਕਰ ਰਹੇ ਹੋ ਨਾ, ਤੇ ਜਿਹੜਾ ਹੁਣ ਜੇ ਕਹਿੰਦੇ ਜੀ 25 ਜਨਵਰੀ ਹੈ, 25 ਦਸੰਬਰ ਹੈ ਕ੍ਰਿਸਮਸ ਜਿਹੜੀ ਹੈ, ਤੇ ਜਿਹੜੀ ਈਸਵੀ ਸਨ ਜਿਹੜਾ AD ਸ਼ੁਰੂ ਹੁੰਦਾ ਹੈ ਉਹ ਤੇ 0 ਤੋਂ ਸ਼ੁਰੂ ਹੋਇਆ। ਇਹਦਾ ਮਤਲਬ ਉਹ ਹੋ ਗਿਆ, ਬੜਾ ਥੋੜਾ ਜਿਹਾ ਨੁਕਤਾ ਹੈ ਕਿ ਈਸਾ ਮਸੀਹ ਦਾ ਜਨਮ ਜਿਹੜਾ ਹੈ ਬਿਫੋਰ BC ਹੋਇਆ, ਮਤਲਬ BC ਚ ਹੋਇਆ, 1 ਸਾਲ ਕਬਲ BC ਹੋਇਆ, ਕਿਉਂਕਿ ਸਾਲ ਤਾਂ ਉੱਥੋਂ ਸ਼ੁਰੂ ਹੋ ਰਿਹਾ, ਉਸ ਤੋਂ 5 ਦਿਨ ਪਹਿਲੇ, ਇਹਦਾ ਮਤਲਬ 1 ਸਾਲ ਕਬਲ BC ਹੋ ਗਿਆ, ਬਿਫੋਰ BC ਹੋਇਆ। ਐਨੀਵੇ, ਖੈਰ ਉਹ ਨਹੀਂਗਾ। ਜਿੰਨੇ ਧਰਮ ਹੈਗੇ ਆ ਉਹ ਸਾਰੇ ਚੰਦਰਮਾ ਤੋਂ ਤੈਅ ਹੁੰਦੇ ਆ, ਤੇ ਉਹ ਮਿਲਾਦੁਲ ਨਬੀ ਹੈ ਜਾਂ ਕੋਈ ਈਦ ਹੈ ਜਾਂ ਕੋਈ ਹੋਰ ਹੈ, ਉਸ ਨੂੰ ਮੁਹਰਮ ਦਾ ਮਹੀਨਾ ਉਹ ਚੰਦਰਮਾ ਤੋਂ ਹੋਏਗਾ। ਕੋਈ ਬੰਦਾ ਉਸ ਨੂੰ ਚੇਂਜ ਨਹੀਂ ਕਰ ਸਕਦਾ, ਕੋਈ ਤਬਦੀਲ ਨਹੀਂ ਕਰ ਸਕਦਾ। ਮਕਸਦ ਕੀ ਹੈ? ਜਿਵੇਂ ਮੱਸਿਆ ਹੈ, ਜਿਵੇਂ ਪੁੰਨਿਆ ਹੈ, ਜਿਸ ਦਿਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਉਸ ਦਿਨ ਕੱਤਕ ਦੀ ਪੁੰਨਿਆ ਹੈ। ਇਹਦਾ ਮਤਲਬ ਚੰਦਰਮਾ ਦੇ ਵਿੱਚ ਚੰਦਰਮਾ ਪੂਰਾ ਹੈ, ਫੁੱਲ ਮੂਨ ਹੈ। ਔਰ ਜਦੋਂ ਮੱਸਿਆ ਹੈ, ਨਿਊ ਮੂਨ ਜਿਹਨੂੰ ਕਹਿੰਦੇ ਹੈ, ਤੇ ਉਹ 7ਵੇਂ ਦਿਨ ਹੋਇਆ ਪੋਹ ਸੁਦੀ 7ਵੀਂ, ਵਦੀ ਸੁਦੀ, ਘਟਦੇ ਤੇ ਵੱਧਦੇ, ਇਹ ਜਿਹੜੇ ਦੋ ਹੁੰਦੇ ਹੈ, ਤੇ ਉਹ ਉਹਦੇ ਮੁਤਾਬਕ ਹੈ। ਹੁਣ ਉਸ ਨੂੰ ਕੋਈ ਕਵੇ ਜੀ ਦੀ ਡੇਟ ਚੇਂਜ ਕਰ ਦੋ, ਇਹ ਬੜੀ ਮੂਰਖਤਾ ਹੈ। ਪਰ ਫਿਰ ਸਵਾਲ ਇਹ ਹੈਗਾ ਕਿ ਜਦੋਂ ਧਰਮ ਵੀ ਰਾਜਨੀਤਿਕ ਬੰਦਿਆਂ ਦੇ ਹੱਥ ਆ ਜਾਏਗਾ, ਫਿਰ ਉਹ ਇਹੀ ਹਸ਼ਰ ਹੋਏਗਾ। ਗੁਰੂ ਸਾਹਿਬ ਦਾ ਪ੍ਰਕਾਸ਼, ਜਿਤਨੇ ਧਾਰਮਿਕ ਤਿਉਹਾਰ ਹੈਗੇ ਕਿਸੇ ਵੀ ਮਜ਼ਹਬ ਦੇ ਹੈ, ਹਿੰਦੂਆਂ ਦੇ ਰਾਮ ਨਵਮੀ ਹੈ, ਜਨਮ ਅਸ਼ਟਮੀ ਹੈ, ਦੀਵਾਲੀ ਦਾ ਹੈ ਜਾਂ ਹੋਲੀ ਦਾ ਹੈ, ਕਿਸੇ ਦਾ ਹੈ, ਮਾਘ ਦੀ ਸੰਕ੍ਰਾਂਤੀ ਹੈ, ਉਹ ਸਾਰੇ ਦੇ ਸਾਰੇ ਇਸ ਤਰ੍ਹਾਂ ਤੈਅ ਹੁੰਦੇ ਹੈ, ਇਹਨੂੰ ਕੋਈ ਤਬਦੀਲ ਨਹੀਂ ਕਰ ਸਕਦਾ। ਪਰ ਮੈਂ ਸ਼ੁਰੂ ਜਿਵੇਂ ਕਿਹਾ ਕਿ ਜਦੋਂ ਰਾਜਨੀਤਿਕ ਬੰਦਿਆਂ ਦੇ ਹੱਥ ਦੇ ਵਿੱਚ ਆ ਜਾਏਗਾ, ਫਿਰ ਉਹਨਾਂ ਦਾ ਇਹ ਹੁੰਦਾ, ਇਫ ਯੂ ਵਾਂਟ ਟੂ ਕਨਵਿੰਸ ਅ ਮੈਨ ਫਸਟ ਕਨਫਿਊਜ਼ ਹਿਮ, ਇਹਨੂੰ ਕਨਫਿਊਜ਼ਨ ਕ੍ਰੀਏਟ ਕਰ ਦੋ। ਔਰ ਜਦੋਂ ਫਿਰ ਧੜੇ ਆ ਜਾਂਦੇ ਆ, ਫਿਰ ਧੜੇ ਪਿਆਰਾ ਹੋ ਜਾਂਦਾ, ਧਰਮ ਪਿੱਛੇ ਰਹਿ ਜਾਂਦਾ। ਔਰ ਇਹ ਕਰਨੀ, ਬਲਕਿ ਮੈਂ ਇੱਕ ਲਫ਼ਜ਼ ਕਹਿਣ ਵਿੱਚ ਮੈਨੂੰ ਕੋਈ ਬੜੀ ਇਮਾਨਦਾਰੀ ਨਾਲ ਇੱਕ ਸਧਾਰਨ ਸਿੱਖ ਦੇ ਤੌਰ ਦੇ ਉੱਤੇ ਗੁਰੂ ਸਾਹਿਬ ਦੀ ਪ੍ਰਕਾਸ਼ ਮਨਾਓ, ਭਾਵੇਂ ਜਦੋਂ ਮਰਜ਼ੀ ਮਨਾ ਲਓ, ਜਿਸ ਦਿਨ ਤੁਹਾਨੂੰ ਹੋਏ ਚੰਗਾ ਲੱਗੇ ਮਨਾ ਲਓ, ਭਾਵੇਂ ਦਿਨ ਨੂੰ ਮਨਾ ਲਓ, ਰਾਤ ਨੂੰ ਮਨਾ ਲਓ, ਪਰ ਜਿਹੜਾ ਕਿਸੇ ਦਿਨ ਨੂੰ ਕਿਸੇ ਮਹੀਨੇ 'ਚ ਮਨਾ ਲਓ। ਪਰ ਇਹ ਕਹਿਣਾ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਦਿਵਸ ਜਿਹੜਾ ਹੈਗਾ ਉਹ, ਅੱਛਾ, ਜਿਹੜਾ ਹੁਣ ਅੰਗਰੇਜ਼ੀ ਕੈਲੰਡਰ ਹੈ ਜਿਹਨੂੰ ਗ੍ਰੈਗੋਰੀਅਨ ਕੈਲੰਡਰ ਕਹਿੰਦੇ ਆ, ਉਹ ਆਪ ਸਥਿਰ ਨਹੀਂ ਹੈ। ਪਹਿਲੇ ਜੂਲੀਅਨ ਕੈਲੰਡਰ ਹੁੰਦਾ ਸੀਗਾ, ਉਹਦੇ ਬਾਅਦ ਪੋਪ ਗ੍ਰੈਗਰੀ ਨੇ 11 ਦਿਨ ਵਧਾ ਕੇ ਇਹਨੂੰ ਗ੍ਰੈਗੋਰੀਅਨ ਕੈਲੰਡਰ ਕੀਤਾ। ਉਸ ਨੂੰ ਤੁਸੀਂ ਈਦ ਕਿਹੜੇ ਦਿਨ ਆਏਗੀ ਇਹਨੂੰ ਤੁਸੀਂ ਕਿੱਦਾਂ ਫਿਕਸ ਕਰ ਸਕਦੇ ਹੋ? ਅੰਗਰੇਜ਼ੀ ਕੈਲੰਡਰ 'ਚ ਨਹੀਂ ਹੋ ਸਕਦੀ, ਪੋਹ ਸੁਦੀ 7ਵੀਂ ਹੋ ਹੀ ਨਹੀਂ ਸਕਦੀ। ਔਰ ਜੇ ਕੋਈ ਕਰ ਰਿਹਾ, ਇਹਦਾ ਮਤਲਬ ਹੈ ਉਹ ਗਲਤ ਕਰ ਰਿਹਾ। ਇਹ ਕਹਿਣਾ ਜੀ ਸਾਲ 'ਚ 1 ਵਾਰੀ ਆ ਜਾਂਦਾ, 2 ਵਾਰੀ ਆ ਜਾਂਦਾ, ਏਦਾਂ ਕਈ ਵਾਰੀ ਮੈਂ ਦੇਖਿਆ। ਉਹ ਵੀ ਕਈ ਤਿਉਹਾਰ ਜਿਹੜੇ ਹੈ, ਕਈ ਧਰਮਾਂ ਦੇ ਤਿਉਹਾਰ, ਉਹ ਸਾਰੇ ਦੇ ਸਾਰੇ ਚੰਦਰਮਾ ਤੇ ਆਧਾਰਿਤ ਹੈ, ਕਿਉਂਕਿ ਚੰਦਰਮਾ ਨੂੰ ਠੰਡਾ ਸਮਝਿਆ ਗਿਆ, ਉਹ ਪ੍ਰਕਾਸ਼ ਦਾ ਹੈ, ਉਹਦੇ ਨਾਲ ਮਨਾਇਆ ਜਾਂਦਾ ਹੈ। ਬਾਕੀ ਦਿਨ ਜਿਹੜੇ ਹੈ ਉਹ ਸੰਗਰਾਂਦ ਦੇ ਨਾਲ ਹੁੰਦੇ ਆ। ਮਗਰ ਇਸ ਨੂੰ ਇੱਕ ਡੇਟ ਫਿਕਸ ਕਰਨੀ, ਏਦਾਂ ਮਤਲਬ ਇਸ ਤਰ੍ਹਾਂ ਹੀ ਹੈ ਜੇ ਕੋਈ ਕਵੇ ਜੀ ਕਿ ਤੁਸੀਂ ਇੱਕ ਕੰਮ ਕਰੋ
ਕਿ 1 ਜਨਵਰੀ ਹਮੇਸ਼ਾ ਸੰਡੇ ਨੂੰ ਆਇਆ ਕਰੇਗੀ, ਫਿਕਸ ਕਰ ਦਿਓ। ਤੋ ਇਹ ਉਹਨੂੰ ਕਿਸੇ ਹੋਰ ਡੇਟ ਦੇ ਉੱਤੇ ਫਿਕਸ ਕਰਨਾ ਇਹ ਬਹੁਤ ਵੱਡੀ ਇੱਕ ਬੇਹੁਰਮਤੀ ਹੈ। ਔਰ ਦੂਜੀ ਗੱਲ, ਇਹ 5 ਜਨਵਰੀ ਕਿੱਥੋਂ ਆਈ ਮੈਂ ਜ਼ਰੂਰ ਦੱਸ ਦਿਆਂ। ਇਹ 5 ਜਨਵਰੀ ਕਿੱਥੋਂ ਆਈ? ਜਿਹੜਾ ਕੈਲੰਡਰ ਬਿਕਰਮੀ ਹੈ, ਤੇ ਡਾਕਟਰ ਸਾਹਿਬ ਆਪ ਇਸ ਨੂੰ ਦੇਖੋਗੇ ਕਿ ਜਿਹੜੀ ਮਹੀਨੇ ਦੀ ਸ਼ੁਰੂਆਤ ਹੈ ਉਹਨੂੰ ਸਾਰੇ ਮੰਨਦੇ ਹਨ, ਸਾਰੀ ਇਹ ਕਾਇਨਾਤ ਦਾ ਹੈ, ਕੋਈ ਇੱਕ ਇਲਾਕੇ ਦਾ ਨਹੀਂ ਹੈ। ਜਿਵੇਂ ਲੈਟੀਚਿਊਡ ਐਂਡ ਲੌਂਗੀਚਿਊਡ ਜਿਵੇਂ ਧਰਤੀ ਨੂੰ ਮੰਨਿਆ ਗਿਆ ਹੈ, ਮਾਪਿਆ ਗਿਆ ਹੈ, ਇਸ ਤਰੀਕੇ ਨਾਲ ਉਸ ਨੂੰ ਉੱਤੇ ਵੀ ਜਿਹੜੇ ਉਹਨੂੰ 12 ਸਨ ਸਾਈਨ ਵਿੱਚ ਮੰਨਿਆ ਗਿਆ। ਧਰਤੀ ਨੂੰ ਸੂਰਜ ਜਿਹੜਾ ਉਧਰੋਂ ਗਰਦਿਸ਼ ਕਰਦਾ ਹੈ, ਜਦੋਂ ਚੰਦਰਮਾ ਗਰਦਿਸ਼ ਕਰਦਾ ਹੈ ਜਾਂ ਧਰਤੀ ਗਰਦਿਸ਼ ਕਰਦੀ ਹੈ, ਤੇ ਉਸ ਨੂੰ ਚੰਦਰਮਾ ਸੂਰਜ ਦੇ ਦੁਆਲੇ ਜਿਹੜਾ ਕਰਦਾ ਹੈ, ਜਾਂ ਸੂਰਜ ਚੰਦਰਮਾ ਸੂਰਜ ਦੇ ਜਾਂ ਧਰਤੀ ਸੂਰਜ ਦੇ, ਤਾਂ ਉਹ 12 ਸਨ ਸਾਈਨ ਹਨ। ਜਦੋਂ ਧਰਤੀ ਇੱਕ ਸਨ ਸਾਈਨ ਚੋਂ ਦੂਜੇ ਜਾਂਦੀ ਹੈ, ਉਹਨੂੰ ਕਹਿੰਦੇ ਅੱਜ ਸੰਗਰਾਂਦ ਹੈ, ਜੋੜ ਹੈ, ਉਸ ਨੂੰ ਇਹ ਕਿਹਾ ਗਿਆ। ਇਹਨੂੰ ਇੰਗਲਿਸ਼ ਵੀ ਮੰਨਦੇ ਹਨ, ਸਾਰੇ ਮੰਨਦੇ ਹਨ, ਇਹ ਸਨ ਸਾਈਨਸ ਹੈਗੇ ਆ। ਹੁਣ ਉਹ ਡੇਟ ਕੁਦਰਤ ਤੇ ਹੈਗੀ ਹੈ, ਕੋਈ ਉਸ ਨੂੰ ਫਿਕਸ ਨਹੀਂ ਕਰ ਸਕਦਾ, ਕੋਈ ਉਹਨੂੰ ਮੁਕਰਰ ਨਹੀਂ ਕਰ ਸਕਦਾ। ਮਗਰ ਹੋਇਆ ਕੀ ਹੈ ਕਿ ਪੁਰੇਵਾਲ ਨੇ ਕੀਤਾ ਕੀ ਹੈ, ਉਹਨੇ ਕਹਿਤਾ ਕਿ ਜਿਹੜੀ ਦਸੰਬਰ ਦੀ ਜਿਹੜੀ ਸੰਗਰਾਂਦ ਆਏਗੀ ਉਹ ਮੈਂ ਫਿਕਸ ਕਰ ਦਿੱਤੀ, ਉਹ 14 ਦਸੰਬਰ ਨੂੰ ਹੋਏਗੀ। ਹੁਣ ਤੁਸੀਂ 14 ਦਸੰਬਰ ਕਿੱਦਾਂ ਫਿਕਸ ਕਰ ਸਕਦੇ ਹੋ? ਇਹਦਾ ਮਤਲਬ ਤੁਸੀਂ ਕੁਦਰਤ ਨੂੰ ਸੂਰਜ ਦੇ ਉਹਦਾ ਮੇਰਾ ਖਿਆਲ ਕਲਚ ਬ੍ਰੇਕ ਤੁਹਾਡੇ ਹੱਥ 'ਚ, ਉਹਨੂੰ ਮੈਂ ਰੋਕ ਲਿਆ ਕਰ ਰਿਹਾ, ਤੇ ਇਹ ਤੇ ਬੜੀ ਸਿਆਣਪ ਨਹੀਂ ਕਹੀ ਜਾ ਸਕਦੀ। ਪਰ ਉਹਨਾਂ ਨੇ 14 ਫਿਕਸ ਕਰ ਲਿਆ, ਨਾਲ ਕਹਿ ਦਿੱਤਾ ਜੀ ਸਾਡੇ ਸੰਗਰਾਂਦ ਨੂੰ ਅਸੀਂ ਮੰਨਦੇ ਨਹੀਂ। ਜੇ ਮੰਨਦੇ ਨਹੀਂ ਤਾਂ ਮਹੀਨੇ ਦੀ ਸ਼ੁਰੂਆਤ ਕਿੱਦਾਂ ਹੋ ਗਈ? ਉਹ ਕਹਿਣ ਲੱਗੇ ਜੀ ਕਿ ਅਸੀਂ ਇਸ ਨੂੰ ਪਰਵਿਸ਼ਟੇ ਕਹਾਂਗੇ। ਤੁਸੀਂ ਪਰਵਿਸ਼ਟੇ ਕਹਿ ਕੇ ਥੋੜੀ ਫਿਰ ਉਧਰੋਂ ਪਰਵਿਸ਼ਟੇ ਕਹੀ ਜਾਓ, ਉਧਰੋਂ ਸੰਗਰਾਂਦ ਕਹੀ ਜਾਓ, ਉਧਰੋਂ ਕਰ ਦਿਓ। ਉਹਨਾਂ ਨੇ 14 ਜਿਹੜੀ ਹੈ ਫਿਕਸ ਕਰ ਲਈ, ਤੇ ਉਸ ਤੋਂ 23 ਦਿਨ ਬਾਅਦ ਉਹਨੂੰ 5 ਜਨਵਰੀ, ਉਹ ਕਹਿੰਦੇ ਜੀ ਰਹਿੰਦੀ ਦੁਨੀਆ ਦਾ 5 ਜਨਵਰੀ ਆਏਗੀ। ਇਹ ਤਾਂ ਬੜਾ ਇਹ ਤੇ ਇਦਾਂ ਦੀ ਗੱਲ ਹੋ ਗਈ ਕਿ ਤੁਸੀਂ ਫਿਕਸ ਕਰਕੇ ਤੇ ਕਹੋ ਜੀ ਇੱਥੇ ਦੇਖੋ ਅਸੀਂ ਪਹੁੰਚ ਗਏ। ਪਹਿਲਾ ਰਿਜ਼ਲਟ ਪਹਿਲੇ ਫਿਕਸ ਕਰ ਲਿਆ, ਉਹ ਜਿਵੇਂ ਕਈ ਵਾਰ ਸਕੂਲ 'ਚ ਬੱਚੇ ਕਰਦੇ ਆ, ਉਹਦੇ ਪਿੱਛੋਂ ਦੀ ਸ਼ੁਰੂ ਕਰਕੇ ਕਰ ਦਿੰਦੇ ਆ। ਉਹ ਮੈਨੂੰ ਇੱਕ ਛੋਟੀ ਜੀ ਗੱਲ ਯਾਦ ਆਉਂਦੀ ਸੀ, ਉਹ ਕਹਿੰਦਾ ਕੋਈ ਟ੍ਰੇਨ ਜਾ ਰਹੀ ਸੀਗੀ ਤੇ ਉੱਥੇ ਕੋਈ ਬੱਕਰੀਆਂ ਚੱਲ ਰਹੀਆਂ, ਤੇ ਉਹਦੇ ਵਿੱਚ ਕਿਸੇ ਨੇ ਪੁੱਛਿਆ, ਇੱਕਦਮ ਬੈਠੇ ਬੜੀਆਂ ਬੱਕਰੀਆਂ, ਉਹ ਇੱਕ ਨੇ ਗਿਣੀਆਂ, ਕਹਿੰਦੇ ਜੀ 13 ਬੱਕਰੀਆਂ। ਉਹ ਕਹਿੰਦਾ ਤੂੰ ਕਿੱਦਾਂ ਗਿਣ ਲਿਆ ਐਡੀ ਫਾਸਟ? ਕਹਿੰਦਾ ਬੜਾ ਆਸਾਨ ਹੈ, ਮੈਂ ਸਾਰਿਆਂ ਦੀਆਂ ਲੱਤਾਂ ਗਿਣੀਆਂ, ਫਿਰ ਉਹਨੂੰ 4 ਨਾਲ ਕਹਿੰਦਾ ਮੈਂ ਤਕਸੀਮ ਕਰ ਲਿਆ, ਪਤਾ ਲੱਗ ਗਿਆ ਕਿੰਨੀਆਂ ਬੱਕਰੀਆਂ। ਸੋ ਇਹ 14 ਦਸੰਬਰ ਨੂੰ ਸੰਗਰਾਂਦ ਫਿਕਸ ਕਰ ਦਿੱਤੀ, ਤੇ ਉਹਦੇ ਬਾਅਦ 5 ਜਨਵਰੀ ਹੋ ਗਈ। ਹੁਣ ਜੇ ਕੋਈ ਮੂਰਖ ਕੋਈ ਕਵੇ ਕਿਉਂਕਿ ਤੂੰ ਸੰਗਰਾਂਦ ਕਿੱਦਾਂ ਫਿਕਸ ਕਰ ਸਕਦਾ, ਕਿੱਦਾਂ ਹੋ ਸਕਦਾ? ਪਹਿਲੇ ਕਹਿੰਦਾ ਸੰਗਰਾਂਦ ਹੈ ਨਹੀਂ, ਫਿਰ ਕਹਿੰਦੇ ਸੰਗਰਾਂਦ ਫਿਕਸ ਕਰ ਦਿੱਤੀ। ਸੋ ਇਹਦਾ ਮਕਸਦ ਜਿਹੜਾ ਹੈਗਾ, ਇਹ ਸਾਰਾ ਮਕਸਦ ਕੌਮਾਂ ਜਦੋਂ ਕਮਜ਼ੋਰ ਹੋ ਜਾਂਦੀਆਂ, ਕੋਈ ਵੀ ਕੌਮ ਜਦੋਂ ਕਮਜ਼ੋਰ ਹੋ ਜਾਏਗੀ, ਜਿਹਨੂੰ ਗੁਰੂ ਸਾਹਿਬ ਨੇ ਵੀ ਕਿਹਾ ਸੀ ਨਾ, ਖੱਤਰੀਆਂ ਤੇ ਧਰਮ ਛੋੜਿਆ ਮਲੇਛ ਭਾਖਿਆ ਗਈ, ਜਾਂ ਜਦੋਂ ਕੌਮਾਂ ਕਿਸੇ ਤੇ ਹਮਲਾਵਰ ਹੁੰਦੀਆਂ, ਉਹਦੀ ਇਬਾਦਤ, ਉਹਦੀ ਕਲਚਰ, ਉਹਦੇ ਖੁਰਾਕ, ਉਹਦੀ ਸਾਰਾ ਕੁਝ, ਜਿਹਨੂੰ ਅਲਾਮਾ ਇਕਬਾਲ ਨੇ ਬੜਾ ਸੋਹਣਾ ਕਿਹਾ ਸੀਗਾ, ਉਹਨੇ ਕਿਹਾ ਸੀ वज़ा में तुम नसारा तमद्दन में हनूद, ये कैसे मुसलमान हो कि तुम्हें देख के शर्माए यहूद। यूं तो तुम सैयद भी हो, मिर्जा भी हो, अफगान भी हो, पर ये तो बताओ कि क्या तुम मुसलमान भी हो। पर्पस ही क्यों करते हैं वो मैं दस देना, ਉਹਦਾ ਪਰਪਸ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਗੁਰਬਾਣੀ ਨੇ ਇਹਨਾਂ ਤਰੀਕਾਂ ਨੂੰ ਲਿਖਿਆ, ਅੰਕਿਤ ਕੀਤਾ। ਗੁਰੂ ਸਾਹਿਬ ਦੇ ਹੁਕਮਨਾਮਿਆਂ 'ਚ ਇਹ ਤਰੀਕਾ ਸੁਦੀ ਵਦੀ ਦੀਆਂ ਲਿਖੀਆਂ, ਸਾਰੀਆਂ ਲਿਖੀਆਂ। ਗੁਰੂ ਸੰਮਤ 17 ਸਹਿਸ ਮੜੇਜੇ, ਅਰਧ ਸਹਿਸ ਫੁੰਤੀਨ ਕਹੀਜੇ, ਭਾਦਰਵ ਸੁਦੀ ਅਸ਼ਟਮੀ ਰਵਿਵਾਰਾ। ਹੁਣ ਇਹ ਡੇਟਾ ਨੂੰ ਡਿਸਟਰਬ ਕਰਕੇ ਮੈਂ ਦੇਖਿਆ ਸ਼ੁਰੂ ਹੋ ਗਏ, ਕਹਿੰਦੇ ਜੀ ਇਹ ਤੇ ਜਿਹੜਾ ਦਸਮ ਗ੍ਰੰਥ 'ਚ ਲਿਖਿਆ ਡੇਟਾ ਗਲਤ ਹੈ, ਉਧਰ ਬੁੱਧਵਾਰ ਨਹੀਂ ਸ਼ੁੱਕਰਵਾਰ ਹੈ, ਜੁਮਾ ਹੈਗਾ। ਇਹ ਬੜੀ ਵੱਡੀ ਸ਼ਰਾਰਤ ਹੈਗੀ ਹੈ, ਬਹੁਤ ਵੱਡੀ ਸ਼ਰਾਰਤ ਹੈ ਜਿਹੜੀ ਇਹ ਕੀਤੀ ਜਾ ਰਹੀ ਹੈ। ਔਰ ਇਸ ਦੇ ਵਿੱਚ ਸ਼ਾਮਲ ਹੋਣਾ ਜਾਂ ਇਹਨੂੰ ਸ਼ਹਿ ਦੇਣੀ ਇੱਕ ਬਹੁਤ ਵੱਡਾ, ਮੇਰੇ ਖਿਆਲ ਵਿੱਚ ਇੱਕ ਬਹੁਤ ਵੱਡਾ ਸ਼ਿਰਕ ਹੈ ਜੀ। ਲਾਂਬਾ ਸਾਹਿਬ, ਜਿਹੜੀ ਸਾਡੀ ਸੰਗਰਾਂਦ ਆ ਉਹ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ ਜੀ, ਔਰ 12 ਮਾਹ 12 ਰੁੱਤਾਂ ਦਾ 12 ਮਹੀਨਿਆਂ ਦਾ ਜ਼ਿਕਰ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਆਇਆ ਹੈ 2-3 ਵਾਰ, 4 ਵਾਰੀ ਗੁਰੂ ਸਾਹਿਬ ਨੇ 4 ਵਾਰੀ। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ 2 ਆਏ ਆ। ਹਾਂਜੀ, ਬੁਖਾਰੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਨੇ, ਮਾਝ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਨੇ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਛੰਦਾਂ ਵਿੱਚ ਲਿਖੇ 2-12 ਮਾਹ ਜੀ। ਇਹ ਉਹੀ ਹੋਇਆ ਵੀ ਸੰਗਰਾਂਦ ਦਾ ਦਿਹਾੜਾ ਇੱਥੋਂ ਸ਼ੁਰੂ ਹੁੰਦਾ, ਮਹੀਨਾ ਸ਼ੁਰੂ ਹੁੰਦਾ, ਤੇ ਇਹ ਸਾਡੀ ਜਿਹੜੀ ਹੈ
ਉਸ ਦਿਨ ਉਹ 12 ਮਾਹ ਵਿੱਚੋਂ ਅਸੀਂ ਜਿਹੜਾ ਵਾਕ ਲੈਂਦੇ ਹਾਂ ਔਰ ਪੜ੍ਹਦੇ ਹਾਂ ਉਸ ਮਹੀਨੇ ਦੇ। ਹਾਂਜੀ ਹਾਂਜੀ ਜੀ ਜੀ। ਤੇ ਇਹ ਤਾਂ ਸਾਰਾ ਕੁਝ ਸਪਸ਼ਟ ਹੈਗਾ, ਬਟ ਉਹਦੇ ਬਾਅਦ ਵੀ ਇਹ ਕੰਟਰੋਵਰਸੀ ਖੜੀ ਕਰਨੀ, ਪਤਾ ਨਹੀਂ ਕਿੰਨੀ ਨਲਾਇਕੀ ਵਾਲੀ ਗੱਲ ਹੈ। ਚਲੋ, ਗੁਰੂ ਸਾਹਿਬ ਆਪ ਮਿਹਰ ਕਰਨ, ਸਮਤ ਬਖਸ਼ਣ ਸਾਨੂੰ ਸਾਰਿਆਂ ਨੂੰ। ਪਰ ਲੇਕਿਨ ਅੱਜ ਦਾ ਜੋ ਦਿਹਾੜਾ ਹੈ, ਅਸੀਂ ਜਿਸ ਤਰੀਕੇ ਨਾਲ ਇਹ ਵੈਬੀਨਾਰ ਕਰਕੇ ਔਰ ਜਿਸ ਤਰ੍ਹਾਂ ਡਾਕਟਰ ਰਜ਼ਾਕ ਸਾਹਿਬ ਨੇ ਇਹਨੂੰ ਰੱਖਿਆ, ਮੈਂ ਸਮਝਦਾ ਬੜੀ ਵੱਡੀ ਗੱਲ ਸੀਗੀ। ਕਿਉਂਕਿ ਅੱਜ ਤੋਂ ਪਹਿਲਾਂ ਮੈਂ ਦੇਖਦਾ ਆਇਆ, ਜਦੋਂ ਮੈਂ ਵੀ ਗਿਆ, ਕਿ ਵੀ ਈਵਨ ਪਾਕਿਸਤਾਨ ਦੇ ਵਿੱਚ ਵੀ ਉਹ ਭੁਲੇਖੇ ਹਲੇ ਸਿੱਖਾਂ ਦੇ ਵਿੱਚ ਹੈਗੇ ਨੇ, ਔਰ ਉਹ ਕਿਧਰੇ ਨਾ ਕਿਧਰੇ 5 ਜਨਵਰੀ ਨੂੰ ਉਹਨੂੰ ਮਨਾਉਂਦੇ ਨੇ। ਮੁਬਾਰਕ ਹੈ, ਮੁਬਾਰਕ ਹੈ। ਜਿਵੇਂ ਤੁਸੀਂ ਕਿਹਾ ਕਿ ਵੀ ਜਿਹੜਾ ਮਰਜ਼ੀ ਦਿਹਾੜਾ ਹੋਵੇ, ਤੁਸੀਂ ਉਹਦਾ ਦਿਨ ਉਹਨਾਂ ਸੈਲੀਬ੍ਰੇਟ ਕਰੋ, ਲੇਕਿਨ ਜੋ ਅਸਲ ਦਿਨ ਹੈ ਉਹ ਇਤਿਹਾਸ ਦਾ, ਉਹ ਅੱਜ ਦਾ ਹੈ। ਮੈਂ ਇਹਦੇ 'ਚ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਡਾਕਟਰ ਸਾਹਿਬ, ਤੁਸੀਂ ਕਦੀ ਦੇਖੋਗੇ ਧਿਆਨ ਨਾਲ, ਇਹ ਜਿਹੜੇ 5 ਜਨਵਰੀ ਦਾ ਰੋਲਾ ਪਾਉਂਦੇ ਆ ਨਾ, ਜਿੰਨੇ ਵੀ ਕਰਦੇ ਆ, ਜਿਹੜਾ ਵਿਖਮਤਾ ਪੈਦਾ ਕਰਦੇ ਆ, ਤੁਸੀਂ 1 to all ਜਿੰਨੇ ਵੀ ਮਰਜ਼ੀ ਦੇਖ ਲੋਗੇ, ਉਹਨਾਂ ਦਾ ਗੁਰਪੁਰਬ ਦੇ ਉੱਤੇ, ਮੈਂ ਉਹਨਾਂ ਦੀਆਂ ਮੈਗਜ਼ੀਨਾਂ ਵੀ ਦੇਖ ਰਿਹਾ, ਹੁਣੇ ਮੈਂ ਕੱਲ ਵੀ ਇੱਕ ਮੈਗਜ਼ੀਨ ਦੇਖ ਰਿਹਾ ਸੀ, ਉਹਨਾਂ ਦੇ ਹੋਰ ਦੇਖ ਰਿਹਾ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਂ ਲਿਖਿਆ, 5 ਜਨਵਰੀ ਲਿਖੀ ਹੈ, ਔਰ ਦੂਜੇ ਨੂੰ ਵਿਗੜਿਆ ਕੈਲੰਡਰ ਕਹਿ ਰਹੇ, ਗੁਰੂ ਸਾਹਿਬ ਦੇ ਕੈਲੰਡਰ ਨੂੰ ਵਿਗੜਿਆ ਕੈਲੰਡਰ ਕਹਿ ਰਹੇ। ਪਰ ਉਸ ਪੂਰੇ ਉਸ ਜਰਨਲ ਦੇ ਵਿੱਚ, ਉਸ ਮੈਗਜ਼ੀਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕੋਈ ਬਾਣੀ ਦਾ ਜ਼ਿਕਰ ਨਹੀਂ, ਉਹਨਾਂ ਦੇ ਬਾਲਪਨ ਦਾ ਕੋਈ ਜ਼ਿਕਰ ਨਹੀਂ। ਇਹ ਜਿਹੜੇ ਲੋਕ ਹੈਗੇ ਆ, ਤੁਸੀਂ ਇਹਨਾਂ ਦੀਆਂ ਦੇਖ ਲਓ, ਗੁਰੂ ਨਾਨਕ ਦੇਵ ਜੀ ਦੇ ਜਿਹੜੀ ਸ਼ੁਰੂਆਤ ਹੁੰਦੀ ਹੈ, ਉਹਨਾਂ ਦੇ ਜਿਹੜੇ ਨਨਕਾਣਾ ਸਾਹਿਬ ਦੇ ਆਲੇ ਦੁਆਲੇ ਜਿਹੜੇ ਉਹਨਾਂ ਦੇ ਕੌਤਕ ਹੈ, ਜਿਹੜੇ ਚੋਜ ਹੈ, ਉਹਨਾਂ ਦਾ ਜ਼ਿਕਰ ਹੁੰਦਾ ਹੈ। ਉਹ ਸਾਖੀਆਂ ਹੈਗੀਆਂ, ਸਾਖੀਆਂ ਤੋਂ ਸ਼ੁਰੂ ਹੁੰਦੀ ਹੈ, ਮਗਰ ਇਹ ਸਾਰਿਆਂ ਨੂੰ ਜ਼ੀਰੋ ਕਰ ਦਿੰਦੇ, ਉਹਦਾ ਜ਼ਿਕਰ ਨਹੀਂ ਕਰਦੇ। ਇਹ ਸਿਰਫ ਇੱਕ ਵਿੱਚੋਂ ਜਿਵੇਂ ਕੱਢ ਕੇ ਤੇ ਨੀਰਸ ਜੀ ਚੀਜ਼ ਪੇਸ਼ ਕਰਨਾ ਚਾਹੁੰਦੇ ਆ। ਮਕਸਦ ਇਹਨੇ ਸਾਰੇ ਦੇ ਸਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਦੇ ਉਲਟ ਹੈਗੇ ਆ। ਇਹਨਾਂ ਦਾ ਮਕਸਦ ਹਰ ਦਿਨ ਤਿਉਹਾਰ ਨੂੰ ਜਿਹੜਾ ਉਹ ਵਿਘਨ ਪਾਣਾ ਹੈ, ਭਾਵੇਂ ਉਹ ਕੋਈ ਸੰਗਰਾਂਦ ਆ ਜਾਏ, ਕੋਈ ਦਿਨ ਤਿਉਹਾਰ ਆ ਜਾਏ, ਕੋਈ ਕੁਛ ਹੋ ਜਾਏ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆ ਜਾਏ, ਇਹਨਾਂ ਨੇ ਹਰ ਵਾਰੀ ਜਿਹੜਾ ਉਹ ਤਿਆਰ ਹੁੰਦੇ ਹੈ ਕਿ ਇਹ ਝਗੜਾ ਪਾਣਾ। ਹੁਣ ਅਗਲੇ ਸਾਲ ਵੀ ਜਿਹੜੀ ਹੈਗੀ ਹੈ ਉਹ 14 ਨੂੰ ਨਹੀਂ ਹੈ, ਉਹ 15 ਨੂੰ ਹੈ, 15 ਦਸੰਬਰ ਨੂੰ ਸੰਗਰਾਂਦ ਹੈ। ਹੁਣ ਇਹ 14 ਨੂੰ ਫਿਕਸ ਕੀਤੀ, ਅਗਲੇ ਸਾਲ ਫਿਰ ਝਗੜਾ ਪਾਣਗੇ। ਸੋ ਅਗਰ ਅਸੀਂ ਰਹੇ ਅਗਲੇ ਸਾਲ ਫਿਰ ਗੱਲ ਕਰ ਲਾਂਗੇ। ਉਹ ਮੈਂ ਅਖੀਰਲਾ ਨਹੀਂ ਹੈ, ਪਰ ਮੈਂ ਤੁਹਾਨੂੰ ਦੱਸ ਦਿੱਤਾ ਕਿ ਅਗਲੇ ਸਾਲ ਵੀ ਅਖੀਰਲਾ ਜੀ, ਮੈਂ ਬਹੁਤ ਸਮਾਂ ਲੈ ਰਿਹਾ। ਇੱਕ ਅਖੀਰਲਾ, ਮਹਾਰਾਜ 10ਵੇਂ ਪਾਤਸ਼ਾਹ ਦੀਆਂ ਜਿਹੜੀਆਂ ਲਿਖਤਾਂ ਨੇ, ਬਾਣੀਆਂ ਨੇ, ਉਹ ਮੇਰੇ ਖਿਆਲ ਅਲੱਗ-ਅਲੱਗ ਟੌਪਿਕਸ ਦੇ ਉੱਤੇ ਲਈਆਂ ਗਈਆਂ। ਅੱਜ ਅਸੀਂ ਉਹਨੂੰ ਜਿਵੇਂ ਦਸਮ ਗ੍ਰੰਥ ਕਹਿੰਦੇ, ਮੈਂ ਪੁਰਾਣਾ ਦੇਖਿਆ ਜੀ, ਦਸਮ ਪਾਤਸ਼ਾਹੀ ਬਾਣੀ ਦਸਮ ਪਾਤਸ਼ਾਹੀ ਲਿਖਿਆ ਹੋਇਆ। ਇਹ ਗੁਰੂ ਸਾਹਿਬ ਦੇ ਆਪਣੇ ਵੇਲੇ ਉਹਨਾਂ ਨੇ ਕੰਪਾਈਲ ਕੀਤਾ ਹੈ, ਜਾਂ ਇਹਨੂੰ ਬਾਅਦ ਵਿੱਚ ਅਸੀਂ ਜੋੜਿਆ ਗਿਆ? ਜੋ ਮੈਂ ਪੜ੍ਹਿਆ ਉਹ ਕੁਝ ਹੋਰ ਹੈ, ਮੈਂ ਕਿਹਾ ਤੁਹਾਡੇ ਕੋਲੋਂ ਇਨਫੋਰਮੇਸ਼ਨ ਥੋੜੀ ਲਈਏ। ਦੇਖੋ, ਇਦਾਂ ਹੈਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਇਹ ਸਾਰੀਆਂ ਦੀਆਂ ਸਾਰੀਆਂ ਬਾਣੀਆਂ ਜਿਹੜੀਆਂ ਹੈਗੀਆਂ ਮੌਜੂਦ ਸਨ, ਔਰ ਕੰਕਣ ਕਵੀ ਨੇ ਵੀ ਲਿਖਿਆ ਹੈ ਕਿ ਇਹਦੇ ਵਿੱਚ ਇਹ ਵੱਖ-ਵੱਖ ਗ੍ਰੰਥਾਂ, ਇਹ ਕੁਲੀਆਤ ਹੈ। ਇਹ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਰਚਨਾਵਾਂ ਹੈ, ਕਿਉਂਕਿ ਵੱਖਰੇ ਸਬਜੈਕਟ ਹੈ, ਉਹ ਕੁਝ ਤਾਂ ਸਪਿਰਿਚੁਅਲ ਹੈ, ਰੂਹਾਨੀਅਤ ਦੇ ਨਾਲ ਹੈਗੀਆਂ, ਕੁਝ ਐਪਿਕਸ ਹੈਗੇ ਹੈ, ਕੁਝ ਪੁਰਾਣਿਕ ਕਥਾਵਾਂ ਹੈਗੀਆਂ, ਕੁਝ ਸ਼ਸਤਰਾਂ ਦਾ ਸ਼ਸਤਰਨਾਮ ਮਾਲਾ ਹੈਗਾ, ਕੁਝ ਉਹਨਾਂ ਦੀਆਂ ਜਿਵੇਂ ਚਰਿਤਰੋਪਾਖਿਆਨ ਹੈ, ਜਿਹਦਾ ਮਕਸਦ ਕਰੈਕਟਰ ਬਿਲਡਅਪ ਹੈਗਾ। ਸੋ ਇਹ ਸਾਰੇ ਵੱਖਰੇ ਵੱਖਰੇ ਸਬਜੈਕਟਸ ਦੀਆਂ ਹੈਗੀਆਂ। ਔਰ ਉਹਦੇ ਵਿੱਚ ਲਿਖਿਆ ਹੈ ਕਿ ਕੰਕਣ ਕਵੀ ਲਿਖਦੇ ਹੈ, ਕਹਿੰਦੇ ਕਿ ਮੈਂ ਕਿਹਾ ਜੀ ਇਹਨਾਂ ਨੂੰ ਇਕੱਠਿਆਂ ਕਰ ਦਿੱਤਾ ਜਾਏ। ਗੁਰੂ ਸਾਹਿਬ ਨੇ ਕਿਹਾ ਗ੍ਰੰਥ ਤਾਂ ਹੈ ਗੁਰੂ ਗ੍ਰੰਥ, ਇਹ ਮੇਰੀ ਖੇਡ ਹੈ। ਉਹਨਾਂ ਨੇ ਕਿਹਾ ਮੇਰੀ ਖੇਡ ਹੈ। ਸੋ ਰੁਤਬਾ ਜਿਹੜਾ ਗੁਰੂ ਦਾ ਰੁਤਬਾ ਹੈ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੈ, ਕਿਸੇ ਹੋਰ ਨੂੰ ਨਹੀਂ ਹੈ। ਉਹ ਗੁਰੂ ਗ੍ਰੰਥ ਸਾਹਿਬ ਹੈ, ਚਮਰ ਛਤਰ ਦਾ ਮਾਲਕ ਗੁਰੂ ਗ੍ਰੰਥ ਸਾਹਿਬ। ਪਰ ਗੁਰੂ ਸਾਹਿਬ ਦੀ ਆਪਣੀ ਬਾਣੀ ਜਿਹੜੀ ਹੈ ਉਹ ਗੁਰਬਾਣੀ ਹੈਗੀ ਹੈ, ਔਰ ਉਹ ਗੁਰਬਾਣੀ ਦੇ ਬਿਨਾਂ ਕੋਈ ਸਿੱਖ ਨਹੀਂ ਬਣ ਸਕਦਾ, ਸਿੱਖ ਕਾਇਮ ਨਹੀਂ ਰਹਿ ਸਕਦਾ। ਜਿਵੇਂ ਦੱਸਿਆ ਕਿ ਜੇ ਕਿਸੇ ਨੇ ਸਿੱਖ ਬਣਨਾ ਹੈ, ਉਹਨੂੰ 5 ਬਾਣੀਆਂ ਦੇ ਵਿੱਚੋਂ ਜਿਹੜੀਆਂ 6 ਬਾਣੀਆਂ ਹੈਗੀਆਂ ਬਣਾਉਣ ਲਈ, ਉਹਨਾਂ ਵਿੱਚੋਂ 4 ਗੁਰੂ ਗੋਬਿੰਦ ਸਿੰਘ ਜੀ ਦੀਆਂ, ਬਾਕੀ 2 ਗੁਰੂ ਗ੍ਰੰਥ ਸਾਹਿਬ ਚੋਂ ਹੈ। ਇਸੇ ਤਰੀਕੇ ਨਿਤਨੇਮ ਵਿੱਚ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਬਾਣੀਆਂ, ਮਗਰ ਰੁਤਬਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ। ਫਿਰ ਬਾਅਦ ਵਿੱਚ ਜਿਵੇਂ ਜ਼ਿਕਰ ਹੈ ਪਹਿਲੇ ਦਾ ਵੀ ਮਿਲਦਾ ਹੈ, ਪਰ ਭਾਈ ਮਨੀ ਸਿੰਘ ਜੀ ਨੇ ਇਹਨਾਂ ਸਾਰਿਆਂ ਨੂੰ ਇਕੱਠੀਆਂ ਕਰਕੇ ਉਹਦਾ ਜਿਹੜਾ ਸ਼ੁਰੂ ਵਿੱਚ ਨਾਂ ਦਿੱਤਾ ਗਿਆ ਸੀ, ਉਹਦਾ ਨਾਂ ਸੀ 10ਵੇਂ ਪਾਤਸ਼ਾਹ ਜੂ ਕਾ ਗ੍ਰੰਥ। 10ਵੇਂ ਪਾਤਸ਼ਾਹ ਜੂ ਕਾ ਗ੍ਰੰਥ ਉਹ ਜਿਹੜਾ, ਪਰ ਹੌਲੇ ਹੌਲੇ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਵੀ ਨਾਂ ਬਾਅਦ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਪਹਿਲੇ ਇਹਦਾ ਆਦਿ ਗ੍ਰੰਥ ਹੈ ਜਾਂ ਕੁਝ ਹੋਰ ਆਂਦਾ ਰਿਹਾ। ਜਿਵੇਂ ਗੁਰੂ ਸਾਹਿਬ ਨੇ ਤੇ ਪੋਥੀ ਵੀ ਕਿਹਾ, ਪੋਥੀ ਪਰਮੇਸ਼ਰ ਕਾ ਤਾਨ। ਤਾਂ ਇਸ ਕਰਕੇ ਇਹ ਨਾਮ ਜਿਹੜਾ, ਪਰ ਕੰਟੈਂਟ ਜਿਹੜਾ ਪੂਰੇ ਦਾ ਪੂਰਾ ਗੁਰੂ ਸਾਹਿਬ ਦੇ ਵੇਲੇ ਦਾ ਖੁਦ ਹੈ, ਉਹਨਾਂ ਨੇ ਖੁਦ ਲਿਖਿਆ।
ਔਰ ਬਲਕਿ ਮੈਂ ਖੁਦ ਉਹਨਾਂ ਦੇ ਦਰਸ਼ਨ ਕੀਤੇ ਹੈ। ਰਾਜਾ ਗੁਲਾਬ ਸਿੰਘ ਸੇਠੀ ਦੇ ਘਰ ਭਾਈ ਮਨੀ ਸਿੰਘ ਜੀ ਵਾਲੀ ਬੀੜ ਜਿਹੜੀ ਸੀ, ਕ੍ਰਿਸ਼ਨਾ ਅਵਤਾਰ ਦੇ ਉਹ ਵਰਕੇ, ਉਹ ਪੱਤਰੇ ਗੁਰੂ ਗੋਬਿੰਦ ਸਿੰਘ ਜੀ ਦੀ ਹੱਥ ਨਾਲ ਹੈ, ਉਹਨਾਂ ਦੀ ਕਲਮ ਦੇ ਨਾਲ ਹੈਗੇ ਆ। ਉਹਨਾਂ ਨੇ ਖੁਦ ਆਪ ਉਹਦੇ ਲਿਖੇ ਆ ਔਰ ਉਹਨਾਂ ਦੀਆਂ ਦਸਖਤੀ ਬੀੜਾਂ ਹੈਗੀਆਂ ਜੀ। ਔਰ ਰਾਜਾ ਗੁਲਾਬ ਸਿੰਘ ਹੋਰਾਂ ਦੇ ਘਰ ਜਿਹੜੇ ਗ੍ਰੰਥ ਸਾਹਿਬ ਹੈਗੇ ਨੇ, ਉਹ ਤਾਂ ਮੇਰੇ ਖਿਆਲ ਮੈਂ ਦੇਖਿਆ ਕਿ ਉਹਦੇ ਪਿੱਛੇ ਦਸਮ ਪਾਤਸ਼ਾਹ ਦੀਆਂ ਬਾਣੀਆਂ ਵੀ ਨਾਲ ਹੀ ਜਿਲਤੀ ਹੈਗੀਆਂ ਨੇ। ਉਹੀ ਨਾ, ਪੂਰਾ 10 ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਦੋਨੋਂ ਇਕੱਠੇ ਹੈਗੇ, ਦੋਨੋਂ ਇਕੱਠੇ ਹੈਗੇ ਨੇ, ਕਿਉਂਕਿ ਜੀ। ਉਹ ਜੀ ਬਹੁਤ ਬਹੁਤ ਧੰਨਵਾਦ ਹੈ ਜੀ। ਅੱਜ ਬਹੁਤ ਸ਼ੁਕਰੀਆ। ਇਨਫੋਰਮੇਸ਼ਨ ਲਈ, ਹੋਰ ਜਿਹੜੇ ਕਈ ਮਨ ਦੇ ਵਲਵਲੇ ਸਨ ਉਹ ਵੀ ਕਾਫੀ ਹੱਦ ਤੱਕ